ਪਿਆਰੇ ਬੱਚਿਓ 10ਵੀਂ ਕਲਾਸ ਦੀਆਂ ਜਿਹੜੀਆਂ ਵਰਕਸ਼ੀਟਸ ਨੇ ਮੈਂ ਇੱਕ ਇੱਕ ਕਰਕੇ ਤੁਹਾਡੇ ਵਾਸਤੇ ਉਹਨਾਂ ਦੇ ਸੋਲੂਸ਼ਨ ਲੈ ਕੇ ਆ ਰਿਹਾ। ਅੱਜ ਮੈਂ ਤੁਹਾਡੇ ਲਈ ਵਰਕਸ਼ੀਟ 9 ਜਿਹੜੀ ਕਿ ਤਿਕੋਣਮਿਤੀ ਦੇ ਕੁਝ ਉਪਯੋਗ ਯਾਨੀ ਕਿ ਸਮ ਐਪਲੀਕੇਸ਼ਨਸ ਆਫ ਟ੍ਰਿਗਨੋਮੈਟਰੀ ਦੇ ਆਧਾਰਿਤ ਆ। ਇਹ 10ਵੀਂ ਕਲਾਸ ਦੀਆਂ ਜਿਹੜੀਆਂ ਵਰਕਸ਼ੀਟਸ ਨੇ ਉਹਨਾਂ ਦੇ ਮੈਂ ਸੋਲੂਸ਼ਨ ਪਹਿਲਾਂ ਵੀ ਅਪਲੋਡ ਕਰ ਚੁੱਕਾ, ਉਹ ਤੁਸੀਂ ਵੀਡੀਓ ਦੇਖ ਰਹੇ ਹੋ। ਅੱਜ ਮੈਂ ਤੁਹਾਡੇ ਵਾਸਤੇ ਵਰਕਸ਼ੀਟ 9 ਦਾ ਸੋਲੂਸ਼ਨ ਲੈ ਕੇ ਆਇਆ ਔਰ ਇਹਦੇ ਵਿੱਚ ਮੈਂ ਤੁਹਾਨੂੰ ਬੜੇ ਹੀ ਸੌਖੇ ਤਰੀਕੇ ਨਾਲ ਇਹਦੀ ਐਕਸਪਲੇਨੇਸ਼ਨ ਕਰਕੇ ਦੱਸਾਂਗਾ ਸਾਰੀ, ਔਰ ਬੜੇ ਧਿਆਨ ਨਾਲ ਸੁਣਿਓ, ਵੀਡੀਓ ਸਕਿਪ ਨਾ ਕਰਿਆ ਕਰੋ। ਦੇਖੋ ਪਹਿਲਾ ਕੁਐਸਚਨ ਕੀ ਆ, ਇੱਕ ਸਮਕੋਣੀ ਤਿਕੋਣ ਵਿੱਚ ਕਰਨ, ਲੰਬ ਅਤੇ ਆਧਾਰ ਦਾ ਸੰਬੰਧ ਲਿਖੋ। ਰਾਈਟ ਦਾ ਰਿਲੇਸ਼ਨ ਬਿਟਵੀਨ ਪਰਪੈਂਡੀਕੂਲਰ ਬੇਸ ਐਂਡ ਹਾਈਪੋਟੀਨਿਊਜ਼ ਆਫ ਰਾਈਟ ਟ੍ਰਾਈਐਂਗਲ। ਚਲੋ ਮੈਂ ਤੁਹਾਨੂੰ ਇਹਦਾ ਸੋਲੂਸ਼ਨ ਦੱਸਦਾ ਵਾਂ ਵੀ ਇਹਨਾਂ ਦਾ ਆਪਸ ਵਿੱਚ ਸੰਬੰਧ ਕੀ ਹੋਏਗਾ। ਆ ਦੇਖੋ ਬੱਚਿਓ, ਆ ਮੈਂ ਇੱਕ ਸਮਕੋਣੀ ਤ੍ਰਿਭੁਜ ਬਣਾ ਲਈ ABC। ਇਹ ਜਿਹੜਾ B ਦੇ ਉੱਤੇ ਸਮਕੋਣ ਵਾ ਇਹਦੇ 'ਚ ਬਣਿਆ ਹੋਇਆ। ਤੁਹਾਨੂੰ ਆ ਪਤਾ ਕਿ ਜਿਹੜੀ ਤਿਰਛੀ ਉਚਾਈ ਹੁੰਦੀ ਆ ਤ੍ਰਿਭੁਜ ਦੇ ਵਿੱਚ ਇਹਨੂੰ ਅਸੀਂ ਕਰਨ ਬੋਲਦੇ ਹਾਂ। ਇਹ ਲੰਬ ਵਾ ਅਤੇ ਜਿਹੜਾ ਬੇਸ ਵਾ ਜਾਂ ਆਧਾਰ ਇਹ ਜਿਹੜਾ ਥੱਲੇ BC। ਹੁਣ ਇਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਰਨ ਨੂੰ ਹਾਈਪੋਟੀਨਿਊਜ਼ ਯਾਨੀ ਕਿ H ਨਾਲ ਲਿਖ ਦਿੰਦੇ ਹਾਂ, ਲੰਬ ਪਰਪੈਂਡੀਕੂਲਰ P ਅਤੇ ਆਧਾਰ ਨੂੰ ਅਸੀਂ ਬੇਸ ਲਿਖਦੇ ਹਾਂ ਅਤੇ ਉਹਨੂੰ ਅਸੀਂ B ਲਿਖ ਦਿੰਦੇ ਹਾਂ। ਹੁਣ ਸਾਨੂੰ ਕੁਐਸਚਨ 'ਚ ਪੁੱਛਿਆ ਕਿ ਇਹਨਾਂ ਦਾ ਆਪਸ ਵਿੱਚ ਕੀ ਸੰਬੰਧ ਵਾ, ਅਤੇ ਤੁਸੀਂ ਸਾਰਿਆਂ ਨੇ ਪਾਇਥਾਗੋਰਸ ਥਿਊਰਮ ਤੇ ਤੁਸੀਂ ਆਲਰੇਡੀ ਕੀਤੀ ਹੋਈ ਆ, ਔਰ ਮੈਂ ਪਿਛਲੀ ਜਿਹੜੀ ਵਰਕਸ਼ੀਟ 8 ਸੀਗੀ ਉਹਦੇ ਵਿੱਚ ਵੀ ਇਹਦੇ ਬਾਰੇ ਜਾਣਕਾਰੀ ਦਿੱਤੀ ਆ। ਅਸੀਂ ਕੀ ਲਿਖਦੇ ਹਾਂ ਇਹਦੇ ਵਿੱਚ, ਕਰਨ ਦਾ ਵਰਗ। ਕਰਨ ਦਾ ਵਰਗ ਕਿਹਦੇ ਬਰਾਬਰ ਹੁੰਦਾ, ਲੰਬ ਦਾ ਵਰਗ ਜਮਾ ਆਧਾਰ ਦਾ ਵਰਗ। ਆਹ ਸੰਬੰਧ ਹੁੰਦਾ ਦੇ ਇਹਨਾਂ ਦੇ ਵਿੱਚ। ਇਹਨੂੰ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ, ਹਾਈਪੋਟੀਨਿਊਸ ਸਕੇਅਰ ਇਜ਼ ਇਕੁਅਲ ਟੂ ਪਰਪੈਂਡੀਕੂਲਰ ਸਕੇਅਰ ਪਲੱਸ ਬੇਸ ਸਕੇਅਰ। ਇਹ ਰਿਲੇਸ਼ਨ ਆ ਇਹਨਾਂ ਦਾ, ਬੜਾ ਈਜ਼ੀ ਆ। ਪਾਇਥਾਗੋਰਸ ਜਿਹੜੀ ਥਿਊਰਮ ਆ ਤੁਸੀਂ ਕੀਤੀ ਹੋਈ ਆ ਪਹਿਲਾਂ ਹੀ, ਅਤੇ ਉਹੀ ਇਹਦੇ ਵਿੱਚ ਰਿਲੇਸ਼ਨ ਵਾ ਜਿਹੜੀ ਸਮਕੋਣੀ ਤ੍ਰਿਭੁਜ ਦੇ ਵਿੱਚ। ਔਰ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ ਕਿ ਜਿਹੜੀ ਤਿਕੋਣਮਿਤੀ ਆ ਉਹ ਸਿਰਫ ਸਮਕੋਣੀ ਤ੍ਰਿਭੁਜ ਦੇ ਉੱਪਰ ਹੀ ਲਾਗੂ ਹੁੰਦੀ ਆ, ਹੋਰ ਕਿਸੇ ਤ੍ਰਿਭੁਜ ਦੇ ਉੱਪਰ ਅਸੀਂ ਇਹ ਲਾਗੂ ਨਹੀਂ ਕਰ ਸਕਦੇ। ਚਲੋ ਦੇਖਦੇ ਹਾਂ ਨੈਕਸਟ ਕੁਐਸਚਨ। ਆ ਦੇਖੋ ਬੱਚਿਓ, ਦੂਸਰਾ ਕੁਐਸਚਨ ਕੀ ਆ ਕਿ ਤਿਕੋਣਮਿਤੀ ਕਿਹੜੇ ਤ੍ਰਿਭੁਜਾਂ 'ਤੇ ਲਾਗੂ ਹੁੰਦੀ ਹੈ। ਮੈਂ ਹੁਣੇ ਤੁਹਾਨੂੰ ਦੱਸਿਆ ਸੀਗਾ ਕਿ ਇਹ ਸਿਰਫ ਅਤੇ ਸਿਰਫ ਸਮਕੋਣੀ ਤ੍ਰਿਭੁਜ 'ਤੇ ਹੀ ਲਾਗੂ ਹੁੰਦੀ ਆ, ਅਤੇ ਇਹਦਾ ਆਨਸਰ ਕੀ ਆ, ਆਪਸ਼ਨ ਨੰਬਰ 3 ਸਮਕੋਣੀ, ਔਰ ਇੰਗਲਿਸ਼ ਦੇ ਵਿੱਚ ਰਾਈਟ ਟ੍ਰਾਈਐਂਗਲ ਆਪਸ਼ਨ ਨੰਬਰ 3 ਇਹ ਇਹਦਾ ਆਨਸਰ ਆ। ਮੈਂ ਤੁਹਾਨੂੰ ਹੁਣੇ ਦੱਸਿਆ ਸੀ ਪਹਿਲੇ ਕੁਐਸਚਨ 'ਚ ਕਿ ਇਹ ਸਿਰਫ ਅਤੇ ਸਿਰਫ ਸਮਕੋਣੀ ਤ੍ਰਿਭੁਜ ਦੇ ਉੱਪਰ ਹੀ ਲਾਗੂ ਹੁੰਦੀ ਆ। ਆ ਦੇਖੋ ਇਹੀ ਕੁਐਸਚਨ ਆ ਗਿਆ, ਤਿਕੋਣਮਿਤੀ ਕਿਹੜੇ ਤ੍ਰਿਭੁਜਾਂ 'ਤੇ ਲਾਗੂ ਹੁੰਦੀ ਆ, ਸਮਕੋਣੀ ਤ੍ਰਿਭੁਜਾਂ 'ਤੇ ਯਾਨੀ ਰਾਈਟ ਟ੍ਰਾਈਐਂਗਲ 'ਤੇ। ਹੁਣ ਇਸ ਤੋਂ ਅਗਲਾ ਕੁਐਸਚਨ ਦੇਖੋ, ਕੁਐਸਚਨ ਨੰਬਰ 3 ਕੀ ਆ ਕਿ ਇੱਕ ਸਮਕੋਣ ਡੈਸ਼ ਡਿਗਰੀ ਦਾ ਹੁੰਦਾ ਹੈ। ਇਹ ਤਾਂ ਤੁਹਾਨੂੰ ਪਤਾ ਹੀ ਆ ਕਿ ਸਮਕੋਣ ਕਿੰਨੇ ਡਿਗਰੀ ਦਾ ਹੁੰਦਾ ਵਾ, ਬਿਲਕੁਲ ਸਹੀ 90 ਡਿਗਰੀ ਦਾ। ਇੱਥੇ ਰਾਈਟ ਐਂਗਲ ਇਜ਼ ਆਫ 90 ਡਿਗਰੀ। ਇਹ ਜਿਹੜਾ ਤੁਹਾਡਾ ਥਰਡ ਕੁਐਸਚਨ ਹੋ ਗਿਆ, ਬੜਾ ਸੌਖਾ ਜਿਹਾ ਕੁਐਸਚਨ। ਅੱਗੇ ਕੋਈ ਦੋ ਪਾਇਥਾਗੋਰਸ ਤ੍ਰਿਗੁਟ ਲਿਖੋ, ਰਾਈਟ ਟੂ ਪਾਇਥਾਗੋਰੀਅਨ ਟ੍ਰਿਪਲੇਟ। ਚਲੋ ਇਹ ਮੈਂ ਤੁਹਾਨੂੰ ਦੱਸਦਾ ਵਾਂ ਕਾਪੀ ਦੇ ਉੱਪਰ ਕਿ ਪਾਇਥਾਗੋਰੀਅਨ ਟ੍ਰਿਪਲੇਟ ਜਿਹੜੇ ਆ ਅਸੀਂ ਉਹ ਕਿਸ ਤਰ੍ਹਾਂ ਲੈਂਦੇ ਹਾਂ। ਆ ਦੇਖੋ ਬੱਚਿਓ, ਚੌਥੇ ਕੁਐਸਚਨ ਦੇ ਵਿੱਚ ਉਹਨਾਂ ਨੇ ਇਹ ਪੁੱਛਿਆ ਕਿ ਕੋਈ ਦੋ ਪਾਇਥਾਗੋਰਸ ਦੇ ਜਿਹੜੇ ਤ੍ਰਿਗੁਟ ਉਹ ਲਿਖੋ, ਯਾਨੀ ਪਾਇਥਾਗੋਰੀਅਨ ਟ੍ਰਿਪਲੇਟ ਲਿਖਣੇ ਨੇ। ਹੁਣ ਇਹਦੇ ਵਾਸਤੇ ਕੀ ਆ ਕਿ ਸਾਡੇ ਕੋਲ ਇੱਕ ਆ ਸਮਕੋਣੀ ਤ੍ਰਿਭੁਜ ਵਾ, ਇਹਦੇ ਵਿੱਚ ਮੰਨ ਲਓ ਕਿ ਮੈਂ ਆਹ ਸਾਈਡ A, ਆ B ਅਤੇ ਆ C, ਇਹਨਾਂ ਨੂੰ ਮੈਂ ABC ਮੰਨ ਲਿਆ। ਸੇਮ ਰੂਲ ਜਿਹੜਾ ਮੈਂ ਤੁਹਾਨੂੰ ਪਿਛਲੇ ਕੁਐਸਚਨ 'ਚ ਦੱਸਿਆ ਸੀਗਾ ਕਿ ਕਰਨ ਦਾ ਵਰਗ ਜਿਹੜਾ ਵਾ ਉਹ ਕਿਹਦੇ ਬਰਾਬਰ ਹੁੰਦਾ, ਲੰਬ ਦਾ ਵਰਗ ਜਮਾ ਆਧਾਰ ਦਾ ਵਰਗ। ਅਤੇ ਇਹਦੇ 'ਚ ਅਸੀਂ ਕਿਸ ਤਰ੍ਹਾਂ ਲਿਖ ਸਕਦੇ ਹਾਂ ਕਿ A ਸਕੇਅਰ ਪਲੱਸ B ਸਕੇਅਰ ਇਜ਼ ਇਕੁਅਲ ਟੂ C ਸਕੇਅਰ। C ਕੀ ਆ, ਕਰਨ, ਆ A ਲੰਬ ਅਤੇ B ਆਧਾਰ, ਯਾਨੀ ਕਿ ਇਹਨਾਂ ਦੋਨਾਂ ਦਾ ਸਕੇਅਰ ਦਾ ਜਿਹੜਾ ਜੋੜ ਵਾ ਉਹ C ਸਕੇਅਰ ਦੇ ਬਰਾਬਰ ਹੋਣਾ ਚਾਹੀਦਾ, ਯਾਨੀ ਕਿ ਕਰਨ ਦੇ। ਹੁਣ ਦੇਖੋ ਅਸੀਂ ਜਿਹੜੇ ਪਾਇਥਾਗੋਰੀਅਨ ਟ੍ਰਿਪਲੇਟ ਲੈਣੇ ਆ ਉਹ ਅਸੀਂ ਕਿਸ ਤਰ੍ਹਾਂ ਲਵਾਂਗੇ ਕਿ ਸਾਡੀ ਆਹ ਕੰਡੀਸ਼ਨ ਕਲੀਅਰ ਹੋ ਜੇ। ਉਹਦੇ ਵਾਸਤੇ ਇੱਕ ਰੂਲ ਵਾ, ਮੈਂ ਉਹ ਰੂਲ ਤੁਹਾਨੂੰ ਲਿਖ ਕੇ ਦੱਸਦਾ ਕਿ ਜੇ M ਅਤੇ N
ਦੋ ਸੰਖਿਆਵਾਂ ਇਹੋ ਜਿਹੀਆਂ ਨੇ ਜਿਹੜੀਆਂ ਕਿਹੜੀਆਂ ਨੇ, ਧਨਾਤਮਕ। ਧਨਾਤਮਕ ਯਾਨੀ ਕਿ ਪੋਜ਼ਿਟਿਵ ਅਤੇ ਨਾਲੇ ਸੰਪੂਰਨ। ਧਨਾਤਮਕ ਸੰਪੂਰਨ ਸੰਖਿਆਵਾਂ ਹਨ ਅਤੇ m ਗ੍ਰੇਟਰ ਦੈਨ n ਹੈ ਤਾਂ ਕਹਿੰਦੇ ਵੀ ਜੇ m ਅਤੇ n ਦੋ ਧਨਾਤਮਕ ਸੰਪੂਰਨ ਸੰਖਿਆਵਾਂ ਨੇ ਅਤੇ m ਗ੍ਰੇਟਰ ਦੈਨ n ਵਾ, ਇਹ ਵੀ ਕੰਡੀਸ਼ਨ ਨਾਲ ਧਿਆਨ ਰੱਖਣੀ ਹੈ ਕਿ ਜਿਹੜਾ ਨੰਬਰ ਅਸੀਂ m ਦਾ ਲੈਣਾ ਉਹ n ਤੋਂ ਵੱਡਾ ਹੋਵੇ। ਅਤੇ ਫਿਰ a ਦੀ ਵੈਲਿਊ ਜਿਹੜੀ ਉਹ ਕਿਸ ਤਰ੍ਹਾਂ ਆਏਗੀ, a ਇਜ਼ ਇਕੁਅਲ ਟੂ m ਸਕੇਅਰ ਮਾਈਨਸ n ਸਕੇਅਰ। b ਦੀ ਵੈਲਿਊ ਆਏਗੀ 2mn ਅਤੇ ਜਿਹੜਾ c ਆ ਯਾਨੀ ਕਿ ਕਰਨ ਉਹ ਆਏਗਾ m ਦੀ ਪਾਵਰ 2 ਜਮਾ n ਦੀ ਪਾਵਰ 2 ਯਾਨੀ ਕਿ m ਸਕੇਅਰ ਪਲੱਸ n ਸਕੇਅਰ। ਹੁਣ ਇਹ ਕਿਸ ਤਰ੍ਹਾਂ ਵਾ, ਮੈਂ ਤੁਹਾਨੂੰ ਦੋ ਨੰਬਰ ਲੈ ਕੇ ਦੱਸਦਾ। ਆ ਦੇਖੋ ਇੱਥੇ ਪਹਿਲਾਂ ਕਿਹਾ ਕਿ m n ਤੋਂ ਵੱਡਾ ਵਾ। ਮੰਨ ਲਓ ਮੈਂ m ਲੈ ਲਿਆ 2 ਅਤੇ n ਕਿੰਨਾ ਆਏਗਾ ਫਿਰ 1, ਕਿਉਂਕਿ m ਮੈਂ ਵੱਡੀ ਲੈਣੀ ਸੰਖਿਆ ਅਤੇ n ਦੀ ਛੋਟੀ। ਹੁਣ ਮੈਂ ਇਹਦੇ 'ਚ ਵੈਲਿਊ ਪੁੱਟ ਕਰਦਾ। ਮੰਨ ਲਓ ਮੈਂ ਇੱਥੇ ਸਭ ਤੋਂ ਪਹਿਲਾਂ ਲਿਖਿਆ m ਸਕੇਅਰ ਯਾਨੀ 2 ਦਾ ਸਕੇਅਰ ਅਤੇ n ਸਕੇਅਰ 1 ਦਾ ਸਕੇਅਰ, ਅਤੇ ਇਹ ਕਿੰਨਾ ਹੋ ਗਿਆ, ਆ ਦੇਖੋ 2 ਦੂਣੀ 4 ਯਾਨੀ 2 ਦਾ ਵਰਗ 4 ਅਤੇ 1 ਦਾ ਵਰਗ 1, 4 ਮਾਈਨਸ 1 ਕਿੰਨਾ ਆ ਗਿਆ 3। ਹੁਣ ਇੱਥੇ ਦੂਸਰੀ ਵੈਲਿਊ ਜਿਹੜੀ ਹੈ 2mn, 2 m ਦੀ ਵੈਲਿਊ 2 ਅਤੇ n ਦੀ ਵੈਲਿਊ 1, ਇਹ ਸਾਰਿਆਂ ਦੀ ਆਪਸ 'ਚ ਮਲਟੀਪਲਾਈ ਹੋ ਜਾਣੀ ਯਾਨੀ ਗੁਣਾ 2 ਦੂਣੀ 4 4 ਏਕਮ 4, ਕਿੰਨਾ ਆਨਸਰ ਆ ਗਿਆ 4। ਹੁਣ ਇਹਦੇ 'ਚ ਪੁੱਟ ਕਰ ਦਈਏ 2 ਦਾ ਵਰਗ ਅਤੇ ਜਮਾ 1 ਦਾ ਵਰਗ, 2 ਦਾ ਵਰਗ 4 ਅਤੇ 1 ਦਾ ਵਰਗ 1, 4 ਜਮਾ 1 5। ਹੁਣ ਸਾਡੇ ਕੋਲ ਆ ਤਿੰਨ ਵੈਲਿਊਜ਼ ਆ ਗਈਆਂ ਨੇ। a ਦੀ ਵੈਲਿਊ ਕਿੰਨੀ ਆ ਗਈ 3, b ਆ ਗਿਆ 4 ਅਤੇ c ਆ ਗਿਆ 5। ਮੈਂ ਇੱਥੇ ਲਿਖ ਦਿੰਦਾ a ਬਰਾਬਰ 3, b ਬਰਾਬਰ 4 ਅਤੇ c ਬਰਾਬਰ 5। ਹੁਣ ਅਸੀਂ ਇਹਦੇ 'ਚ ਲਾ ਕੇ ਦੇਖੀਏ ਕਿ ਕੀ ਇਹ ਸਹੀ ਬਣਦਾ ਕਿ a ਦਾ ਵਰਗ ਜਮਾ b ਦਾ ਵਰਗ ਬਰਾਬਰ c ਦਾ ਵਰਗ। ਹੁਣ a ਦਾ ਵਰਗ ਆ ਦੇਖੋ, a ਕਿੰਨਾ ਵਾ 3 ਦਾ ਵਰਗ, b ਕਿੰਨਾ ਵਾ 4 ਦਾ ਵਰਗ ਬਰਾਬਰ 5 ਦਾ ਵਰਗ। ਹੁਣ ਇਹਨੂੰ ਅਸੀਂ ਸੋਲਵ ਕਰਕੇ ਦੇਖਾਂਗੇ ਦੋਨੋਂ ਪਾਸੇ ਬਰਾਬਰ ਆਉਂਦੇ ਆ। 3 ਤੀਏ 9 ਜਮਾ 4 ਚੌਕੇ 16 ਬਰਾਬਰ 5 ਪੰਜਾ 25, 16 ਅਤੇ 9 25, 25 ਬਰਾਬਰ 25 ਯਾਨੀ ਕਿ ਦੋਨੋਂ ਬਰਾਬਰ ਆ ਗਏ। ਆ ਦੇਖੋ ਯਾਨੀ ਕਿ ਇਹ ਬਿਲਕੁਲ ਸਹੀ ਆ। ਇਹਨੂੰ ਅਸੀਂ ਬੋਲਦੇ ਜੇ ਪਾਈਥਾਗੋਰੀਅਨ ਟ੍ਰਿਪਲੇਟ। ਅਤੇ ਪਾਈਥਾਗੋਰੀਅਨ ਟ੍ਰਿਪਲੇਟ ਕਿਹੜਾ ਬਣਿਆ, ਮੈਂ ਤੁਹਾਨੂੰ ਲਿਖ ਦਿੰਦਾ ਇੱਥੇ ਸਾਈਡ 'ਤੇ। ਪਾਈਥਾਗੋਰੀਅਨ ਟ੍ਰਿਪਲੇਟ ਬਣਿਆ 3 4 ਅਤੇ 5। ਇਹ ਟ੍ਰਿਪਲੇਟ ਬਣਿਆ ਜੇ ਪਾਈਥਾਗੋਰੀਅਨ। ਇੱਕ ਇਹ ਇੱਕ ਬਣ ਗਿਆ। ਹੁਣ ਦੂਸਰਾ ਪਾਈਥਾਗੋਰੀਅਨ ਟ੍ਰਿਪਲੇਟ ਜਿਹੜਾ ਵਾ ਉਹ ਤੁਸੀਂ ਖੁਦ ਆਪਣੇ ਕੋਲੋਂ 2 ਨੰਬਰ ਲੈਣੇ ਆ ਅਤੇ ਦੂਸਰਾ ਆਨਸਰ ਤੁਸੀਂ ਖੁਦ ਬਣਾਉਣਾ। ਜੇ ਕੋਈ ਪ੍ਰੋਬਲਮ ਆਏ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖਿਓ ਕਿ ਸਰ ਸਾਨੂੰ ਇੱਥੋਂ ਨਹੀਂ ਸਮਝ ਲੱਗੀ, ਮੈਂ ਤੁਹਾਨੂੰ ਦੁਬਾਰਾ ਸਮਝਾ ਦਾਂਗਾ। ਲੇਕਿਨ ਮੈਨੂੰ ਇੰਨਾ ਪਤਾ ਕਿ ਮੈਂ ਬੜੇ ਆਰਾਮ ਨਾਲ ਤੁਹਾਨੂੰ ਇਹ ਐਕਸਪਲੇਨ ਕੀਤਾ ਵਾ, ਮੈਥਡ ਦੱਸਿਆ ਵਾ। ਤੁਸੀਂ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਕਿ ਤੁਸੀਂ m ਦੀ ਵੈਲਿਊ 3 ਲੈ ਲਿਓ ਅਤੇ n ਦੀ ਵੈਲਿਊ 2 ਲੈ ਲਿਓ। m 3 n 2, ਕਿਉਂਕਿ m ਵੱਡਾ ਲੈਣਾ ਅਤੇ n ਛੋਟਾ, ਉਹ ਲੈ ਕੇ ਇਹਨੂੰ ਸੋਲਵ ਕਰਿਓ ਇਸੇ ਤਰ੍ਹਾਂ ਵੈਲਿਊਜ਼ ਪੁੱਟ ਕਰਕੇ ਅਤੇ ਤੁਹਾਡੇ ਕੋਲ ਇੱਕ ਹੋਰ ਟ੍ਰਿਪਲੇਟ ਆ ਜਾਏਗਾ ਯਾਨੀ ਕਿ ਪਾਈਥਾਗੋਰੀਅਨ ਤ੍ਰਿਗੁਟ ਤੁਹਾਡੇ ਕੋਲ ਇੱਕ ਹੋਰ ਆ ਜਾਏਗਾ। ਕਿਉਂਕਿ ਉਹਨਾਂ ਨੇ 2 ਕਿਹਾ ਸੀ, ਇੱਕ ਮੈਂ ਬਣਾ ਦਿੱਤਾ ਅਤੇ ਦੂਸਰਾ ਤੁਸੀਂ ਖੁਦ ਬਣਾਉਣਾ। ਇਹ ਤੁਹਾਡੇ ਲਈ ਸਮਝ ਲਓ ਵੀ ਇੱਕ ਕੁਐਸਚਨ ਹੀ ਆ ਕਿ ਤੁਸੀਂ ਖੁਦ ਸੋਲਵ ਕਰਨਾ ਇਹਨੂੰ। ਬਿਲਕੁਲ ਇਹੀ ਸਭ ਕੁਝ ਲੈਣਾ ਜੇ, ਕਿਤੇ ਵੀ ਤੁਹਾਨੂੰ ਲੋੜ ਪੈ ਜੇ। ਪਾਈਥਾਗੋਰੀਅਨ ਟ੍ਰਿਪਲੇਟ ਲਈ a b c ਦੀ ਵੈਲਿਊ ਸੇਮ ਰਹੇਗੀ, m ਦਾ ਵਰਗ ਮਾਈਨਸ n ਦਾ ਵਰਗ, b ਦੀ ਵੈਲਿਊ 2mn ਅਤੇ c ਦੀ ਵੈਲਿਊ m ਦਾ ਵਰਗ ਜਮਾ n ਦਾ ਵਰਗ। ਅਤੇ ਇਹਦੇ ਨਾਲ ਤੁਸੀਂ ਸੋਲਵ ਕਰਿਓ ਅਤੇ ਚੈੱਕ ਜ਼ਰੂਰ ਕਰ ਲਿਓ ਕਿ ਕੀ ਦੋਨੋਂ ਪਾਸੇ ਬਰਾਬਰ ਆ ਰਹੇ ਆ ਕਿ ਨਹੀਂ ਆ ਰਹੇ। ਇਹ ਜ਼ਰੂਰ ਚੈੱਕ ਕਰਨਾ, a ਦਾ ਵਰਗ ਜਮਾ b ਦਾ ਵਰਗ ਬਰਾਬਰ c ਦਾ ਵਰਗ। ਜੇ ਦੋਨੋਂ ਬਰਾਬਰ ਆ ਗਏ ਸਮਝ ਲਓ ਤੁਹਾਡਾ ਤ੍ਰਿਗੁਟ ਬਿਲਕੁਲ ਸਹੀ ਆ।
ਇਹ ਸੀਗਾ ਬੱਚਿਓ ਕੁਐਸਚਨ ਨੰਬਰ 4। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 5। ਆ ਦੇਖੋ ਬੱਚਿਓ, ਜਿਹੜਾ ਪੰਜਵਾਂ ਕੁਐਸਚਨ ਆ ਉਹ ਕੀ ਆ ਕਿ ਚਿੱਤਰ ਦੇਖ ਕੇ ਨਿਵਾਨ ਕੋਣ ਅਤੇ ਉਚਾਨ ਕੋਣ ਦਾ ਨਾਂ ਦੱਸੋ। ਆਈਡੈਂਟੀਫਾਈ ਐਂਗਲ ਆਫ ਐਲੀਵੇਸ਼ਨ ਐਂਡ ਡਿਪਰੈਸ਼ਨ ਫਰੋਮ ਦਾ ਫਿਗਰ। ਇਹ ਫਿਗਰ ਦਿੱਤੀ ਹੋਈ ਸਾਨੂੰ, ਕਹਿੰਦੇ ਇਹਦੇ 'ਚੋਂ ਤੁਸੀਂ ਦੱਸਣਾ ਵਾ ਕਿ ਉਚਾਨ ਕੋਣ ਕਿਹੜਾ ਅਤੇ ਨਿਵਾਨ ਕੋਣ। ਹੁਣ ਦੇਖੋ, ਉਚਾਨ ਕੋਣ ਉਹ ਹੁੰਦਾ ਵਾ ਜਿੱਥੇ ਸਾਨੂੰ ਕਿਸੇ ਚੀਜ਼ ਨੂੰ ਦੇਖਣ ਵਾਸਤੇ ਸਿਰ ਉੱਚਾ ਕਰਨਾ ਪਵੇ, ਉਹਨੂੰ ਅਸੀਂ ਬੋਲਦੇ ਹਾਂ ਉਚਾਨ ਕੋਣ। ਅਤੇ ਨਿਵਾਨ ਕੋਣ ਕਿ ਜਿੱਥੇ ਸਾਨੂੰ ਕਿਸੇ ਚੀਜ਼ ਨੂੰ ਦੇਖਣ ਲਈ ਉੱਪਰੋਂ ਥੱਲੇ ਨੂੰ ਸਿਰ ਝੁਕਾਉਣਾ ਪਵੇ, ਅਤੇ ਉਹਨੂੰ ਅਸੀਂ ਬੋਲਦੇ ਹਾਂ ਨਿਵਾਨ ਕੋਣ। ਹੁਣ ਦੇਖੋ, ਜਿਹੜਾ ਉਚਾਨ ਕੋਣ ਵਾ ਉਹ ਆਹ ਬਣਦਾ ਪਿਆ ਵਾ, ਆਹ ਜਿਹੜਾ ਕੋਣ ਆ। ਹੁਣ ਇੱਥੇ ਸਿਰਫ ਡੀ ਲਿਖਿਆ, ਆਹ ਵਾਲੀ ਸਾਈਡ ਨੂੰ ਕੁਛ ਨਹੀਂ ਲਿਖਿਆ, ਆਹ ਸੀ ਵਿਚਕਾਰ ਜੀ ਲਿਖ ਦਿੱਤਾ ਵਾ। ਜਾਂ ਤਾਂ ਸੀ ਇੱਥੇ ਹੁੰਦਾ, ਫਿਰ ਇਹਦਾ ਨਾਂ ਚੇਂਜ ਹੋਣਾ ਸੀ, ਅਤੇ ਜੇ ਨਹੀਂ ਆ ਇੱਥੇ ਸੀ ਵੈਸੇ ਹੀ ਦਿੱਤਾ ਵਿੱਚ, ਅਤੇ ਫਿਰ ਆਹ ਕੋਣ ਕਿਹੜਾ ਬਣੇਗਾ, ਜਿਹੜਾ ਇਹ ਉਚਾਨ ਕੋਣ ਡੀ। ਅਸੀਂ ਇੱਥੇ ਕੀ ਲਿਖਾਂਗੇ, ਉਚਾਨ ਕੋਣ, ਅਤੇ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ, ਐਂਗਲ ਡੀ। ਕਿਉਂਕਿ ਜੇ ਇਹਦਾ ਨਾਂ ਨਹੀਂ, ਜੇ ਇੱਥੇ ਸੀ ਆ ਜੇ ਆਹ ਬਿੰਦੂ 'ਤੇ, ਅਤੇ ਫਿਰ ਇਹਦਾ ਨਾਂ ਬਣ ਜਾਂਦਾ ਜੇ BDC ਜਾਂ CDB। ਫਿਰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ, ਮੈਂ ਆਪਣੇ ਕੋਲੋਂ ਲਿਖ ਦਿੰਦਾ ਇੱਥੇ ਕੋਣ CDB। ਜਿਹੜੇ ਵੀ ਕੋਣ ਦੀ ਗੱਲ ਕੀਤੀ ਜਾਂਦੀ ਆ ਉਹ ਕੋਣ ਵਿਚਕਾਰ ਲਿਖਿਆ ਜਾਂਦਾ, ਇਹ ਧਿਆਨ ਰੱਖਿਓ। ਉਸ ਤੋਂ ਬਾਅਦ ਆ ਗਈ ਗੱਲ ਨਿਵਾਨ ਕੋਣ ਦੀ। ਨਿਵਾਨ ਕੋਣ, ਹੁਣ ਨਿਵਾਨ ਕੋਣ ਮੈਂ ਦੱਸਿਆ ਸੀ ਕਿ ਉੱਪਰੋਂ ਥੱਲੇ ਨੂੰ ਦੇਖਦੇ ਹਾਂ। ਉਹ ਦੇਖੋ, ਉਹ ਵਾਲਾ ਕੋਣ ਕਿੱਥੇ ਬਣਦਾ ਪਿਆ ਵਾ, ਆਹ ਦੇਖੋ ਇੱਥੇ, ਇਹਨੂੰ ਅਸੀਂ ਬੋਲਦੇ ਹਾਂ ਐਂਗਲ, ਆਹ ਦੇਖੋ ਡਿਪਰੈਸ਼ਨ ਜਾਂ ਐਂਗਲ ਆਫ ਐਲੀਵੇਸ਼ਨ ਥੱਲਿਓਂ ਬਣਿਆ ਸੀ ਆਹ ਜਿਹੜਾ। ਹੁਣ ਐਂਗਲ ਆਫ ਡਿਪਰੈਸ਼ਨ ਉੱਪਰੋਂ, ਇਹਦਾ ਨਾਮ ਅਸੀਂ ਲਿਖ ਸਕਦੇ ਹਾਂ ਕੋਣ B, ਕਿਉਂਕਿ ਇੱਥੇ B ਦਿੱਤਾ। ਜੇ ਨਹੀਂ ਤਾਂ ABD, ਜਾਂ ਇਹਨੂੰ ਕੀ ਲਿਖ ਸਕਦੇ ਹਾਂ, ਕੋਣ ABD। ਮੈਂ ਤੁਹਾਨੂੰ ਦੱਸਿਆ ਸੀ ਹੁਣੇ ਕਿ ਜਿਹੜੇ ਕੋਣ ਦੀ ਗੱਲ ਕਰਨੀ ਆ ਉਹ ਕੋਣ ਨੂੰ ਅਸੀਂ ਸੈਂਟਰ 'ਚ ਲਿਖਦੇ ਹਾਂ। ਜਿਸ ਤਰ੍ਹਾਂ B ਕੋਣ ਬਣ ਰਿਹਾ, ਇਹਨੂੰ ਅਸੀਂ ਵਿਚਕਾਰ ਲਿਖ ਲਿਆ। ਇਹ ਸੀਗਾ ਬੱਚਿਓ ਇਹਦੇ ਐਂਗਲਸ ਦਾ ਨਾਮ। ਤੁਸੀਂ ਬਸ ਇਹ ਧਿਆਨ ਰੱਖਿਓ ਕਿ ਫਿਗਰ ਦੇ ਵਿੱਚ ਨਾਮ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਦਿੱਤੇ ਹੋਏ ਆ। ਇੱਥੇ ਆ ਸੀ ਜਿਹੜਾ ਵਾ ਇਹ ਬਿਲਕੁਲ ਹੀ ਵਿਚਕਾਰ ਜੀ ਦੇ ਦਿੱਤਾ ਵਾ, ਇਹ ਜਾਂ ਤਾਂ ਥੱਲੇ ਹੁੰਦਾ ਅਤੇ ਜਾਂ ਇੱਥੇ ਨਾ ਹੀ ਹੁੰਦਾ। ਇਹ ਬਿਲਕੁਲ ਸੈਂਟਰ 'ਚ ਦਿੱਤਾ ਵਾ। ਇਹ ਪੁਆਇੰਟ ਇੱਥੇ ਕੋਈ ਸ਼ੋਅ ਤਾਂ ਕਰਦਾ ਨਹੀਂ ਪਿਆ ਇਹ, ਅਤੇ ਆਹ ਮੈਂ ਇਸੇ ਕਰਕੇ ਆਪਣੇ ਕੋਲੋਂ ਲਿਖਿਆ ਸੀਗਾ। ਇਹ ਇਹਨਾਂ ਦੇ ਨਾਮ ਜੇ ਮੰਨ ਲਓ ਆਹ ਵਾਲੀਆਂ ਸਾਈਡਾਂ ਕਿਤੇ ਨਾਂ ਲਿਖੀਆਂ ਹੋਣ, ਇੱਥੇ ਇਕੱਲਾ ਐਂਗਲ B ਅਤੇ ਇੱਥੇ D ਲਿਖਿਆ ਜਿਸ ਤਰ੍ਹਾਂ, ਤਾਂ ਅਸੀਂ ਇਕੱਲੇ ਇਹੋ ਨਾਮ ਵੀ ਦੇ ਸਕਦੇ ਹਾਂ ਇਹਨਾਂ ਨੂੰ। ਅਤੇ ਜੇ ਆਰਮਸ ਦਿੱਤੀਆਂ ਹੋਣ ਤਾਂ ਫਿਰ ਆਰਮਸ ਦੇ ਨਾਮ ਨਾਲ ਜੋੜ ਕੇ ਲਿਖੀਦੇ ਆ। ਪਰ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਦੱਸੀ ਉਹ ਧਿਆਨ ਰੱਖਿਓ ਕਿ ਜਿਸ ਐਂਗਲ ਦਾ ਨਾਮ ਲਿਖਣਾ ਵਾ ਉਹ ਐਂਗਲ ਜਿਹੜਾ ਸੈਂਟਰ 'ਚ ਰਹਿਣਾ ਚਾਹੀਦਾ ਜੇ, ਬਸ ਇਹ ਧਿਆਨ ਰੱਖਿਓ। ਚਲੋ ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 6। ਆ ਦੇਖੋ, ਇੱਕ 6 ਮੀਟਰ ਉੱਚੇ ਖੰਭੇ ਦੇ ਪਰਛਾਵੇਂ ਦੀ ਲੰਬਾਈ 2 ਵਰਗਮੂਲ 3 ਮੀਟਰ ਹੈ। ਇੱਕ ਖੰਭਾ ਦਿੱਤਾ ਵਾ, ਕਿੰਨੇ ਮੀਟਰ ਲੰਬਾ ਵਾ, 6 ਮੀਟਰ। ਉਹਦੇ ਪਰਛਾਵੇਂ ਦੀ ਲੰਬਾਈ ਦਿੱਤੀ ਆ 2 ਵਰਗਮੂਲ 3 ਮੀਟਰ। ਉਚਾਨ ਕੋਣ ਪਤਾ ਕਰੋ। ਅ ਪੋਲ 6 ਸੈਂਟੀਮੀਟਰ ਹਾਈ ਕਾਸਟ ਅ ਸ਼ੈਡੋ 2 √3 ਮੀਟਰ ਲੌਂਗ ਔਨ ਦਾ ਗਰਾਊਂਡ, ਦੈਨ ਫਾਈਂਡ ਦਾ ਐਂਗਲ ਆਫ ਐਲੀਵੇਸ਼ਨ। ਅਸੀਂ ਐਂਗਲ ਆਫ ਐਲੀਵੇਸ਼ਨ ਯਾਨੀ ਕਿ ਉਚਾਨ ਕੋਣ ਜਿਹੜਾ ਉਹ ਪਤਾ ਕਰਨਾ ਵਾ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਪੰਜਵੇਂ ਕੁਐਸਚਨ ਵਾਸਤੇ ਬੱਚੋ ਸਭ ਤੋਂ ਪਹਿਲਾਂ ਡਾਇਗਰਾਮ ਬਣਾਵਾਂਗੇ। ਆ ਦੇਖੋ, ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਖੰਭਾ ਬਣਾਵਾਂਗੇ। ਮੰਨ ਲਓ ਮੈਂ ਇਹਦਾ ਨਾਮ ਰੱਖ ਲਿਆ ਖੰਭੇ ਦਾ AB, ਔਰ ਇਹ ਕਿੰਨੇ ਮੀਟਰ ਲੰਬਾ ਦਿੱਤਾ ਵਾ। ਖੰਭੇ ਦੀ ਉਚਾਈ ਜਿਹੜੀ ਦਿੱਤੀ ਹੋਈ ਆ ਉਹ ਦਿੱਤੀ ਹੋਈ ਆ 6 ਮੀਟਰ, ਉਹ ਮੈਂ ਲਿਖ ਲਈ। ਹੁਣ ਉਸ ਤੋਂ ਬਾਅਦ ਦੂਸਰੀ ਗੱਲ ਲਿਖਦੇ ਆ ਕਿ ਇਹਦਾ ਜਿਹੜਾ ਪਰਛਾਵਾਂ ਵਾ। ਹੁਣ ਆ ਦੇਖੋ, ਜੇ ਇੱਧਰ ਖੰਭਾ ਵਾ ਅਤੇ ਇਹਦਾ ਪਰਛਾਵਾਂ ਜੇ ਸੂਰਜ ਇਸ ਸਾਈਡ 'ਤੇ ਆ ਤਾਂ ਪਰਛਾਵਾਂ ਇੱਧਰ ਨੂੰ ਬਣੇਗਾ ਥੱਲੇ, ਅਤੇ ਜੇ ਸੂਰਜ ਇੱਧਰਲੀ ਸਾਈਡ 'ਤੇ ਆ ਤਾਂ ਪਰਛਾਵਾਂ ਇੱਧਰ ਨੂੰ ਬਣੇਗਾ ਥੱਲੇ। ਮੈਂ ਇਸ ਸਾਈਡ 'ਤੇ ਬਣਾ ਲੈਣਾ। ਆ ਦੇਖੋ, ਮੰਨ ਲਓ ਕਿ ਆਹ ਇਹਦਾ ਪਰਛਾਵਾਂ, ਇਹ ਖੰਭਾ ਵਾ, ਇੱਧਰਲੀ ਸਾਈਡ 'ਤੇ ਕਿਤੇ ਸੂਰਜ ਆ, ਇੱਧਰੋਂ ਰੋਸ਼ਨੀ ਪਈ ਅਤੇ ਇਹਦਾ ਪਰਛਾਵਾਂ ਬਣ ਗਿਆ ਇੱਥੇ। ਇਹ ਪਰਛਾਵੇਂ ਦੀ ਜਿਹੜੀ ਲੰਬਾਈ ਆ ਉਹ ਕਿੰਨੀ ਦਿੱਤੀ ਹੋਈ ਆ, 2 ਵਰਗਮੂਲ 3 ਮੀਟਰ। ਮੀਟਰ M 'ਚ ਲਿਖ ਲਓ ਜਾਂ ਪੰਜਾਬੀ 'ਚ ਲਿਖ ਲਓ ਮੀਟਰ। ਇਹ ਸਾਨੂੰ ਇਹਦੀ ਲੰਬਾਈ ਦੇ ਦਿੱਤੀ ਪਰਛਾਵੇਂ ਦੀ। ਹੁਣ ਸਾਨੂੰ ਇਹਦੇ 'ਚ ਪੁੱਛਿਆ ਕੀ ਆ ਕਿ ਇਹਦਾ ਜਿਹੜਾ ਉਚਾਨ ਕੋਣ ਪਤਾ ਕਰੋ। ਉਚਾਨ ਕੋਣ ਯਾਨੀ ਕਿ ਅਸੀਂ ਥੱਲਿਓਂ ਖੜ੍ਹੇ ਹੋ ਕੇ ਅਤੇ ਖੰਭੇ ਦੇ ਸਿਖਰ ਵੱਲ ਦੇਖ ਰਹੇ ਹਾਂ,
ਤੇ ਇਧਰੋਂ ਉਚਾਨ ਕੋਣ ਬਣੇਗਾ ਇਹਦਾ ਇੱਥੇ ਇਹਨੂੰ ਅਸੀਂ ਮੰਨ ਲੈਂਦੇ ਬਿੰਦੂ ਸੀ। ਤੇ ਆਹ ਜਿਹੜਾ ਕੋਣ ਅਸੀਂ ਪਤਾ ਕਰਨਾ ਉਚਾਨ ਕੋਣ, ਤੇ ਮੰਨ ਲਓ ਕਿ ਮੈਂ ਇਸ ਕੋਣ ਨੂੰ ਥੀਟਾ ਮੰਨ ਲਿਆ ਆਪਣੇ ਕੋਲੋਂ। ਸਾਨੂੰ ਪਤਾ ਨਹੀਂ ਆ ਜੇ ਕੋਣ ਕਿੰਨੇ ਡਿਗਰੀ ਦਾ ਵਾ, ਮੈਂ ਥੀਟਾ ਮੰਨ ਕੇ ਇਹਨੂੰ ਚੱਲਾਂਗਾ, ਸਵਾਲ ਨੂੰ ਕਰਾਂਗਾ ਸੋਲਵ। ਹੁਣ ਇਹਨੂੰ ਲਿਖਣਾ ਕਿਸ ਤਰ੍ਹਾਂ ਅਸੀਂ? ਸਭ ਤੋਂ ਪਹਿਲਾਂ ਤਾਂ ਅਸੀਂ ਕੀ ਲਿਆ ਸੀ? ਖੰਭੇ ਦੀ ਉਚਾਈ। ਸਭ ਤੋਂ ਪਹਿਲਾਂ ਅਸੀਂ ਇੱਥੇ ਲਿਖਾਂਗੇ ਖੰਭੇ ਦੀ ਉਚਾਈ ਕਿੰਨੀ ਦਿੱਤੀ ਹੋਈ ਆ? 6 ਮੀਟਰ। ਪਰਛਾਵੇਂ ਦੀ ਲੰਬਾਈ ਦੂਸਰੇ ਨੰਬਰ 'ਤੇ ਅਸੀਂ ਲਈ ਸੀ, ਅਸੀਂ ਇੱਥੇ ਲਿਖ ਲਾਂਗੇ ਪਰਛਾਵੇਂ ਦੀ ਲੰਬਾਈ। ਉਹ ਕਿੰਨੀ ਦਿੱਤੀ ਆ? 2 ਵਰਗਮੂਲ 3 ਮੀਟਰ। ਇਹ ਲਿਖ ਲਈ। ਹੁਣ ਮੈਂ ਇਸ ਤੋਂ ਬਾਅਦ ਕੀ ਕੀਤਾ? ਆਹ ਕੋਣ ਮੰਨਿਆ ਸੀਗਾ। ਹੁਣ ਮੈਂ ਇੱਥੇ ਲਿਖਾਂਗਾ ਮੰਨ ਲਓ ਉਚਾਣ ਕੋਣ ਥੀਟਾ ਹੈ। ਮੈਂ ਇਹੀ ਮੰਨਿਆ ਸੀ, ਬਸ ਇਹੀ 3 ਸਟੈਪ ਮੈਂ ਕੀਤੇ ਆ। ਪਹਿਲਾਂ ਮੈਂ ਖੰਭਾ ਬਣਾਇਆ ਸੀ, ਉਹਦੀ ਲੰਬਾਈ ਲਿਖੀ, ਉਹ ਲਿਖ ਲਈ। ਦੂਸਰੇ ਨੰਬਰ 'ਤੇ ਪਰਛਾਵਾਂ ਬਣਾਇਆ, ਉਹ ਲਿਖ ਲਿਆ। ਤੀਸਰੇ ਨੰਬਰ 'ਤੇ ਮੈਂ ਇਹਦਾ ਕੋਣ ਮੰਨਿਆ ਸੀ ਜਿਹੜਾ ਮੈਂ ਲੱਭਣਾ ਸੀਗਾ, ਉਹ ਮੈਂ ਲੈਟ ਕਰ ਲਿਆ ਵੀ ਇਹ ਕੋਣ ਥੀਟਾ ਵਾ। ਹੁਣ ਦੇਖੋ, ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਰੂਲ ਦੱਸਿਆ ਸੀਗਾ, ਉਹ ਮੈਂ ਇੱਥੇ ਦੁਬਾਰਾ ਲਿਖ ਦਿੰਦਾ। ਪੰਡਤ ਬਦਰੀ ਪ੍ਰਸਾਦ ਹਰ ਹਰ ਬੋਲ। ਹੁਣ ਇਹਦੇ ਵਾਸਤੇ ਸਾਈਨ, ਕੌਜ਼ ਅਤੇ ਟੈਨ। ਇੱਧਰ ਤੁਹਾਨੂੰ ਪਤਾ ਕਿ ਕੋਸੀਕੈਂਟ, ਸੀਕੈਂਟ ਅਤੇ ਕੋਟੈਂਜੈਂਟ ਯਾਨੀ ਕੌਟ। ਹੁਣ ਅਸੀਂ ਆਪਣਾ ਪਹਿਲਾਂ ਕੁਐਸਚਨ ਦੇਖਾਂਗੇ ਕਿ ਕੁਐਸਚਨ ਵਿੱਚ ਸਾਨੂੰ ਕੀ ਕੀ ਦਿੱਤਾ ਵਾ। ਆਹ ਦੇਖੋ ਬੱਚੇ, ਮੈਂ ਤੁਹਾਨੂੰ ਦੱਸਿਆ ਸੀ ਕਿ ਆਹ ਵਾਲਾ ਪਾਸਾ ਜਿਹੜਾ ਹੁੰਦਾ ਕਰਨ ਹੁੰਦਾ ਵਾ। ਕਰਨ ਯਾਨੀ ਕਿ ਹਾਈਪੋਟੀਨਿਊਜ਼, ਇਹ ਵਾਲਾ ਪਰਪੈਂਡੀਕੂਲਰ ਅਤੇ ਇਹ ਵਾਲਾ ਬੇਸ ਯਾਨੀ ਕਿ ਲੰਬ ਅਤੇ ਆਧਾਰ। ਹੁਣ ਦੇਖੋ ਮੇਰੇ ਕੋਲ ਲੰਬ ਅਤੇ ਆਧਾਰ ਦੋਨੋਂ ਚੀਜ਼ਾਂ ਨੇ, ਅਤੇ ਲੰਬ ਬਟਾ ਆਧਾਰ ਦਾ ਫਾਰਮੂਲਾ ਕਿਹਦਾ ਵਾ? ਆਹ ਦੇਖੋ ਪਰਪੈਂਡੀਕੂਲਰ ਓਵਰ ਬੇਸ। ਇਹ ਸਾਰਾ ਇੱਥੋਂ ਬਟੇ 'ਚ ਲਿਖ ਲੈਂਦੇ ਹਾਂ ਅਸੀਂ। ਸਾਈਨ ਦਾ ਫਾਰਮੂਲਾ ਪਰਪੈਂਡੀਕੂਲਰ ਬਟਾ ਹਾਈਪੋਟੀਨਿਊਜ਼ ਯਾਨੀ ਲੰਬ ਬਟਾ ਕਰਨ। ਮੈਂ ਪਿਛਲੀ ਵੀਡੀਓ 'ਚ ਸਾਰਾ ਐਕਸਪਲੇਨ ਕੀਤਾ ਹੋਇਆ। ਆਹ ਆਧਾਰ ਬਟਾ ਕਰਨ ਅਤੇ ਆਹ ਲੰਬ ਬਟਾ ਆਧਾਰ, ਯਾਨੀ ਕਿ ਇਹ ਫਾਰਮੂਲਾ ਕਿਹਦਾ ਵਾ? ਟੈਨ ਦਾ। ਸਾਡੇ ਕੋਲ ਲੰਬ ਅਤੇ ਆਧਾਰ ਦਿੱਤੇ ਆ, ਅਤੇ ਮੈਂ ਟੈਨ ਦਾ ਥੀਟਾ ਲੈ ਕੇ ਅਤੇ ਉਹਦੇ ਨਾਲ ਮੈਂ ਫਾਈਂਡ ਕਰ ਲਾਂਗਾ। ਹੁਣ ਟੈਨ ਥੀਟਾ ਦੇਖਦੇ ਹਾਂ ਕਿਹਦੇ ਬਰਾਬਰ ਆ। ਇੱਥੇ ਲਿਖਾਂਗੇ ਇਸ ਲਈ ਟੈਨ ਥੀਟਾ ਬਰਾਬਰ ਕਿਹਦੇ ਬਰਾਬਰ ਆ ਗਿਆ? ਟੈਨ ਥੀਟਾ AB ਬਟਾ BC। ਹੁਣ ਉਹ ਤੁਹਾਨੂੰ ਇੱਥੋਂ ਪਤਾ ਹੀ ਆ, ਪਰਪੈਂਡੀਕੂਲਰ ਬਟਾ ਬੇਸ। ਹੁਣ ਆਹ ਸਾਡੇ ਕੋਲ ਟੈਨ ਥੀਟਾ ਲਿਖ ਲਿਆ ਮੈਂ, ਅਤੇ ਇਹੀ ਮੈਂ ਫਾਈਂਡ ਕਰਨਾ ਵਾ ਕਿ ਟੈਨ ਥੀਟਾ ਜਿਹੜਾ ਵਾ ਵੀ ਉਹ ਕਿੰਨਾ ਹੋਏਗਾ। ਹੁਣ AB ਬਟਾ BC ਦੀ ਵੈਲਿਊ ਮੈਂ ਪੁੱਟ ਕਰ ਦਿੰਦਾ ਇੱਥੇ। AB ਕਿੰਨਾ? P ਯਾਨੀ ਕਿ ਪਰਪੈਂਡੀਕੂਲਰ 6 ਮੀਟਰ, ਅਤੇ BC ਬੇਸ 2 ਵਰਗਮੂਲ 3। ਇਹ ਬਟਾ 'ਚ ਆ ਗਿਆ। ਹੁਣ ਇਹਦੀ ਕਟਿੰਗ ਕਰ ਦਾਂਗੇ, 2 ਤੀਏ 6। ਇਹ ਸਾਡੇ ਕੋਲ ਕਿੰਨਾ ਆ ਗਿਆ? 3 ਬਟਾ ਵਰਗਮੂਲ 3। ਹੁਣ ਦੇਖੋ ਬੱਚਿਓ, ਮੈਂ 3 ਨੂੰ ਥੱਲੇ ਡਿਨੋਮੀਨੇਟਰ 'ਚ ਇੱਕ ਗੱਲ ਦਾ ਧਿਆਨ ਰੱਖਿਓ, ਜਿਹੜਾ ਹਰ ਵਾਲਾ ਪਾਸਾ ਹੁੰਦਾ ਹਰ ਯਾਨੀ ਕਿ ਡਿਨੋਮੀਨੇਟਰ, ਇਹਦੇ 'ਚ ਕਦੀ ਵੀ ਵਰਗਮੂਲ ਵਾਲੀ ਟਰਮ ਨਹੀਂ ਰਹਿਣ ਦੇਈਦੀ। ਇਹ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਰੈਸ਼ਨਲਾਈਜ਼ ਕਰਕੇ ਅਤੇ ਉੱਪਰ ਲੈ ਆਈਏ। ਹੁਣ ਇਹਨੂੰ ਜਾਂ ਤਾਂ ਰੈਸ਼ਨਲਾਈਜ਼ ਕਰ ਲਓ, ਅਤੇ ਜੇ ਨਹੀਂ ਤਾਂ ਇਹਦਾ ਇੱਕ ਤਰੀਕਾ ਹੋਰ ਵਾ ਕਿ 3 ਨੂੰ ਅਸੀਂ ਕੀ ਲਿਖ ਸਕਦੇ ਹਾਂ। ਆਹ ਦੇਖੋ, ਮੈਂ ਰਫ 'ਚ ਦੱਸਣ ਲੱਗਾ ਕਿ 3 ਨੂੰ ਅਸੀਂ ਲਿਖ ਸਕਦੇ ਹਾਂ √3 ਗੁਣਾ √3। ਕਿਉਂ ਲਿਖ ਸਕਦੇ ਹਾਂ? ਕਿਉਂਕਿ √3 ਨੂੰ ਜਦੋਂ √3 ਨਾਲ ਮਲਟੀਪਲਾਈ ਕੀਤਾ ਅਤੇ √9 ਹੁੰਦਾ ਵਾ, ਅਤੇ 9 ਦਾ ਵਰਗਮੂਲ ਤੁਹਾਨੂੰ ਪਤਾ ਹੀ ਹੈ ਕਿੰਨਾ ਹੁੰਦਾ? 3। ਆਹ ਦੇਖੋ ਫਿਰ ਬਰਾਬਰ ਆ ਗਏ, ਯਾਨੀ ਕਿ ਮੈਂ 3 ਦੀ ਜਗ੍ਹਾ 'ਤੇ ਆਹ ਲਿਖ ਸਕਦਾ। ਹੁਣ ਮੈਂ ਇੱਥੇ ਲਿਖ ਦਿੱਤਾ ਵਰਗਮੂਲ 3 ਗੁਣਾ ਵਰਗਮੂਲ 3, ਅਤੇ ਥੱਲੇ ਵਰਗਮੂਲ 3 ਪਹਿਲਾਂ ਹੀ ਆ। ਇਹ 1 ਵਰਗਮੂਲ 3 1 ਵਰਗਮੂਲ 3 ਕੱਟਿਆ ਗਿਆ। ਸਾਡੇ ਕੋਲ ਕੀ ਬਚਿਆ? ਵਰਗਮੂਲ 3। ਇਹ ਕਿਹਦੀ ਵੈਲਿਊ ਆਈ? ਟੈਨ ਥੀਟੇ ਦੀ। ਅਤੇ ਮੈਂ ਇੱਥੇ ਲਿਖ ਦਿੰਦਾ ਕਿ ਟੈਨ ਥੀਟਾ ਬਰਾਬਰੇ ਵਰਗਮੂਲ 3। ਹੁਣ ਵਰਗਮੂਲ 3 ਜਿਹੜਾ ਵਾ ਉਹ ਟੈਨ ਦੀ ਕਿੰਨੇ ਡਿਗਰੀ ਦੀ ਵੈਲਿਊ ਆ? ਟੈਨ 60 ਡਿਗਰੀ। ਟੈਨ ਥੀਟਾ ਬਰਾਬਰੇ, ਇੱਥੇ ਲਿਖ ਲਈਏ ਪਹਿਲਾਂ ਪੂਰਾ, ਟੈਨ 60 ਡਿਗਰੀ।
ਹੁਣ ਆ ਟੈਨ ਨਾਲ ਟੈਨ ਕੱਟਿਆ ਗਿਆ ਤੇ ਥੀਟਾ ਕਿਹਦੇ ਬਰਾबर आ गया, थीटा बराबर 60 डिग्री। तो थीटा की लिया सी मैं, उचान कोण। आ देखो लिखिया उचान कोण थीटा है, तो थीटे की वैल्यू 60 डिग्री आ गई। तो मैं की लिखांगा, इसलिए उचान कोण बराबर 60 डिग्री आंसर। आ सीगा बच्चों साडा क्वेश्चन नंबर 5। बिल्कुल सिंपल। ये ध्यान रखना कि सब तो पहला डायग्राम बड़े तरीके नाल बनाउणी आ, फिर जो डायग्राम च तुसीं बनाया उन्होंने लिख के फिर देखो आह वाला जिहड़ा रूल मैं तुहानूं दस्सिया सी साइड दे उपर, इहनूं जरूर याद रखिओ। असीं देखना वा भी सानूं वैल्यूज़ किहड़ियां दित्तियां ने, साइन दियां ने, कॉस दियां कि टैन दियां। इन्हां चों जिहड़ी वैल्यू लगेगी असीं वो लगा लांगे, जां कोसीकेंट सीकेंट कॉट कुछ भी ਜਿਹਦੇ ਨਾਲ ਸਾਡੇ ਕੋਲ ਇਹਦਾ ਸੋਲੂਸ਼ਨ ਆਉਂਦਾ ਹੋਏਗਾ, ਅਸੀਂ ਉਹ ਵੈਲਿਊ ਲਿਖ ਕੇ ਉਹਨੂੰ ਸੋਲਵ ਕਰਾਂਗੇ ਤੇ ਸਾਡੇ ਕੋਲ ਜਿਹੜਾ ਸਮ ਆ ਉਹਦਾ ਆਨਸਰ ਆ ਜਾਏਗਾ। ਬੱਚਿਓ ਇਹ ਸੀਗਾ ਕੁਐਸਚਨ ਨੰਬਰ 6 ਜਿਹੜਾ ਅਸੀਂ ਹੁਣ ਕੀਤਾ ਵਾ। ਇਹ ਸੀਗਾ ਕੁਐਸਚਨ ਨੰਬਰ 6। ਅੱਗੇ ਕਰਦੇ ਹਾਂ ਕੁਐਸਚਨ ਨੰਬਰ 7। ਆ ਦੇਖੋ ਬੱਚਿਓ ਜਿਹੜਾ ਕੁਐਸਚਨ ਨੰਬਰ 7 ਵਾ, ਇਹਦੀ ਸਟੇਟਮੈਂਟ ਦੇਖੋ ਕੀ ਆ। ਇੱਕ 15 ਮੀਟਰ ਲੰਬਾਈ ਦੀ ਪੌੜੀ एक कंध के शिखर नाल लगाई गई है, यानी कि पौड़ी की लंबाई सानू कितनी दी 15 मीटर। जे उचान कोण 60 डिग्री होवे तां कंध की उचाई पता करो। अ लैडर 15 मीटर लॉन्ग जस्ट रीचेस द टॉप ऑफ वर्टिकल वॉल। इफ द लैडर मेक्स एन एंगल 60 डिग्री ऑन द ग्राउंड फाइंड द हाइट ऑफ द वॉल। हुण देखो ये असीं ਜਿਹੜੀ ਕੰਧ ਦੀ ਜਿਹੜੀ ਉਚਾਈ ਆ ਉਹ ਪਤਾ ਕਰਨੀ ਆ, ਅਤੇ ਪੌੜੀ ਸਾਨੂੰ ਪਤਾ ਕਿ ਹਮੇਸ਼ਾ ਸਲਾਂਟ ਹਾਈਟ 'ਚ ਯਾਨੀ ਕਿ ਤਿਰਛੀ ਲਗਾਈ ਜਾਂਦੀ ਆ ਪੌੜੀ। ਔਰ ਸਭ ਤੋਂ ਪਹਿਲਾਂ ਅਸੀਂ ਡਾਇਗਰਾਮ ਬਣਾਵਾਂਗੇ ਅਤੇ ਫਿਰ ਅਸੀਂ ਕੁਐਸਚਨ ਨੂੰ ਸੋਲਵ ਕਰਾਂਗੇ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ। ਹਾਂਜੀ ਬੱਚਿਓ, 7ਵੇਂ ਕੁਐਸਚਨ ਦੀ ਸਭ ਤੋਂ ਪਹਿਲਾਂ ਅਸੀਂ ਡਾਇਗਰਾਮ ਬਣਾਉਂਦੇ ਹਾਂ। ਆ ਦੇਖੋ, ਇਹ ਮੰਨ ਲਓ ਇੱਕ ਦੀਵਾਰ ਆ, ਔਰ ਇਹ ਜਿਹੜੀ ਦੀਵਾਰ ਵਾ ਸਾਨੂੰ ਪਤਾ ਕਿ ਇਹ ਜਿਹੜੀ ਜ਼ਮੀਨ ਦੇ ਨਾਲ 90 ਡਿਗਰੀ ਦਾ ਕੋਣ ਬਣਾਉਂਦੀ ਆ ਹਮੇਸ਼ਾ ਗਰਾਊਂਡ ਦੇ ਨਾਲ, ਜਿੱਥੇ ਦੀਵਾਰ ਬਣਾਈ ਜਾਂਦੀ ਆ। ਹੁਣ ਇੱਥੇ ਜਿਹੜੀ ਪੌੜੀ ਆ ਉਹ ਹਮੇਸ਼ਾ ਥੋੜ੍ਹੀ ਤਿਰਛੀ 'ਚ ਹੁੰਦੀ ਆ ਖੜੀ, ਇਹਦੇ ਨਾਲ ਦੀਵਾਰ ਦੇ ਨਾਲ ਇਸ ਤਰ੍ਹਾਂ। ਹੁਣ ਆਹ ਮੰਨ ਲਓ ਪੌੜੀ ਆ, ਆ ਜਿਹੜੀ ਮੈਂ ਇਹਦੀ ਲਾਈਨ ਡਬਲ ਕਰ ਦਿੰਦਾ ਕਿ ਤੁਹਾਨੂੰ ਥੋੜ੍ਹਾ ਸਮਝਣ 'ਚ ਆਸਾਨੀ ਰਹੇਗੀ। ਆ ਦੇਖੋ, ਮੰਨ ਲਓ ਆ ਲੈਡਰ ਵਾ, ਇਹ ਜਿਹੜੀ ਪੌੜੀ ਆ ਇਹ ਦੀਵਾਰ ਦੇ ਨਾਲ ਲੱਗੀ ਹੋਈ ਆ। ਹੁਣ ਇਹਦਾ ਮੈਂ ਨਾਮ ਕੁਛ ਵੀ ਰੱਖ ਸਕਦਾ ਵਾਂ, ਜਿੱਧਰੋਂ ਮਰਜ਼ੀ ਤੁਸੀਂ ਸ਼ੁਰੂ ਕਰ ਲਓ। ਮੰਨ ਲਓ ਆ ਸਾਈਡ ਮੈਂ A B ਅਤੇ ਇਹਨੂੰ C ਮੰਨ ਲਿਆ। ਹੁਣ ਦੇਖੋ ਜਿਹੜੀ ਪੌੜੀ ਆ ਉਹਦੀ ਲੰਬਾਈ ਸਾਨੂੰ ਕਿੰਨੀ ਦਿੱਤੀ ਹੋਈ ਆ, 15 ਮੀਟਰ। ਉਹ ਤੁਸੀਂ ਦੇਖਿਓ ਆਪਣੀ ਸ਼ੀਟ ਦੇ ਉੱਪਰ, ਉਹਦੇ ਨਾਲ ਹੀ 15 ਮੀਟਰ। ਜਿਹੜਾ ਇਹਦਾ ਉਚਾਨ ਕੋਣ ਵਾ, ਜਿਹੜਾ ਥੱਲਿਓਂ ਉੱਪਰ ਨੂੰ ਦੇਖਣ 'ਤੇ ਜਿਹੜਾ ਬਣਦਾ ਵਾ, ਉਹ ਹੈਗਾ ਜੇ 60 ਡਿਗਰੀ ਦਾ। ਅਤੇ ਲੱਭਣਾ ਕੀ ਆ ਅਸੀਂ, ਆਹ ਜਿਹੜੀ ਦੀਵਾਰ ਵਾ ਇਹਦੀ ਉਚਾਈ, ਯਾਨੀ ਕਿ ਮੰਨ ਲਓ ਕਿ ਦੀਵਾਰ ਦੀ ਉਚਾਈ ਜਿਹੜੀ ਆ, ਹਾਈਟ ਦੀ ਜਿਹੜੀ ਆ ਉਹ H, ਅਸੀਂ H ਲੈ ਲਈਏ। ਇਹ ਹੈ ਕੀ ਆ, ਵਾਲ ਯਾਨੀ ਕਿ ਦੀਵਾਰ ਆ ਜਿਹੜੀ। ਹੁਣ ਆ ਦੇਖੋ, ਸਾਨੂੰ ਚਾਹੀਦਾ ਹਾਈਟ ਦੀਵਾਰ ਦੀ ਯਾਨੀ ਕਿ ਲੰਬ, ਅਤੇ ਇੱਕ ਸਾਡੇ ਨੂੰ ਦਿੱਤਾ ਹੋਇਆ ਵਾ ਕਰਨ। ਆ ਜਿਹੜੀ ਤਿਰਛੀ ਉਚਾਈ ਆ ਜਿਹੜੀ ਪੌੜੀ ਦੀ, ਕਰਨ ਦਿੱਤਾ ਵਾ। ਹੁਣ ਇਹ ਫਾਰਮੂਲਾ ਕਿਹੜਾ ਬਣਦਾ, ਲੰਬ ਬਟਾ ਕਰਨ ਦਾ। ਹੁਣ ਆ ਦੇਖੋ, ਮੈਂ ਸਾਈਡ 'ਤੇ ਫਿਰ ਉਹੀ ਰੂਲ ਲਿਖਿਆ ਹੋਇਆ ਵਾ, ਸਾਈਨ ਕੋਸ ਟੈਨ ਵਾਲਾ, ਪੰਡਿਤ ਬਦਰੀ ਪ੍ਰਸਾਦ ਹਰ ਹਰ ਬੋਲ। ਹੁਣ ਇੱਥੇ ਲੰਬ ਬਟਾ ਕਰਨ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਜਿਹੜੀ ਵਰਕਸ਼ੀਟ 8 ਦੀ ਵੀਡੀਓ ਪਾਈ ਆ ਉਹ 'ਚ ਮੈਂ ਸਾਰਾ ਕੁਛ ਲਿਖਿਆ ਹੋਇਆ ਵਾ। ਇਹ ਲੰਬ ਅਤੇ ਆ ਕਰਨ, ਇਹ ਆਧਾਰ ਅਤੇ ਫਿਰ ਆ ਕਰਨ, ਅਤੇ ਇਹ ਵਾਲਾ ਲੰਬ ਅਤੇ ਇਹ ਆਧਾਰ। ਹੁਣ ਸਾਡੇ ਕੋਲ ਲੰਬ ਅਤੇ ਕਰਨ ਇਹ ਦੋ ਚੀਜ਼ਾਂ ਨੇ, ਯਾਨੀ ਕਿ ਸਾਈਨ ਦਾ ਫਾਰਮੂਲਾ ਲੱਗੇਗਾ ਅਤੇ ਸਾਈਨ 60 ਡਿਗਰੀ ਦਾ, ਕਿਉਂਕਿ ਸਾਨੂੰ ਜਿਹੜਾ ਕੋਣ ਵਾ ਉਹ ਦਿੱਤਾ ਹੋਇਆ 60 ਡਿਗਰੀ। ਹੁਣ ਚਲੋ ਸ਼ੁਰੂ ਕਰਦੇ ਹਾਂ ਇਹਦੀ ਕੈਲਕੂਲੇਸ਼ਨ। ਇਹ ਸੀ ਕਿ ਡਾਇਗਰਾਮ ਬਿਲਕੁਲ ਈਜ਼ੀ ਕੁਐਸਚਨ। ਸਭ ਤੋਂ ਪਹਿਲਾਂ ਕੀ ਲਿਖਾਂਗੇ, ਸਾਨੂੰ ਕੀ ਦਿੱਤਾ ਆ, ਪੌੜੀ ਦੀ ਲੰਬਾਈ। ਪੌੜੀ ਦੀ ਲੰਬਾਈ ਜਿੰਨੀ ਦਿੱਤੀ ਹੋਈ ਆ ਉਨੀ ਲਿਖ ਲਓ, 15 ਮੀਟਰ। ਉਸ ਤੋਂ ਬਾਅਦ
ਜ਼ਮੀਨ 'ਤੇ ਜਿਹੜਾ ਉਚਾਨ ਕੋਣ ਬਣਿਆ ਆ ਗਰਾਊਂਡ ਲੈਵਲ ਆ, ਜ਼ਮੀਨ ਆ 60 ਡਿਗਰੀ ਯਾਨੀ ਕਿ 60 ਡਿਗਰੀ। ਅਸੀਂ ਇਹ ਲਿਖਾਂਗੇ ਜ਼ਮੀਨ 'ਤੇ ਉਚਾਨ ਕੋਣ ਇਹ ਕਿਹਦੇ ਬਰਾਬਰ ਆ 60 ਡਿਗਰੀ। ਉਸ ਤੋਂ ਬਾਅਦ ਕੱਢਣਾ ਕੀ ਆ ਅਸੀਂ ਕੰਧ ਦੀ ਉਚਾਈ ਯਾਨੀ ਕਿ ਹਾਈਟ ਆਫ ਵਾਲ। ਹੁਣ ਮੈਂ ਇੱਥੇ ਕੀ ਲਿਖਾਂਗਾ ਲੈਟ ਕਰ ਲਾਂਗਾ, ਜਿਸ ਤਰ੍ਹਾਂ ਪਿਛਲੇ ਕੁਐਸਚਨ 'ਚ ਕੋਣ ਕੀਤਾ ਸੀ ਇਹਦੇ 'ਚ ਅਸੀਂ ਇਹਦੀ ਉਚਾਈ ਲੈਟ ਕਰ ਲਓ। ਮੰਨ ਲਓ ਕੰਧ ਦੀ ਉਚਾਈ, ਸਵਾਲ ਮੀਟਰਾਂ ਵਿੱਚ ਵਾ ਤੇ ਇਹਨੂੰ ਵੀ ਤੁਸੀਂ ਮੀਟਰ 'ਚ ਹੀ ਲੈ ਲਓ, h ਮੀਟਰ। ਇਹ ਅਸੀਂ ਕੰਧ ਦੀ ਉਚਾਈ ਮੰਨ ਲਈ। ਹੁਣ ਇੱਥੇ ਹੁਣ ਸਾਈਨ ਦਾ ਫਾਰਮੂਲਾ ਲੱਗੇਗਾ, ਕੀ ਲਿਖਾਂਗੇ ਇਸ ਲਈ ਸਾਈਨ 60 ਡਿਗਰੀ ਬਰਾਬਰ ਕੀ ਆਏਗਾ BC ਲੰਬ ਤੇ ਇਹਦਾ ਕਰਨ AC। ਦੇਖੋ ਬੱਚਿਓ ਜਦੋਂ ਲੰਬ ਜਾਂ ਕਰਨ ਦਾ ਨਾਮ ਜਦੋਂ ਬਦਲਦਾ ਵਾ ਉਦੋਂ ਫਰਕ ਕਿੱਥੇ ਪੈਂਦਾ ਵਾ ਕਿ ਮੰਨ ਲਓ ਮੈਂ ਆਹ ਵਾਲਾ A ਇੱਥੇ ਲਿਖਦਾ ਤੇ C ਥੱਲੇ ਲੈ ਆਵਾਂ ਤੇ ਲੰਬ ਕਿਹੜਾ ਹੋ ਜਾਏਗਾ AB। ਤੁਸੀਂ ਇੱਥੋਂ ਨਹੀਂ ਘਬਰਾਉਣਾ, ਜੋ ਡਾਇਗਰਾਮ 'ਚ ਤੁਸੀਂ ਜਿੱਧਰ ਨੂੰ ਦਿੱਤਾ ਵਾ ਤੁਸੀਂ ਉਹੀ ਲਿਖਣਾ ਵਾ। ਇਹ ਨਾ ਸੋਚੋ ਕਿ ਪਿਛਲੇ ਕੁਐਸਚਨ 'ਚ ਲੰਬ ਜਿਹੜਾ ਸੀਗਾ ਉਹ AB ਆ ਤੇ ਹੁਣ ਲੰਬ ਜਿਹੜਾ ਉਹ BC ਹੋ ਗਿਆ। ਫਰਕ ਕੀ ਹੈ ਮੈਂ ਤੁਹਾਨੂੰ ਦੱਸ ਦਿੱਤਾ, ਜੇ ਇੱਥੇ C ਆ ਜਾਏਗਾ ਤੇ ਇੱਥੇ A ਚੱਲ ਜਾਏਗਾ ਤੇ ਫਿਰ ਲੰਬ AB ਤੇ ਕਰਨ ਕੀ ਹੋਏਗਾ ਕਰਨ AC ਹੀ ਰਹੇਗਾ ਕਿਉਂਕਿ B ਸਮਕੋਣ ਵਾ। ਬਸ ਇਹ ਜੇ, ਇਹਦੇ 'ਚ ਹੋਰ ਕੋਈ ਫਰਕ ਨਹੀਂ ਹੈਗਾ। ਤੇ ਇਸ ਤਰ੍ਹਾਂ ਦੀ ਆਹ ਦੇਖ ਕੇ ਨਾਮ ਤੇ ਘਬਰਾਉਣਾ ਨਹੀਂ। ਹੁਣ ਇਹਦੀਆਂ ਵੈਲਿਊਜ਼ ਲਿਖ ਲਈਏ ਅਸੀਂ। ਸਾਈਨ 60 ਡਿਗਰੀ ਦੀ ਵੈਲਿਊ ਜਿਹੜੀ ਆ ਤੁਸੀਂ ਆਪਣੇ ਟੇਬਲ 'ਚ ਦੇਖਿਓ ਵਰਗਮੂਲ 3/2 ਇਹਦੀ ਵੈਲਿਊ ਆ। ਉਸ ਤੋਂ ਬਾਅਦ BC ਅਸੀਂ H ਮੰਨਿਆ ਤੇ AC ਜਿਹੜੀ ਪੌੜੀ ਦੀ ਲੰਬਾਈ ਸੀ ਉਹ ਕਿੰਨੀ ਆ 15, ਇੱਥੇ ਲਿਖ ਲਈ। ਆਹ ਦੇਖੋ ਬੱਚੇ ਹੁਣ ਇਸ ਤੋਂ ਬਾਅਦ H ਦੀ ਵੈਲਿਊ ਅਸੀਂ ਕੱਢਣੀ ਆ, ਇਹਨੂੰ ਇੱਧਰ ਤਿਰਛੀ ਗੁਣਾ ਕਰ ਦਾਂਗੇ 15 ਉੱਪਰ ਚੱਲ ਜਾਏਗਾ। ਬਾਕੀ ਸਾਨੂੰ ਕੋਈ ਵੀ ਹੋਰ ਰਕਮ ਜਿਹੜੀ ਹਿਲਾਉਣ ਦੀ ਲੋੜ ਨਹੀਂ ਆ। ਇਹ ਆ ਗਿਆ 15 ਵਰਗਮੂਲ 3/2 ਬਰਾਬਰ H। ਹੁਣ ਆਹ ਦੇਖੋ ਬੱਚਿਓ ਇਹਦੇ 'ਚੋਂ ਕੋਈ ਕਟਿੰਗ ਨਹੀਂ ਹੁੰਦੀ, ਜੇ ਅਸੀਂ 15 ਨੂੰ 2 ਨਾਲ ਕਟਿੰਗ ਕਰਾਂਗੇ ਤਾਂ 7.5 ਆ ਜਾਏਗਾ। ਇਹਦੀ ਕਟਿੰਗ ਕਰਨ ਦੀ ਲੋੜ ਨਹੀਂ ਆ। ਤੇ H ਕੀ ਸੀ ਦੀਵਾਰ ਦੀ ਉਚਾਈ ਜਿਹੜੀ ਅਸੀਂ ਮੰਨੀ ਸੀ, ਤੇ ਇਸ ਲਈ ਇੱਥੇ ਅਸੀਂ ਕੀ ਲਿਖਾਂਗੇ ਦੀਵਾਰ ਦੀ ਉਚਾਈ ਜਾਂ ਕੰਧ ਦੀ ਉਚਾਈ ਜਿਹੜੀ ਅਸੀਂ ਲੈਟ ਕੀਤੀ ਸੀ ਕਿੰਨੀ ਸੀ H ਮੀਟਰ, ਤੇ ਉਹ ਕਿਹਦੇ ਬਰਾਬਰ ਆ ਗਈ 15 ਵਰਗਮੂਲ 3/2 ਮੀਟਰ। ਤੇ ਇਹ ਸਾਡਾ ਜਿਹੜਾ ਕੁਐਸਚਨ ਨੰਬਰ 7 ਸੀਗਾ ਉਹਦਾ ਆਨਸਰ ਆ ਗਿਆ। ਇਹ ਦੀਵਾਰ ਦੀ ਉਚਾਈ ਆ ਗਈ 15 ਵਰਗਮੂਲ 3/2। ਬਿਲਕੁਲ ਈਜ਼ੀ ਕੁਐਸਚਨ ਨੇ ਬੱਚਿਓ। ਡਾਇਗਰਾਮ ਦੀ ਸਾਰੀ ਗੱਲ ਜੇ, ਡਾਇਗਰਾਮ ਆਰਾਮ ਨਾਲ ਬਣਾ ਲਓ। ਔਰ ਉਸ ਤੋਂ ਬਾਅਦ ਕਿ ਅਸੀਂ ਸਾਈਨ ਕੋਸ ਟੈਨ ਕਿਸ ਤਰ੍ਹਾਂ ਲੈਣੇ ਆ ਇਹਦਾ ਧਿਆਨ ਰੱਖਣਾ ਜੇ। ਆਹ ਜਿਹੜੀ ਚੀਜ਼ ਆ ਸਭ ਤੋਂ ਇੰਪੋਰਟੈਂਟ ਇਹਦੇ 'ਚ ਇਹੀ ਜੇ, ਇਹ ਫਾਰਮੂਲੇ ਨੂੰ ਬੜੇ ਧਿਆਨ ਨਾਲ ਲਿਖ ਲੈਣਾ। ਉਸ ਤੋਂ ਬਾਅਦ ਇਹਦੇ ਨਾਲ ਤੁਸੀਂ ਇਸੇ ਤਰ੍ਹਾਂ ਹੀ ਪਰਪੈਂਡੀਕੂਲਰ ਹਾਈਪੋਟੀਨਿਊਸ ਬੇਸ ਹਾਈਪੋਟੀਨਿਊਸ ਪਰਪੈਂਡੀਕੂਲਰ ਬੇਟਾ ਆ ਜਿਹੜਾ ਬੇਸ ਵਾ ਇਹ ਸਾਰੇ ਲਿਖ ਲਿਓ। ਪੰਜਾਬੀ 'ਚ ਵੀ ਮੈਂ ਨਾਲ ਲਿਖ ਦਿੱਤੇ ਆ, ਪਿਛਲੀ ਵੀਡੀਓ 'ਚ ਵੀ ਮੈਂ ਸਾਰਾ ਐਕਸਪਲੇਨ ਕੀਤਾ ਹੋਇਆ। ਉੱਥੋਂ ਦੇਖ ਕੇ ਤੇ ਤੁਸੀਂ ਫਿਰ ਦੇਖਣਾ ਵਾ ਵੀ ਸਾਨੂੰ ਕਿਹੜੀਆਂ ਦੋ ਚੀਜ਼ਾਂ ਦਿੱਤੀਆਂ ਨੇ ਔਰ ਉਹਦੇ ਵਾਸਤੇ ਸਾਈਨ ਦਾ ਫਾਰਮੂਲਾ ਬਣਦਾ, ਕੋਸ ਦਾ ਕਿ ਟੈਨ ਦਾ, ਜਾਂ ਕੋਸੀਕੈਂਟ ਸੀਕੈਂਟ ਕੋਟੈਂਜੈਂਟ ਜਿਹੜਾ ਵੀ ਬਣੇਗਾ ਉਹ ਤੁਸੀਂ ਲਗਾ ਕੇ ਉਹਦੀ ਟੇਬਲ ਵੈਲਿਊ ਲਿਖ ਕੇ ਆਨਸਰ ਕੱਢ ਲੈਣਾ। ਬਿਲਕੁਲ ਈਜ਼ੀ ਕੁਐਸਚਨ ਨੇ। ਚਲੋ ਦੇਖਦੇ ਹਾਂ ਇਸ ਤੋਂ ਬਾਅਦ ਕੁਐਸਚਨ ਨੰਬਰ 8। ਆ ਦੇਖੋ ਬੱਚਿਓ ਕੁਐਸਚਨ ਨੰਬਰ 8 ਕੀ ਆ। ਹਨੇਰੀ ਆਉਣ ਨਾਲ ਇੱਕ ਦਰਖਤ ਟੁੱਟ ਜਾਂਦਾ ਹੈ ਅਤੇ ਟੁੱਟਿਆ ਹੋਇਆ ਭਾਗ ਇਸ ਤਰ੍ਹਾਂ ਨਾਲ ਮੁੜ ਜਾਂਦਾ ਹੈ ਕਿ ਦਰਖਤ ਦਾ ਸਿਖਰ ਜ਼ਮੀਨ ਨੂੰ ਛੂਹਣ ਲੱਗਦਾ ਹੈ ਅਤੇ ਇਸ ਦੇ ਨਾਲ 30 ਡਿਗਰੀ ਦਾ ਕੋਣ ਬਣਾਉਂਦਾ ਹੈ। 30 ਡਿਗਰੀ ਦਾ ਕੋਣ ਕਿਹਦੇ ਨਾਲ ਬਣਾਉਂਦਾ ਜ਼ਮੀਨ ਦੇ ਨਾਲ, ਕਿਉਂਕਿ ਜਿਹੜਾ ਦਰਖਤ ਦਾ ਸਿਖਰ ਟੁੱਟ ਕੇ ਥੱਲੇ ਡਿੱਗਾ ਸੀਗਾ ਉਹ ਜ਼ਮੀਨ ਨੂੰ ਛੂੰਹਦਾ ਵਾ ਤੇ ਜ਼ਮੀਨ ਦੇ ਨਾਲ ਕੋਣ 30 ਡਿਗਰੀ ਦਾ ਬਣਾਉਂਦਾ। ਦਰਖਤ ਦੇ ਆਧਾਰ ਬਿੰਦੂ ਤੋਂ ਜਿੱਥੇ ਦਰਖਤ ਦਾ ਸਿਖਰ ਜ਼ਮੀਨ ਨੂੰ ਛੂੰਹਦਾ ਹੈ ਦੀ ਦੂਰੀ 8 ਮੀਟਰ ਹੈ ਤੇ ਦਰਖਤ ਦੀ ਉਚਾਈ ਪਤਾ ਕਰੋ। ਅਸੀਂ ਦਰਖਤ ਦੀ ਉਚਾਈ ਪਤਾ ਕਰਨੀ ਆ। ਦਰਖਤ ਦੀ ਜੜ ਯਾਨੀ ਕਿ ਆਧਾਰ ਜਿਹੜਾ ਉਹਦਾ ਸੀਗਾ ਜਿਹੜਾ ਜ਼ਮੀਨ ਦੇ ਨਾਲ ਸੀਗਾ ਆਧਾਰ ਬਿੰਦੂ, ਉੱਥੋਂ ਜਿੱਥੇ ਦਰਖਤ ਟੁੱਟ ਕੇ ਥੱਲੇ ਜੁੜਿਆ ਆਣ ਕੇ
ਉਹਦੀ ਦੂਰੀ ਕਿੰਨੀ ਆ 8 ਮੀਟਰ। ਇੱਕ ਸਾਨੂੰ ਕੋਣ ਦੇ ਦਿੱਤਾ 30 ਡਿਗਰੀ, ਅਤੇ ਸਾਨੂੰ ਕਹਿ ਦਿੱਤਾ ਕਿ ਜਿਹੜਾ ਦਰਖਤ ਵਾ ਉਹਦੀ ਉਚਾਈ ਪਤਾ ਕਰੋ। ਹੁਣ ਬੱਚਿਓ ਇਸੇ ਕੁਐਸਚਨ ਦੀ ਸਭ ਤੋਂ ਪਹਿਲਾਂ ਅਸੀਂ ਡਾਇਗਰਾਮ ਬਣਾਵਾਂਗੇ, ਫਿਰ ਡਾਇਗਰਾਮ ਬਣਾ ਕੇ ਦੇਖਾਂਗੇ ਕਿ ਸਾਨੂੰ ਕਿਹੜੀ ਚੀਜ਼ ਦੀ ਲੋੜ ਵਾ, ਫਿਰ ਅਸੀਂ ਉਹ ਫਾਈਂਡ ਕਰਾਂਗੇ। ਚਲੋ ਸਭ ਤੋਂ ਪਹਿਲਾਂ ਡਾਇਗਰਾਮ ਬਣਾਈਏ। 8ਵੇਂ ਕੁਐਸਚਨ ਵਾਸਤੇ ਸਭ ਤੋਂ ਪਹਿਲਾਂ ਅਸੀਂ ਡਾਇਗਰਾਮ ਬਣਾਵਾਂਗੇ। ਆਹ ਦੇਖੋ ਬੱਚਿਓ, ਮੰਨ ਲਓ ਕਿ ਮੈਂ ਇੱਥੇ ਇੱਕ ਦਰਖਤ ਬਣਾ ਲਿਆ। ਆਹ ਦੇਖੋ, ਇਹ ਮੰਨ ਲਓ ਦਰਖਤ ਆ, ਔਰ ਮੈਂ ਇਹਦਾ ਨਾਮ ਰੱਖ ਲਿਆ A ਅਤੇ ਇੱਧਰ ਰੱਖ ਲਿਆ B। ਇੱਥੋਂ ਜ਼ਮੀਨ ਦੇ ਨਾਲ ਵਾ, ਇੱਧਰ ਮੈਂ ਜ਼ਮੀਨ ਬਣਾ ਲੈਣਾ ਇੱਥੇ, ਅਤੇ ਦਰਖਤ ਤੁਹਾਨੂੰ ਪਤਾ ਕਿ ਜ਼ਮੀਨ ਦੇ ਨਾਲ ਪੂਰਾ 90 ਡਿਗਰੀ ਦੇ ਕੋਣ 'ਤੇ ਹੁੰਦਾ, ਯਾਨੀ ਕਿ ਲੰਬ ਬਣਾਉਂਦਾ। ਹੁਣ ਕੁਐਸਚਨ ਧਿਆਨ ਨਾਲ ਸਮਝਿਓ। ਕੁਐਸਚਨ 'ਚ ਕੀ ਲਿਖਿਆ ਕਿ ਹਨੇਰੀ ਆਉਣ ਨਾਲ ਦਰਖਤ ਟੁੱਟ ਜਾਂਦਾ ਹੈ, ਅਤੇ ਟੁੱਟਿਆ ਹੋਇਆ ਭਾਗ ਇਸ ਤਰ੍ਹਾਂ ਨਾਲ ਮੁੜ ਜਾਂਦਾ ਹੈ ਕਿ ਦਰਖਤ ਦਾ ਸਿਖਰ ਜ਼ਮੀਨ ਨੂੰ ਛੂਹਣ ਲੱਗਦਾ ਹੈ। ਹੁਣ ਮੰਨ ਲਓ ਇਹੀ A ਸਿਰਾ, ਹਨੇਰੀ ਆਈ, ਇਹ ਇੱਥੋਂ ਕਿਤੋਂ ਦਰਖਤ ਟੁੱਟਾ, ਅਤੇ ਇਹੀ ਹਿੱਸਾ ਆਣ ਕੇ A ਵਾਲਾ ਇੱਥੇ ਛੂਹਣ ਲੱਗ ਪਿਆ ਜ਼ਮੀਨ ਨੂੰ। ਹੁਣ ਮੈਂ ਇੱਥੇ ਕੀ ਕਰਦਾ ਵਾਂ, ਮੰਨ ਲਓ ਇੱਥੋਂ ਦਰਖਤ ਟੁੱਟਾ, ਇਹਦੇ ਨਾਲ ਆ ਕੇ ਟੱਚ ਕੀਤਾ, ਮੈਂ ਇੱਥੋਂ ਇਹਦੀ ਲਾਈਨ ਵੱਖਰੀ ਬਣਾ ਦਿੱਤੀ। ਆਹ ਦੇਖੋ, ਇਹੀ ਹਿੱਸਾ ਟੁੱਟਾ ਵਾ, ਇਹ ਟੁੱਟ ਕੇ ਤੇ ਮੁੜਿਆ ਥੱਲੇ ਨੂੰ, ਇਸ ਤਰ੍ਹਾਂ ਗਿਆ ਥੱਲੇ, ਆਣ ਕੇ ਇੱਥੇ ਛੂ ਗਿਆ, ਯਾਨੀ ਕਿ A ਸਿਖਰ ਇੱਥੇ ਆ ਗਿਆ, ਇਹ ਵਾਲਾ ਜਿਹੜਾ ਉੱਪਰ ਸੀਗਾ ਦਰਖਤ ਦਾ, ਇਹ ਥੱਲੇ ਆ ਗਿਆ। ਜਿੱਥੋਂ ਟੁੱਟਾ ਵਾ ਉਹਨੂੰ ਮੈਂ ਬਿੰਦੂ ਲੈ ਲਿਆ C, ਕਿ ਇਹ ਇੱਥੋਂ ਟੁੱਟਾ ਦਰਖਤ। ਹੁਣ ਦਰਖਤ ਦੀ ਲੰਬਾਈ ਸਾਰੀ ਕਿਹੜੀ ਸੀਗੀ, AB, ਜਿਹੜੀ ਦਰਖਤ ਦੀ ਲੰਬਾਈ ਜਾਂ ਉਚਾਈ। ਹੁਣ ਇਹ ਦੋ ਹਿੱਸਿਆਂ 'ਚ ਵੰਡੀ ਗਈ, ਕਿੱਥੋਂ ਤੱਕ, ਇੱਕ AC ਅਤੇ ਇੱਕ CB, ਦੋ ਹਿੱਸੇ ਹੋ ਗਏ, ਕਿਉਂਕਿ ਇਹ ਟੁੱਟ ਕੇ ਇੱਧਰ ਆ ਗਿਆ, ਯਾਨੀ ਕਿ ਦਰਖਤ ਦੀ ਲੰਬਾਈ ਜਿਹੜੀ ਆ ਉਹ ਅੱਧੀ ਇੱਧਰ ਨੂੰ ਆ ਗਈ AC ਅਤੇ ਇੱਕ CB। ਅਤੇ ਜੇ ਅਸੀਂ ਇੱਥੋਂ ਦੇਖ ਲਈਏ ਤਾਂ ਇਹ ਵੀ ਉਹੀ ਆ AC ਅਤੇ CB। ਅਸੀਂ ਮੈਂ ਇਹਦਾ ਨਾਮ ਨਹੀਂ ਬਦਲਿਆ, ਇਹਦਾ ਨਾਮ ਬਦਲ ਕੇ ਕਈ ਵਾਰੀ ਕੁਐਸਚਨ ਇੱਥੇ ਕੁਛ ਹੋਰ ਨਾਮ DEF ਕੁਛ ਵੀ ਲਿਖ ਸਕਦੇ ਆ, ਫਿਰ ਬਾਅਦ ਵਿੱਚ ਵੀ ਸਾਨੂੰ ਲਿਖਣਾ ਪੈਂਦਾ ਕਿ ਆਹ ਜਿਹੜੀ ਲੰਬਾਈ ਆ ਉਹ ਇਹਦੇ ਬਿਲਕੁਲ ਬਰਾਬਰ ਆ। ਤੁਹਾਨੂੰ ਇੱਥੇ ਡਾਇਗਰਾਮ 'ਚ ਦੇਖ ਕੇ ਥੋੜ੍ਹਾ ਲੱਗਦਾ ਹੋਏਗਾ ਵੀ ਆਹ ਲਾਈਨ ਛੋਟੀ ਆ, ਇਹ ਸਿਰਫ ਤੁਸੀਂ ਕੁਐਸਚਨ ਨੂੰ ਸਮਝਣਾ ਵਾ ਕਿ ਇਹੀ ਲੰਬਾਈ ਆ ਦੀ ਦਰਖਤ ਦੀ, ਜਿਹੜਾ ਟੁੱਟ ਕੇ ਥੱਲੇ ਡਿੱਗਾ, ਅਤੇ ਬਾਕੀ ਆਹ ਵਾਲੀ। ਅਤੇ ਜੇ ਅਸੀਂ ਇਹਨੂੰ ਸਿੱਧਾ ਖੜਾ ਕਰ ਦਈਏ ਤਾਂ ਇਹ ਫਿਰ ਇੱਥੇ ਆ ਜਾਏਗਾ, ਅਤੇ ਉਹ ਲੰਬਾਈ ਕੀ ਬਣ ਗਈ AC + CB। ਅਸੀਂ ਆਹ ਫਾਈਂਡ ਕਰਨੀ ਆ। ਹੁਣ ਸਾਨੂੰ ਦਿੱਤਾ ਕੀ ਆ, ਉਹ ਦੇਖੋ, ਜਦੋਂ ਦਰਖਤ ਟੁੱਟ ਕੇ ਜ਼ਮੀਨ ਦੇ ਨਾਲ ਜੁੜਿਆ, ਅਤੇ ਇਹ ਕਹਿੰਦੇ ਜ਼ਮੀਨ ਦੇ ਨਾਲ ਇੱਥੇ ਕੋਣ ਕਿੰਨੇ ਡਿਗਰੀ ਦਾ ਬਣਾ ਰਿਹਾ, 30 ਡਿਗਰੀ ਦਾ। ਸਭ ਤੋਂ ਪਹਿਲਾਂ ਇਹ ਲਿਖ ਲਿਆ। ਉਸ ਤੋਂ ਬਾਅਦ ਅਗਲੀ ਗੱਲ ਕੀ ਲਿਖਦੇ ਆ ਕਿ ਲਾਸਟ ਲਾਈਨ ਤੁਸੀਂ ਦੇਖਿਓ, ਦਰਖਤ ਦੇ ਆਧਾਰ ਬਿੰਦੂ ਦੀ ਦੂਰੀ, ਜਿੱਥੇ ਦਰਖਤ ਦਾ ਸਿਖਰ ਜ਼ਮੀਨ ਨੂੰ ਛੂੰਹਦਾ ਹੈ, ਉਹ ਕਿੰਨਾ ਦਿੱਤਾ ਵਾ, 8 ਮੀਟਰ। ਯਾਨੀ ਕਿ ਇੱਥੇ ਸਿਖਰ ਛੂਹਿਆ, ਆਹ ਦਰਖਤ ਦਾ ਆਧਾਰ ਸੀਗਾ ਜਿੱਥੇ ਦਰਖਤ ਖੜਾ ਸੀਗਾ, ਉੱਪਰੋਂ ਟੁੱਟ ਕੇ ਇੱਥੇ ਆਇਆ, ਅਤੇ ਇਹਨਾਂ ਦੋਵਾਂ ਦੀ ਦੂਰੀ ਆਪਸ 'ਚ ਕਿੰਨੀ ਹੋ ਗਈ, 8 ਮੀਟਰ। ਇੱਥੇ ਆ ਗਿਆ 8 ਮੀਟਰ। ਇਹ ਬੱਚਿਓ ਸਾਨੂੰ ਸਾਡੀ ਸਟੇਟਮੈਂਟ 'ਚ ਦਿੱਤਾ ਹੋਇਆ ਜੇ। ਆਹ ਦਰਖਤ ਦੀ ਉਚਾਈ ਅਸੀਂ ਪਤਾ ਕਰਨੀ ਆ। ਮੈਂ ਇਹਦਾ ਨਾਮ ਨਹੀਂ ਚੇਂਜ ਕੀਤਾ, ਸਿਖਰ ਟੁੱਟਾ ਵਾ ਇੱਥੋਂ A ਤੋਂ C ਤੱਕ ਦਰਖਤ ਟੁੱਟਾ ਵਾ। ਮੈਂ ਇੱਧਰ ਨੂੰ ਜਦੋਂ ਇਹਨੂੰ ਲਿਆਂਦਾ ਤਾਂ ਮੈਂ ਉਹਦਾ ਨਾਮ ਫਿਰ A ਅਤੇ C ਰੱਖਿਆ। ਅਸੀਂ ਇਹਦਾ ਨਾਮ ਬਦਲ ਕੇ ਕੁਛ ਹੋਰ ਵੀ ਰੱਖ ਸਕਦੇ ਹਾਂ, ਮੈਂ ਸਿਰਫ ਇਸ ਕਰਕੇ ਲਿਆ ਕਿ ਤੁਹਾਨੂੰ ਇਸ ਕੁਐਸਚਨ ਦੇ ਵਿੱਚ ਕੋਈ ਕਨਫਿਊਜ਼ਨ ਨਾ ਹੋਵੇ। ਅੱਛਾ ਚਲੋ, ਇਹ ਡਾਇਗਰਾਮ ਹੋ ਗਈ। ਹੁਣ ਦੇਖੋ ਅਸੀਂ ਲੱਭਣਾ ਕੀ ਆ, ਆਹ ਹਿੱਸਾ ਯਾਨੀ ਕਿ ਲੰਬ, ਅਤੇ ਲੰਬ ਦੇ ਨਾਲ ਸਾਨੂੰ ਦਿੱਤਾ ਕੀ ਹੋਇਆ ਵਾ, ਆਧਾਰ, ਅਤੇ ਲੰਬ ਬਟਾ ਆਧਾਰ ਮੈਂ ਹੁਣੇ ਤੁਹਾਨੂੰ ਫਾਰਮੂਲਾ ਦੱਸਿਆ ਸੀ ਉਹ ਕਿਹਦਾ ਵਾ। ਆਹ ਦੇਖੋ ਉੱਪਰ, ਆਹ ਦੇਖੋ, ਲੰਬ ਬਟਾ ਆਧਾਰ ਯਾਨੀ ਪਰਪੈਂਡੀਕੂਲਰ ਬਟਾ ਬੇਸ ਟੈਨ ਦਾ। ਹੁਣ ਇਸ ਕੁਐਸਚਨ ਦੇ ਵਿੱਚ ਜਿਹੜਾ ਸਾਡਾ ਕੁਐਸਚਨ ਨੰਬਰ ਆਹ ਵਾਲਾ 8 ਵਾ, ਇੱਥੇ ਟੈਨ ਦਾ ਫਾਰਮੂਲਾ ਲੱਗੇਗਾ, ਟੈਨ 30 ਡਿਗਰੀ ਦਾ। ਅਤੇ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਸਾਨੂੰ
ਇੱਕ ਟੈਨ ਦੀ ਲੋੜ ਪੈਂਦੀ ਆ ਅਤੇ ਦੂਸਰੀ ਕਿਸ ਚੀਜ਼ ਦੀ ਲੋੜ ਪੈਂਦੀ ਆ। ਅਸੀਂ ਇਹ ਦੋਨੋਂ ਚੀਜ਼ਾਂ ਧਿਆਨ 'ਚ ਰੱਖਣੀਆਂ ਨੇ। ਉਹ ਕਿਉਂਕਿ ਇਹਦੇ 'ਚ ਸਾਨੂੰ ਇੱਕ ਕਰਨ ਦੀ ਲੋੜ ਵੀ ਪੈਣੀ ਆ, ਕਿਉਂਕਿ ਜਿਹੜੀ ਸਾਡੀ ਟਰਾਇੰਗਲ ਬਣ ਰਹੀ ਆ ਉਹ ਹੁਣ ਹੈਗੀ ਆ ABC। ਇੱਥੋਂ ਤੇ ਅਸੀਂ ਇੰਨਾ ਹਿੱਸਾ ਕੱਢ ਲਾਂਗੇ CB, ਟੈਨ ਦਾ ਫਾਰਮੂਲਾ ਲਗਾ ਕੇ ਲੰਬ ਬਟਾ ਆਧਾਰ। ਪਰ ਜਦੋਂ ਸਾਨੂੰ ਆਹ ਫਾਰਮੂਲਾ ਕੱਢਣਾ ਪਏਗਾ, ਇੱਥੋਂ ਕਰਨ ਕੱਢਣਾ ਪਏਗਾ। ਆਧਾਰ ਦਿੱਤਾ ਵਾ ਅਤੇ ਆਧਾਰ ਦੇ ਨਾਲ ਸਾਨੂੰ ਕਰਨ ਫਾਈਂਡ ਕਰਨਾ ਪੈਣਾ, ਕਿਉਂਕਿ ਆਹ ਹਿੱਸਾ ਟੁੱਟ ਕੇ ਇੱਧਰ ਆ ਗਿਆ। ਹੁਣ ਇਹ ਹਿੱਸਾ AC ਬਣ ਗਿਆ ਤ੍ਰਿਭੁਜ ਦਾ ਕਰਨ। ਅਤੇ ਕਰਨ ਦਾ ਫਾਰਮੂਲਾ ਕੀ ਆ, ਜਿਹੜਾ ਆ ਦੇਖੋ ਆਧਾਰ ਬਟਾ ਕਰਨ ਦਾ ਫਾਰਮੂਲਾ ਹੈਗਾ ਜੀ ਕੌਸ ਦਾ। ਦੂਸਰਾ ਫਾਰਮੂਲਾ ਇਹਦੇ 'ਚ ਲੱਗੇਗਾ, ਆ ਦੇਖੋ ਕੌਸ ਦਾ ਬੇਸ ਬਟਾ ਹਾਈਪੋਟੀਨਿਊਜ਼ ਯਾਨੀ ਆਧਾਰ ਬਟਾ ਕਰਨ। ਇਹ ਦੋ ਫਾਰਮੂਲੇ ਲੱਗਣਗੇ। ਹੁਣ ਲੱਗਣੇ ਕਿਸ ਤਰ੍ਹਾਂ ਵਾ, ਚਲੋ ਦੇਖਦੇ ਹਾਂ, ਕਿਉਂਕਿ ਸਾਨੂੰ ਇਹ 'ਚ ਦੋ ਚੀਜ਼ਾਂ ਲੱਭਣੀਆਂ ਪੈਣੀਆਂ ਨੇ। ਦੇਖੋ ਇੱਥੋਂ ਟਰਾਇੰਗਲ ਨਹੀਂ ਬਣਦੀ ਪਈ A ਤੋਂ, ਇਸ ਕਰਕੇ ਸਾਨੂੰ ਪਹਿਲਾਂ ਤਾਂ ਆਹ ਹਿੱਸਾ ਕੱਢਣਾ ਪਏਗਾ CB, ਉਸ ਤੋਂ ਬਾਅਦ ਇੱਕ ਸਾਨੂੰ ਇਹਦਾ ਕਰਨ ਕੱਢਣਾ ਪਏਗਾ, ਆਹ ਵਾਲਾ ਹਿੱਸਾ। ਚਲੋ ਦੇਖਦੇ ਹਾਂ ਇਹਦਾ ਸੋਲੂਸ਼ਨ ਕਿ ਲਿਖਾਂਗੇ ਇਹਨੂੰ ਅਸੀਂ ਕਿਸ ਤਰ੍ਹਾਂ। ਸਭ ਤੋਂ ਪਹਿਲਾਂ ਅਸੀਂ ਮੰਨ ਲਈਏ ਕਿ ਆਹ ਜਿਹੜਾ ਦਰਖਤ ਵਾ ਪੂਰਾ, ਇਹਦੀ ਉਚਾਈ ਜਿਹੜੀ ਆ ਉਹ ਉੱਪਰੋਂ ਲੈ ਕੇ ਅਤੇ ਇੱਥੋਂ ਤੱਕ ਕਿੰਨੀ ਮੰਨ ਲਈਏ ਅਸੀਂ H ਹਾਈਟ। ਇਹ ਦਰਖਤ ਦੀ ਉਚਾਈ ਮੰਨ ਲਓ ਕਿ ਉਚਾਈ ਕਿੰਨੀ ਹੈ ਦਰਖਤ ਦੀ H। ਮੰਨ ਲਓ ਦਰਖਤ ਦੀ ਉਚਾਈ ਬਰਾਬਰ H ਅਤੇ ਨਾਲ ਮੀਟਰ, ਕਿਉਂਕਿ ਕੁਐਸਚਨ ਮੀਟਰ 'ਚ ਦਿੱਤਾ ਹੈ, ਥੱਲੇ ਮੀਟਰ ਦਿੱਤੇ ਨੇ। ਹੁਣ ਆਹ ਜਿਹੜਾ ਕੋਣ ਸਾਨੂੰ ਕਿੰਨਾ ਦਿੱਤਾ 30 ਡਿਗਰੀ। ਉਚਾਣ ਕੋਣ ਜਿਹੜਾ ਸਾਨੂੰ ਕੀ ਦਿੱਤਾ ਵਾ ਉਚਾਣ ਕੋਣ ਬਰਾਬਰ ਹੈ 30 ਡਿਗਰੀ। ਅਤੇ ਆਹ ਜਿਹੜੀ AB, ਇੱਥੋਂ ਜਿਹੜੀ AB ਆਧਾਰ, ਉਹਦੀ ਜਿਹੜੀ ਆ ਦੂਰੀ ਜਿਹੜੀ ਆਪਸ ਵਿੱਚ ਕਿੰਨੀ ਆ 8 ਮੀਟਰ। ਹੁਣ ਬੱਚਿਓ ਦੇਖੋ, ਮੈਂ ਤੁਹਾਨੂੰ ਜਿਹੜੀ ਗੱਲ ਦੱਸ ਰਿਹਾ ਸੀਗਾ, ਤੁਸੀਂ ਇੱਥੇ ਕਨਫਿਊਜ਼ ਨਾ ਹੋਇਓ ਕਿ ਸਾਨੂੰ ਤਾਂ AB 8 ਮੀਟਰ ਦਿੱਤਾ ਵਾ ਅਤੇ AB ਤੇ ਇਹਦੀ ਉਚਾਈ ਵੀ ਆ ਦਰਖਤ ਦੀ। ਬਸ ਇਸੇ ਕਰਕੇ ਮੈਂ ਤੁਹਾਨੂੰ ਸਮਝਾਇਆ ਸੀ ਪਹਿਲਾਂ। ਮੈਂ ਕੋਸ਼ਿਸ਼ ਕਰਦਾ ਹੁਣ ਮੈਂ ਇੱਥੇ ਇਹੀ ਕਨਫਿਊਜ਼ਨ ਵਾਸਤੇ ਮੈਂ ਇਹਦਾ ਨਾਮ ਚੇਂਜ ਕਰ ਦਿੰਦਾ। ਇਹਦਾ ਨਾਮ ਮੈਂ ਰੱਖ ਦੇਣਾ D, ਕਿ ਤੁਹਾਨੂੰ ਇਹ ਕਨਫਿਊਜ਼ਨ ਨਾ ਹੋਵੇ। ਇੱਥੇ ਮੈਂ ਕੀ ਨਾਮ ਰੱਖ ਦਿੱਤਾ A ਦੀ ਜਗ੍ਹਾ 'ਤੇ D। ਹੁਣ ਜਿਹੜੀ ਇਹਦੀ ਆਹ ਵਾਲੀ ਦੂਰੀ ਆ ਉਹ ਕਿੰਨੀ ਆ DB। DB ਬਰਾਬਰ 8 ਮੀਟਰ। ਇਹ ਹੁਣ ਤੁਹਾਨੂੰ ਸਮਝ ਲੱਗ ਗਈ ਕਿ ਸਿਖਰ ਟੁੱਟਾ ਸੀਗਾ, ਮੈਂ ਉਹਦਾ ਨਾਮ ਚੇਂਜ ਕੀਤਾ, ਕਿਉਂਕਿ ਜੇ ਮੈਂ ਇੱਥੇ AB 8 ਮੀਟਰ ਲਿਖਦਾ ਤੁਹਾਡੇ ਮਨ 'ਚ ਆ ਸਕਦਾ ਵੀ ਆ ਵੀ ਤਾਂ AB ਹੈ, ਵੀ 8 ਮੀਟਰ ਹੀ ਹੋਏਗਾ, ਪਰ ਇਹ ਨਹੀਂ ਆ। ਅਸੀਂ ਸੋਲਵ ਕਰਕੇ ਦੇਖਾਂਗੇ ਕਿ ਇਹ ਕਿੰਨਾ ਵਾ। ਹੁਣ ਆ ਦੇਖੋ, ਇਹਨੂੰ ਮੈਂ ਇਹਦਾ ਨਾਮ ਚੇਂਜ ਕਰ ਲਿਆ, DB 8 ਮੀਟਰ ਆ ਗਿਆ। ਹੁਣ ਤੁਹਾਨੂੰ ਮੈਂ ਦੱਸਿਆ ਸੀ ਆਹ ਵਾਲੀ ਤ੍ਰਿਭੁਜ ਲਵਾਂਗੇ ਅਸੀਂ, ਸਮਕੋਣੀ ਤ੍ਰਿਭੁਜ। ਸਭ ਤੋਂ ਪਹਿਲਾਂ ਕਿ ਸਮਕੋਣੀ ਤ੍ਰਿਭੁਜ ਆ ਕਿਹੜੀ ਆ, ਦੇਖੋ CD ਅਤੇ B। ਇਹਦਾ ਨਾਮ ਤੁਸੀਂ ਇੱਧਰੋਂ ਵੀ CBD ਵੀ ਲਿਖ ਸਕਦੇ ਹੋ, DBC ਵੀ ਲਿਖ ਸਕਦੇ ਹੋ। ਸਮਕੋਣੀ ਤ੍ਰਿਭੁਜ CDB ਵਿੱਚ ਇਹਦੇ ਵਿੱਚ ਕੀ ਆ, ਹੁਣ ਮੈਂ ਤੁਹਾਨੂੰ ਦੱਸਿਆ ਸੀ ਅਸੀਂ ਆਹ ਲੰਬ ਕੱਢਣਾ ਅਤੇ ਫਿਰ ਟੈਨ ਦਾ ਫਾਰਮੂਲਾ ਲੱਗੇਗਾ। tan 30 ਡਿਗਰੀ ਬਰਾਬਰ, ਹੁਣ ਟੈਨ ਇਹ ਕਿਹਦੇ ਬਰਾਬਰ ਆ ਗਿਆ CB ਬਟਾ DB। ਹੁਣ CB ਦੇ ਅਸੀਂ ਫਾਈਂਡ ਕਰਨਾ ਵਾ, ਇਹ ਇਸੇ ਤਰ੍ਹਾਂ ਹੀ ਰਹੇਗਾ। tan 30 ਦੀ ਵੈਲਿਊ 1 ਬਟਾ ਵਰਗਮੂਲ 3, ਇਹ tan 30 ਦੀ ਵੈਲਿਊ ਆ ਗਈ। ਉਸ ਤੋਂ ਬਾਅਦ CB ਇਸੇ ਤਰ੍ਹਾਂ ਹੀ ਰਹੇਗਾ ਅਤੇ DB ਦੀ ਵੈਲਿਊ ਕਿੰਨੀ ਆ 8 ਮੀਟਰ। ਹੁਣ ਆਹ 8 ਨੂੰ ਇੱਧਰ ਕ੍ਰੋਸ ਮਲਟੀਪਲਾਈ ਕਰ ਦਿਓ ਅਤੇ ਸਾਡੇ ਕੋਲ ਕੀ ਆ ਗਿਆ 8 ਬਟਾ ਵਰਗਮੂਲ 3 ਬਰਾਬਰ CB, ਅਤੇ ਜਾਂ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ ਕਿ CB ਬਰਾਬਰ ਹੈ 8 ਬਟਾ ਵਰਗਮੂਲ 3। ਹੁਣ ਦੇਖੋ ਅਜੇ ਸਾਡਾ ਸਵਾਲ ਹੋਰ ਅੱਗੇ ਹੈਗਾ ਵਾ, ਮੈਂ ਇਹਨੂੰ ਇੱਥੇ ਰੈਸ਼ਨਲਾਈਜ਼ ਅਜੇ ਨਹੀਂ ਕਰਨਾ, ਕਿਉਂਕਿ ਮੈਂ ਪੂਰਾ ਕੁਐਸਚਨ ਸੋਲਵ ਕਰਕੇ ਫਿਰ ਦੇਖਾਂਗਾ ਕਿ ਹਰ ਦੇ ਵਿੱਚ ਜੇ ਵਰਗਮੂਲ ਬਚੇਗਾ ਤਾਂ ਫਿਰ ਮੈਂ ਇਹਨੂੰ ਰੈਸ਼ਨਲਾਈਜ਼ ਕਰਾਂਗਾ, ਅਦਰਵਾਈਜ਼ ਨਹੀਂ ਲੋੜ, ਅਜੇ ਨਹੀਂ ਲੋੜ, ਕਿਉਂਕਿ ਕੁਐਸਚਨ ਅਜੇ ਬਾਕੀ ਆ। ਇਹ ਸਾਡੇ ਕੋਲ CB ਦੀ ਵੈਲਿਊ ਆ ਗਈ। ਹੁਣ ਦੇਖੋ ਆਹ ਮੈਂ CB ਫਾਈਂਡ ਕਰ ਲਿਆ। ਹੁਣ ਮੈਨੂੰ ਕੀ ਚਾਹੀਦਾ C ਅਤੇ D।
ਹੁਣ ਸੀ ਡੀ ਦੀ ਵੈਲਿਊ ਚਾਹੀਦੀ ਹੈ ਕਿਉਂਕਿ ਇਹ ਦਰਖਤ ਦਾ ਬਾਕੀ ਹਿੱਸਾ ਵਾ। ਆਹ ਦਰਖਤ ਦਾ ਇੰਨਾ ਹਿੱਸਾ ਮੈਂ ਕੱਢ ਲਿਆ, ਇਹ ਹੈਗਾ 8/3। ਹੁਣ ਆਹ ਹਿੱਸਾ ਕੱਢਣਾ ਅਤੇ ਇਹ ਹਿੱਸਾ ਟੁੱਟ ਕੇ ਇੱਧਰ ਆਇਆ ਸੀ ਅਤੇ ਇਹਦਾ ਨਾਮ ਮੈਂ ਹੁਣ ਕੀ ਰੱਖਿਆ ਸੀਗਾ ਸੀ ਡੀ। ਹੁਣ ਮੈਂ ਆਹ ਕਰਨ ਕੱਢਣਾ ਵਾ ਅਤੇ ਆਧਾਰ ਨਾਲ ਹੀ ਕਰਨ ਕੱਢੂੰਗਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇੱਥੇ ਕੌਸ ਦਾ ਫਾਰਮੂਲਾ ਲੱਗੇਗਾ। ਚਲੋ ਅੱਗੇ ਲਿਖੀਏ ਹੁਣ। ਸਮਕੋਣੀ ਤ੍ਰਿਭੁਜ, ਫਿਰ ਉਹੀ ਸੀ ਡੀ ਬੀ ਵਿੱਚ। ਹੁਣ ਇੱਥੇ ਕੀ ਲਿਖਾਂਗੇ, cos 30 ਡਿਗਰੀ, ਕਿਉਂਕਿ ਮੈਂ ਦੂਸਰੀ ਸਾਈਡ ਕੱਢਣ ਲੱਗਾ ਹੁਣ ਕਰਨ ਵਾਲੀ। ਅਤੇ ਕਰਨ ਕੀ ਆ, ਆਧਾਰ ਪਹਿਲਾਂ ਲਿਖਾਂਗੇ ਡੀ ਬੀ ਬਟਾ ਕਰਨ ਸੀ ਡੀ। ਆਹ ਦੇਖੋ ਇੱਥੇ ਕਰਨ ਕੀ ਆ, ਸੀ ਡੀ। ਆਹ ਹਾਈਟ ਮੈਂ ਹੁਣ ਕੱਢਣੀ ਇਹਦੀ। ਹੁਣ ਇਹਦੇ 'ਚ cos 30 ਦੀ ਵੈਲਿਊ ਹੁੰਦੀ ਜੇ ਵਰਗਮੂਲ 3/2। ਡੀ ਬੀ ਜਿਹੜਾ ਵਾ ਉਹ 8 ਵਾ ਅਤੇ ਸੀ ਡੀ ਅਸੀਂ ਫਾਈਂਡ ਕਰਨੀ ਆ, ਇਸੇ ਤਰ੍ਹਾਂ ਰਹੇਗਾ। ਹੁਣ ਆਹ ਦੇਖੋ ਇਹਨਾਂ ਦੀ ਤਿਰਛੀ ਗੁਣਾ ਕਰਾਂਗੇ, ਸੀ ਡੀ ਇੱਧਰ ਆ ਜਾਏਗਾ, ਇਹਦੀ ਇਹਦੇ ਨਾਲ ਗੁਣਾ ਹੋ ਜਾਏਗੀ। ਸਾਡੇ ਕੋਲ ਕੀ ਆ ਗਿਆ, ਸੀ ਡੀ ਇਹਦੇ ਨਾਲ ਵਰਗਮੂਲ 3 ਬਰਾਬਰ 2 8 16। ਅਤੇ ਇੱਥੋਂ ਸਾਡੇ ਕੋਲ ਸੀ ਡੀ ਦੀ ਵੈਲਿਊ ਕਿੰਨੀ ਆ ਗਈ, ਸੀ ਡੀ ਬਰਾਬਰ ਹੈ 16 ਬਟਾ ਇਹ ਵਰਗਮੂਲ 3 ਥੱਲੇ ਆ ਕੇ ਇਹਨੂੰ ਡਿਵਾਈਡ ਕਰੇਗਾ, 16 ਬਟਾ ਵਰਗਮੂਲ 3। ਇਹ ਸਾਡੇ ਕੋਲ ਸੀ ਡੀ ਦੀ ਵੈਲਿਊ ਆ ਗਈ। ਹੁਣ ਜਿਹੜੀ ਦਰਖਤ ਦੀ ਉਚਾਈ ਆ ਉਹ ਦੇਖੋ ਅਸੀਂ ਕਿਸ ਤਰ੍ਹਾਂ ਲਿਖਾਂਗੇ, ਦਰਖਤ ਦੀ ਉਚਾਈ ਉਹ ਕਿਹਦੇ ਬਰਾਬਰ ਆ, ਜਿਹੜੀ ਡਾਇਗਰਾਮ ਆ ਉਹਦੇ 'ਚ ਹੈਗੀ ਜੇ AC ਪਲੱਸ CB। ਆਹ ਦੇਖੋ ਧਿਆਨ ਨਾਲ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ AC ਪਲੱਸ CB। ਹੁਣ ਜਿਹੜਾ AC ਹਿੱਸਾ ਵਾ ਉਹ ਕਿਹਦੇ ਬਰਾਬਰ ਵਾ, ਇਹੀ CD ਦੇ, ਕਿਉਂਕਿ ਇਹੋ ਹਿੱਸਾ ਟੁੱਟ ਕੇ ਥੱਲੇ ਲੱਗਾ ਇੱਧਰ, ਤੇ ਕੀ ਬਣ ਗਿਆ CD। ਹੁਣ ਮੈਂ ਇੱਥੇ ਕੀ ਲਿਖ ਸਕਦਾ ਵਾਂ, AC ਦੀ ਜਗ੍ਹਾ 'ਤੇ CD ਪਲੱਸ CB। ਹੁਣ ਇਹਨਾਂ ਵਿੱਚ ਵੈਲਿਊਜ਼ ਪੁੱਟ ਕਰ ਦਿਓ। CD ਦੀ ਵੈਲਿਊ ਹੁਣੇ ਕੱਢੀ 16 ਬਟਾ ਵਰਗਮੂਲ 3 ਪਲੱਸ, ਅਤੇ ਜਿਹੜੀ CB ਦੀ ਵੈਲਿਊ ਪਹਿਲਾਂ ਕੱਢੀ ਸੀ ਉਹ ਹੈਗੀ ਸੀ 8 ਬਟਾ ਵਰਗਮੂਲ 3। ਹੁਣ ਇਹਨਾਂ ਦਾ LCM ਆ ਜਾਏਗਾ, ਇਹ ਆ ਗਿਆ ਵਰਗਮੂਲ 3, ਦੋਨੋਂ ਆਧਾਰ ਬਰਾਬਰ ਨੇ। ਉੱਪਰ ਆ ਗਿਆ 16 ਪਲੱਸ 8, ਇਹ ਕਿੰਨਾ ਆ ਗਿਆ 16 ਅਤੇ 8 24 ਬਟਾ ਵਰਗਮੂਲ 3। ਹੁਣ ਦੇਖੋ ਇਹਦੇ ਥੱਲੇ ਡਿਨੋਮੀਨੇਟਰ 'ਚ ਵਰਗਮੂਲ 3 ਬਚ ਰਿਹਾ। ਹੁਣ ਇਹਨੂੰ ਰੈਸ਼ਨਲਾਈਜ਼ ਕਰਾਂਗੇ ਅਸੀਂ, ਮੈਂ ਇੱਥੇ ਲਿਖ ਦਿੰਦਾ, ਆਹ ਦੇਖੋ 24 ਬਟਾ ਵਰਗਮੂਲ 3। ਰੈਸ਼ਨਲਾਈਜ਼ ਦਾ ਰੂਲ ਕੀ ਹੁੰਦਾ, ਜੋ ਹਰ ਦੇ ਵਿੱਚ ਆ ਉਹਦੇ ਨਾਲ ਹੀ, ਜੇ ਪਲੱਸ ਮਾਈਨਸ ਦੀ ਟਰਮ ਹੋਏ ਜਿਸ ਤਰ੍ਹਾਂ ਵਰਗਮੂਲ 3 ਜਮਾ 1 ਅਤੇ ਫਿਰ ਇੱਧਰ ਮਾਈਨਸ ਲੱਗਦਾ, ਅਦਰਵਾਈਜ਼ ਉਸੇ ਤਰ੍ਹਾਂ ਹੀ ਵਰਗਮੂਲ 3 ਨਾਲ ਹੀ ਮਲਟੀਪਲਾਈ ਅਤੇ ਵਰਗਮੂਲ 3 ਨਾਲ ਹੀ ਭਾਗ। ਹੁਣ ਆਹ ਦੇਖੋ ਥੱਲੇ ਕਿੰਨਾ ਆ ਜਾਏਗਾ, ਇੱਥੇ ਆ ਗਿਆ 24 ਵਰਗਮੂਲ 3 ਅਤੇ ਵਰਗਮੂਲ 3 ਅਤੇ ਵਰਗਮੂਲ 3 ਪਿੱਛੇ ਜਿਹੜਾ ਤੁਹਾਨੂੰ ਕੁਐਸਚਨ ਕਰਾਇਆ 'ਚ ਦੱਸਿਆ ਸੀ ਵਰਗਮੂਲ 9 ਅਤੇ ਉਹਦੀ ਵੈਲਿਊ ਕਿੰਨੀ ਆਉਂਦੀ 3। ਇਹਨੂੰ ਹੁਣ ਕੱਟ ਦਾਂਗੇ 3 8 24, ਸਾਡੇ ਕੋਲ ਕਿੰਨਾ ਆ ਗਿਆ 8 ਵਰਗਮੂਲ 3 ਮੀਟਰ। ਇਹ ਸਾਡੇ ਕੋਲ ਆਨਸਰ ਆ ਗਿਆ, ਯਾਨੀ ਕਿ ਦਰਖਤ ਦੀ ਉਚਾਈ ਆ ਗਈ ਸਾਡੇ ਕੋਲ 8 ਵਰਗਮੂਲ 3 ਮੀਟਰ। ਇਹ ਸੀਗਾ ਬੱਚਿਓ ਕੁਐਸਚਨ ਨੰਬਰ 8। ਮੈਂ ਤੁਹਾਨੂੰ ਜਿਹੜੀ ਵੀ ਇਹਦੇ 'ਚ ਕਨਫਿਊਜ਼ਨ ਹੋਣੀ ਸੀ ਮੈਂ ਉਹ ਤੁਹਾਨੂੰ ਕਨਫਿਊਜ਼ਨ ਦੱਸ ਕੇ ਫਿਰ ਉਹਨੂੰ ਮੈਂ ਚੇਂਜ ਕਰ ਦਿੱਤਾ। ਹੁਣ ਤੁਹਾਨੂੰ ਸਮਝ ਲੱਗ ਗਈ ਹੋਏਗੀ, ਕੁਐਸਚਨ ਬਹੁਤ ਈਜ਼ੀ ਆ। ਸਿਰਫ ਅਤੇ ਸਿਰਫ ਧਿਆਨ ਤੁਸੀਂ ਕੀ ਰੱਖਣਾ ਕਿ ਅਸੀਂ ਇੱਥੇ ਫਾਰਮੂਲਾ ਸਾਈਨ ਦਾ ਲਗਾਉਣਾ, ਕੌਸ ਦਾ ਲਗਾਉਣਾ ਕਿ ਟੈਨ ਦਾ ਲਗਾਉਣਾ, ਕੀ ਫਾਈਂਡ ਕਰਨਾ ਵਾ ਇਹਦੇ ਤੋਂ ਦੇਖਣਾ ਜੇ। ਇਹੀ ਇਸ ਜਿਹੜੇ ਚੈਪਟਰ ਦੇ ਵਿੱਚ ਇੰਪੋਰਟੈਂਟ ਜਿਹੜਾ ਰੂਲ ਵਾ ਉਹ ਇਹੀ ਜੇ, ਇਹਨੂੰ ਧਿਆਨ 'ਚ ਰੱਖਿਓ। ਚਲੋ ਇਹ ਸੀਗਾ ਕੁਐਸਚਨ ਨੰਬਰ 8। ਅੱਗੇ ਦੇਖਦੇ ਹਾਂ ਕੁਐਸਚਨ ਨੰਬਰ। ਆਹ ਦੇਖੋ ਬੱਚਿਓ 9ਵਾਂ ਕੁਐਸਚਨ ਕੀ ਆ, ਇੱਕ ਮੀਨਾਰ ਜੋ ਸਮਤਲ ਜ਼ਮੀਨ 'ਤੇ ਖੜੀ ਹੈ ਦਾ ਪਰਛਾਵਾਂ ਉਸ ਸਥਿਤੀ ਵਿੱਚ 50 ਮੀਟਰ ਵੱਧ ਲੰਬਾ ਹੋ ਜਾਂਦਾ ਹੈ ਜਦੋਂ ਸੂਰਜ ਦਾ ਸਿਖਰ ਲੰਬ 60 ਡਿਗਰੀ ਤੋਂ ਘਟ ਕੇ 30 ਡਿਗਰੀ ਹੋ ਜਾਂਦਾ ਹੈ। ਮੀਨਾਰ ਦੀ ਉਚਾਈ ਪਤਾ ਕਰੋ। ਹੁਣ ਦੇਖੋ ਬੱਚਿਓ ਆਹ ਜੋ ਇਹਦੇ 'ਚ ਲਿਖਿਆ ਵਾ ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਔਰ ਇੱਕ ਇੱਕ ਕਰਕੇ ਸਮਝਾਵਾਂਗਾ, ਉਸ ਤੋਂ ਬਾਅਦ ਅਸੀਂ ਕੁਐਸਚਨ ਨੂੰ ਸੋਲਵ ਕਰਾਂਗੇ। ਚਲੋ ਦੇਖਦੇ ਹਾਂ। ਸਭ ਤੋਂ ਪਹਿਲਾਂ ਬੱਚਿਓ ਅਸੀਂ ਇੱਕ ਮੀਨਾਰ ਬਣਾ ਲਾਂਗੇ। ਮੰਨ ਲਓ ਕਿ ਆਹ ਇੱਕ ਮੀਨਾਰ ਆ, ਮੈਂ ਇਹਦਾ ਨਾਮ
ए बी रख लिया। हुण इत्थे ये जमीन के उपर खड़ा वा सीधा, ये 90 डिग्री का कोण बनाएगा जमीन के नाल, आ राइट एंगल आ गया। हुण देखो जिहड़ी इहदी कंडीशन दसी आ वो की आ, कहंदे कि परछावां जिहड़ा 50 मीटर वध लंबा हो जाता जदों सूरज का सिखर लंब 60 डिग्री तो घट के 30 डिग्री हो जाता। हुण देखो जो सिखर लंब 60 डिग्री होएगा उदों ये इत्थे होएगा, आ जगह ते इत्थे कोण कितना होएगा 60 डिग्री। आ बिंदु मैं ले लिया सी। हुण देखो सूरज जदों इस कंडीशन ते सीगा ते इत्थों परछावां सीधा बनया इत्थे आया। हुण कहंदे भी परछावां लंबा हो जाता वा 50 मीटर वध। आ परछावां किन्ना वा सानूं ये नहीं दस्सिया किन्ना वा, जिहड़ा बी सी परछावां वा ये किन्ना वा ये नहीं दस्सिया। वो कहंदे कि जदों सूरज का सिखर लंब 60 डिग्री तो घट के 30 डिग्री, यानी कि सूरज का सिखर इत्थों देखिए तो 30 डिग्री ये एंगल ते आउंदा वा, उदों परछावां 50 मीटर वध लंबा हो जाता। यानी कि जे मैं इत्थों लैके मीनार के सिखर तो इत्थों तक आवां, यानी कि सूरज थोड़ा जिहा परां चल गया, इहदा कोण बन गया 30 डिग्री। हुण परछावां जिहड़ा वा पहले परछावें नालों इत्थों लैके इत्थों तक, यानी कि सी तो लैके आ बिंदु मैं डी ले लेना वा, तो ये कितना बन गया इत्थों तक 50 मीटर। आ सानू दिता जे इन्हां ने 50 मीटर, यह बिंदु सी तो लैके ते डी तक ये 50 मीटर आ सानू पता नहीं है किन्ना वा, असीं लैट करांगे। परछावें की लंबाई भी लैट करनी पेगी इत्थों। तो सानू सवाल दे विच उन्होंने पूछा कि मीनार की उचाई पता करो, ये भी असी लैट करांगे कि मान लो मीनार की उचाई कितनी आ एच। तो आ जिहड़ा परछावां जिहड़ा बाकी सानू पता ही नहीं है किन्ना वा, जदों 60 डिग्री कोण ते सी, ते इहनूं असी की मान लांगे एक्स। आ दो चीज़ां असी लैट कर लियां। हुण साडे कोल जिहड़ा फार्मूला वा वो किहदा बनेगा, लंब बटा आधार। तो लंब बटा आधार का फार्मूला मैं तुहानूं दस्सिया सी टैन का, तो टैन का फार्मूला लगा के असीं इस सवाल नूं सॉल्व करांगे, क्योंकि ये दोनों लंब ते आधार की ही लोड़ वा दोवें वारी। इस करके दोनों वारी टैन 60 ते टैन 30 लैके सिर्फ यही फार्मूला लगेगा, क्योंकि सानू इस करन की लोड़ नहीं हैगी, सिर्फ लंब ते आधार की, क्योंकि आधार चों एक परछावां कढ़ना तो एक असीं लंब पता करना मीनार की उचाई। बस हुण चलो इनू करते हैं सॉल्व। असीं सब तो पहलां तो असीं मीनार की उचाई लैट कीती आ वो लिख लांगे। मान लो मीनार की उचाई असीं किन्नी लैट कीती आ एच मीटर, क्योंकि आ भी सानू मीटर च दिता, इस करके असीं मीटर च लवांगे। हुण असीं इहदे परछावें बारे लिखांगे कि परछावां कदों किन्ना बनिया। असीं उहदा सारा लिखांगे। जदों उचाण कोण 60 डिग्री है, सब तो पहलां असीं लिखांगे जदों उचाण कोण 60 डिग्री है तां परछावें की लंबाई, परछावें की लंबाई किन्नी आ, उहदा नां की आ बी सी। परछावें की लंबाई बी सी, तो असीं ये किन्नी लैट कर ली एक्स मीटर, ये लिख लिया असीं। हुण जदों उचाण कोण 30 डिग्री है, जदों उचाण कोण 30 डिग्री है तां उदों परछावें की लंबाई किहदे बराबर आ, परछावें की लंबाई डी बी। हुण जिहड़ा डी बी आ ये किहदे नाल बनिया वा मिल के पूरा डी बी, डी सी प्लस सी बी। मैं इनूं इत्थे वखरा लिख दिना कि डी बी बराबर है डी सी प्लस सी बी। तो डी सी किन्ना वा, ये डी सी या सी डी 50 मीटर प्लस सी बी किन्ना एक्स।
तो यानी कि दोनों मिल के कितना बन गया, डी वी की वैल्यू साढ़े को कितनी आ गई, डी वी बराबर है 50 जमा एक्स मीटर। हुण उस तरीके नाल ही समकोणी त्रिभुज लवांगे। पहलां असीं ए बी सी लै लैंदे आ, इत्थे लिख लैंदे आ। साढ़े को त्रिभुजां बणियां किन्नियां, दो। एक किहड़ी बनी आ ए बी सी, ते एक किहड़ी बनी ए बी डी। आ देखो बाहर वाली समकोण यही रहेगा। हुण पहली त्रिभुज इत्थे लिख लांगे, समकोणी त्रिभुज ए बी सी विच इहदे विच की है साढ़े कोल tan 60 डिग्री। आ देखो tan 60 डिग्री बराबर की हुंदा, लंब बटा आधार। तो tan 60 की वैल्यू कितनी हुंदी आ, वर्गमूल 3। ए बी असी कितना लिया एच, तो बी सी साढ़े को कितना वा एक्स। यह साढ़े कोल आ गया वर्गमूल 3 बराबर एच बटा एक्स। यह असी इस तरह रहन दिंदे, असी लिखिया, तो इनू नंबर 1 लै लांगे असी। हुण दूसरी त्रिभुज लैनी है असी, वो त्रिभुज किहड़ी बनेगी, ए बी डी। उहदा एंगल 30 डिग्री असी इत्थे लिखांगे। हुण समकोणी त्रिभुज ए बी डी विच tan 30 डिग्री बराबर लंब बटा आधार। आधार इहदा की आ डी बी। tan 30 की वैल्यू 1 बटा वर्गमूल 3। ए बी असी कितना लिया सी एच, तो डी बी कितना आया सीगा 50 जमा एक्स। यह दोनों जोड़ के डी बी की वैल्यू 50 जमा एक्स आ असी कड्ढी सी 50 जमा एक्स मीटर। असी वो इत्थे लिख ली। हुण ये साढ़े को की आ गया, नंबर 2। यह साढ़े को 2 समीकरणां बणियां ने। हुण असी सब तो पहला पहली समीकरण तो एच की वैल्यू कड्डांगे। इत्थे लिखांगे फ्रॉम इक्वेशन 1 साढ़े कोल की आ एच बटा एक्स बराबर है वर्गमूल 3। मैं इनू दूजी साइड नू लिख लिया, एच की वैल्यू कड्ढनी आ। साढ़े कोल एच कितना आ गया वर्गमूल 3, तो आ एक्स इहदे नाल गुणा हो जाएगा, वर्गमूल 3 एक्स। इनू मैं नंबर 3 रख लेना। यह साढ़े को नंबर 3 आ गया। हुण आ जिहड़ी एच की वैल्यू आ मैं इत्थे पुट करांगा, तो मेरे को एक्स की वैल्यू निकलेगी। पुट द वैल्यू ऑफ एच इन इक्वेशन नंबर 2, यानी कि एच का मुल समीकरण 2 विच भरन ते। तुसीं इत्थे लिख लेना एच का मुल समीकरण 2 विच भरन ते। हुण जदों मैं इत्थे वैल्यू पुट करनी आ, तो मेरे कोल की आ जाएगा, आ देखो यह 1 बटा वर्गमूल 3 बराबर एच का मुल वर्गमूल 3 नाल एक्स, तो थल्ले कितना वा 50 जमा एक्स। मैं इनू हुण क्रॉस मल्टीप्लाई करांगा, तो इनू सॉल्व कर लाँगा, तो एक्स की वैल्यू आ जाएगी। इनू 1 नाल गुणा किया तो यही रह जाएगा 50 जमा एक्स। वर्गमूल 3 नू वर्गमूल 3 नाल गुणा किया तो वर्गमूल 9। मैं इत्थे वर्गमूल 9 की सीधी वैल्यू लिख देना 3, तो नाल की आ जाएगा एक्स। आ तो तुहानूं समझ लग ही गई, मैं पिछे भी दस्सिया सी कि यह वाला वर्गमूल 3 जदों इस वर्गमूल 3 नाल क्रॉस मल्टीप्लाई होएगी, तिरछी गुणा होएगी, तो वर्गमूल 9 आएगा, तो 9 वर्गमूल 9 की वैल्यू 3। जे नहीं समझ लगती तो मैं इत्थे वखरा वखरा लिख ही दिना, वर्गमूल 3 ते वर्गमूल 3 ते नाल एक्स। हुण इत्थे मैं लिख दिना एक्स, इहदी वैल्यू हुण 3 ते नाल एक्स। हुण एक्स की वैल्यू आ वाला एक्स इधर आ जाएगा, ये बन गया 50 बराबर 3 एक्स घटाओ एक्स, तो 50 बराबर 2 एक्स। यह 2 इधर आके इनू डिवाइड करेगा, 50 बटा 2 बराबर एक्स। यदि कटिंग की तो 5 दूण 50, तो एक्स की वैल्यू कितनी आ गई, एक्स बराबर 5।
ਹੁਣ ਆ ਜਿਹੜੀ x ਦੀ ਵੈਲਿਊ 25 आई ਆ, मैं इक्वेशन नंबर 3 ਆ ਜਿਹੜੀ 3 समीकरण ਸੀ ਇੱਥੇ मैं x ਦੀ ਵੈਲਿਊ ਪੁੱਟ ਕਰ ਦਾਂਗਾ तो मेरे को कहती आ जाएगी h। तो h मैं फाइंड करना सीगा क्योंकि h की आ मीनार की उचाई। तो मैं इत्थों समीकरण 3 ਦੇ ਵਿੱਚ ਇੱਥੇ x ਦੀ ਵੈਲਿਊ ਪੁੱਟ ਕਰ ਦਾਂਗਾ तो मेरे को h आ जाएगा। ਹੁਣ ਇੱਥੇ ਕੀ ਲਿਖਾਂਗੇ, ਆ ਜਿਹੜਾ x ਦਾ ਮੁੱਲ ਆਇਆ ਵਾ, put the value of x in equation 3। इक्वेशन 3 की है साढ़े कोल h बराबर है वर्गमूल 3x, h बराबर है वर्गमूल 3 तो नाल की आ जाएगा x का मुल भरिया तो 25। इनू मैं किस तरह लिख सकता वा, 25 वर्गमूल 3 तो ये नाल की आ जाएगा मीटर। ये आंसर आ गया। यानी कि जे इत्थे मैं दूसरी तरीके लिखा तो की बनेगा, मीनार की उचाई बराबर 25 वर्गमूल 3 मीटर आंसर। या इस तरह तुसीं कर सकते हो। आ सीगा बच्चों क्वेश्चन नंबर 9। इनू बिल्कुल आराम नाल समझियो सवाल नू। जिथे लोड़ पेगी वीडियो रोक के दोबारा देखने की लोड़ पेगी, दोबारा देखो, क्वेश्चन नू नाल नाल सॉल्व करियो और तुहानू बिल्कुल समझ लग जाएगी। डायग्राम का ध्यान रखना जे कि असी डायग्राम किस तरह बनानी आ, तो उस तो बाद उहदे च साइन कॉस टैन किस तरह लैने आ। इस तो बाद देखते हैं क्वेश्चन नंबर 10। आ देखो बच्चों 10वें क्वेश्चन की स्टेटमेंट की है, एक 100 मीटर उच्ची पहाड़ी की चोटी तो किसी मीनार के सिखर अते आधार के निवान कोण क्रमवार 30 डिग्री ਅਤੇ 60 डिग्री हैं। मीनार की उचाई पता करो। सानू एंगल ऑफ डिप्रैशन दिते हुए ने, टॉप एंड बॉटम ऑफ टावर एज सीन फ्रॉम द टॉप ऑफ 100 मीटर हाई क्लिफ आर 30 डिग्री एंड 60 डिग्री रिस्पैक्टिवली। फाइंड द हाइट ऑफ द टावर। असी टावर की उचाई पता करनी आ। असी इहदी डायग्राम बनावांगे, फिर असी देखांगे कि पहाड़ी कित्थे आ, टावर जिहड़ा मीनार दिता वो कित्थे आ, ते इन्हां दे आ कोण किस तरह दिते हुए ने। चलो देखते हैं। आ देखो बच्चों सब तो पहला डायग्राम बनावांगे। एक जिहड़ी पहाड़ी दिती हुई आ, मैं इस साइड ते एक पहाड़ी बना लेना। इस तरह मैं सीधी लाइन लगा ली आ देखो ये पहाड़ी आ, दूसरे पासे एक मीनार वा। ये दोनों ग्राउंड लैवल तो बराबर होणगे। आ देखो इत्थे कोण आ 90 डिग्री का होएगा। हुण देखो जिहड़ा इधरले पासे मीनार वा, जदों कहंदे कि इस मीनार नूं पहाड़ी की चोटी तो देखते हाँ, तो जिहड़ा इहदे सिखर का जिहड़ा कोण वा, निवान कोण जिहड़ा वा, यानी कि एंगल ऑफ डिप्रैशन 30 डिग्री बनता। आ देखो इहदे तो इत्थे कितना आया 30 डिग्री। हुण ये डिप्रैशन का एंगल जिहड़ा वा असीं देखो इत्थों देख लैंदे मान लो कि आ असीं बिल्कुल साडी जिहड़ी साडी डायरैक्शन अपनी आ रही उपरों। हुण इत्थे एंगल जिहड़ा वा वो किन्ने डिग्री आ रहा 30 डिग्री। उस तो बाद हुण आ देखो आ कोण 30 डिग्री इत्थे बनता जदों असीं उपरों थल्ले नूं देखदे हां, तो आ कोण हैगा 30 डिग्री। हुण मैं इहदे बराबर बिल्कुल इहदे समांतर एक इत्थे रेखाखंड खिंचांगा जिहड़ी मीनार की उचाई के बिल्कुल बराबर पहाड़ी की चोटी वाल नूं जांदा, ते इत्थे कोण आ जाएगा 30 डिग्री। ये एक चीज़। हुण दूसरा कोण जिहड़ा वा वो कहंदे भी उहदे आधार ते मीनार का आधार आ देखो इत्थे आ बिल्कुल थल्ले, ते इत्थों सीधा कोण इत्थे आएगा 60 डिग्री। आधार दे नाल 60 डिग्री उपर दिते कोण 30 ते 60 क्रमवार, तो जिहड़ा 60 डिग्री कोण वा वो पूरा कोण इत्थों तक होएगा इन्ना। इत्थों तक पता लग गया। हुण असीं इस डायग्राम दे विच इन्हां दे नाम रखांगे उस तरीके नाल जिस तरह मैं पिछे A आ B ते आ C
ਇੱਥੇ ਇੱਕ ਨਵਾਂ ਬਿੰਦੂ ਆਇਆ ਵਾ ਕਿਉਂਕਿ ਇੱਥੋਂ ਉੱਪਰੋਂ ਡਾਇਗਰਾਮ ਵੱਖਰੀ ਹੋ ਜਾਣੀ ਆ, ਅਤੇ ਇਸ ਕਰਕੇ ਇਹਦਾ ਨਾਮ ਰੱਖ ਲਾਂਗੇ ਡੀ। ਆ ਵੀ 90 ਡਿਗਰੀ ਕੋਣ ਵਾ, ਅਤੇ ਕੋਣ ਇੱਥੇ ਵੀ 90 ਡਿਗਰੀ ਦਾ ਹੀ ਹੋਵੇਗਾ ਆ ਜਿਹੜਾ, ਕਿਉਂਕਿ ਆ ਬਿਲਕੁਲ ਸਮਾਂਤਰ ਸਿਖਰ ਦੇ ਬਰਾਬਰ ਸਿੱਧੀ ਦੂਰੀ ਅਸੀਂ ਲਈ ਹੈ ਇੱਥੋਂ। ਹੁਣ ਜਿਹੜੀ ਪਹਾੜੀ ਦੀ ਉਚਾਈ ਆ ਸਾਨੂੰ ਉਹ ਕਿੰਨੀ ਦਿੱਤੀ ਹੋਈ ਆ, 100 ਮੀਟਰ। ਇੱਥੋਂ ਲੈ ਕੇ ਤੇ ਇੱਥੋਂ ਤੱਕ ਪੂਰੀ ਕਿੰਨੀ ਆ, 100 ਮੀਟਰ। ਆ ਇੱਥੇ ਲਿਖ ਲਿਆ 100 ਮੀਟਰ। ਮੀਨਾਰ ਦੀ ਉਚਾਈ ਪਤਾ ਕਰਨੀ ਆ ਮੀਨਾਰ ਵਾ, ਮੈਂ ਇੱਧਰ ਸਾਈਡ 'ਤੇ ਲਿਖ ਦਿੰਦਾ ਮੀਨਾਰ। ਇਹ ਹੈਗੀ ਆ ਪਹਾੜੀ। ਮੀਨਾਰ ਦੀ ਉਚਾਈ ਪਤਾ ਕਰਨੀ ਆ, ਅਤੇ ਇਹ ਮੈਂ ਲੈਟ ਕਰ ਲੈਣਾ ਵਾ ਕਿੰਨੀ, ਐਚ। ਹੁਣ ਆ ਸਾਡੇ ਕੋਲ ਐਂਗਲ ਆ ਗਏ। ਹੁਣ ਜਿਸ ਤਰ੍ਹਾਂ ਅਸੀਂ ਪਿਛਲੇ ਕੁਐਸਚਨ 'ਚ ਕੀਤਾ ਸੀਗਾ, ਆ ਦੇਖੋ ਜਦੋਂ ਮੈਂ ਐਂਗਲ ਆ ਲੈਣਾ ਵਾ tan 30 ਡਿਗਰੀ, ਤਾਂ ਉਹਦੇ ਨਾਲ ਮੇਰੇ ਕੋਲ ਕੀ ਆਏਗਾ, ਆਧਾਰ। ਸਾਡੇ ਕੋਲ ਬੇਸ ਆ ਜਾਏਗਾ, ਅਤੇ ਬੇਸ ਦੀ ਲੋੜ ਸਾਨੂੰ ਇੱਥੇ ਵੀ ਆ tan ਦੇ ਨਾਲ। ਅਤੇ ਚਲੋ ਅਸੀਂ ਦੇਖਦੇ ਹਾਂ ਕਿ ਅਸੀਂ ਇੱਥੇ ਐਂਗਲ ਦੀ ਵਰਤੋਂ ਕਿਸ ਤਰ੍ਹਾਂ ਕਰਾਂਗੇ। tan 60 ਅਤੇ tan 30 ਲਗਾ ਕੇ, ਕਿਉਂਕਿ ਸਾਡੇ ਕੋਲ ਇੱਧਰਲੀ ਸਾਈਡ 'ਤੇ ਲੰਬ ਦਿੱਤਾ ਹੋਇਆ ਵਾ, ਸਾਨੂੰ ਆ ਕਰਨ ਵਾਲੀ ਸਾਈਡ ਨਹੀਂ ਗੀ ਚਾਹੀਦੀ, ਸਾਨੂੰ ਇੱਕ ਲੰਬ ਅਤੇ ਇੱਕ ਆਧਾਰ ਚਾਹੀਦਾ ਵਾ। ਅਤੇ ਜਦੋਂ ਅਸੀਂ ਆਹ ਵਾਲੀ ਉਚਾਈ ਕੱਢ ਲਾਂਗੇ ਲੰਬ ਵਾਲੇ ਪਾਸਿਓਂ, ਬਿਲਕੁਲ ਇਹਦੇ ਬਰਾਬਰ ਆ ਹੋਏਗਾ। ਅਤੇ ਇੱਥੇ ਬਿੰਦੂ ਮੈਂ ਲੈ ਲੈਣਾ ਈ। ਆਹ ਬਿੰਦੂ ਮੈਂ ਈ ਤਾਂ ਲਿਆ ਵਾ ਕਿਉਂਕਿ ਇਹ ਜਿਹੜਾ ਬੀ ਅਤੇ ਈ ਆ, ਇਹ ਬਿਲਕੁਲ ਮੀਨਾਰ ਦੇ ਬਰਾਬਰ ਦੀ ਉਚਾਈ ਇੱਧਰੋਂ ਸੀ ਡੀ ਦੇ ਬਰਾਬਰ ਹੋਏਗਾ। ਜਦੋਂ ਮੇਰੇ ਕੋਲ ਆਹ ਵਾਲੀ ਵੈਲਿਊ ਆ ਜਾਏਗੀ, ਅਤੇ ਮੈਂ ਉਦੋਂ ਮੀਨਾਰ ਦੀ ਉਚਾਈ ਮੰਨ ਲਾਂਗਾ ਵੀ ਇਹ ਵੀ ਇਹਦੇ ਬਰਾਬਰ ਹੀ ਆ, ਅਤੇ ਉਹ ਐਚ ਦੇ ਬਰਾਬਰ ਹੋਏਗੀ। ਅਤੇ ਚਲੋ ਦੇਖਦੇ ਹਾਂ ਇਹਦਾ ਸਲਿਊਸ਼ਨ। ਸਭ ਤੋਂ ਪਹਿਲਾਂ ਅਸੀਂ ਕੀ ਲਿਖਾਂਗੇ, ਪਹਾੜੀ ਦੀ ਉਚਾਈ। ਪਹਾੜੀ ਦੀ ਉਚਾਈ ਬਰਾਬਰ 100 ਮੀਟਰ। ਇਹਦੇ ਉਚਾਨ ਕੋਣ ਜਿਹੜੇ ਦਿੱਤੇ ਹੋਏ ਨੇ ਉਹ 2 ਦਿੱਤੇ ਹੋਏ ਨੇ ਸਾਡੇ ਕੋਲ। ਅਸੀਂ ਇੱਧਰੋਂ ਉਚਾਨ ਕੋਣ ਅਤੇ ਉਸ ਤਰ੍ਹਾਂ ਜੇ ਉੱਪਰੋਂ ਦੇਖੀਏ ਤਾਂ ਇਹ ਨਿਵਾਨ ਕੋਣ ਨੇ, ਅਤੇ ਜਿਸ ਤਰ੍ਹਾਂ ਮਰਜ਼ੀ ਤੁਸੀਂ ਲਿਖ ਲਓ। ਹੁਣ ਇਹਨਾਂ ਨੂੰ ਜੇ ਨਿਵਾਨ ਕੋਣ ਲਿਖਣਾ ਤਾਂ ਨਿਵਾਨ ਕੋਣ ਨਾਲ ਕਰ ਲਓ, ਕਿਉਂਕਿ ਜਿਸ ਤਰ੍ਹਾਂ ਸਾਨੂੰ ਉਹਦੇ 'ਚ ਸਿਖਰ ਉਹਦੇ 'ਚ ਦਿੱਤੇ ਹੋਏ ਨੇ ਉਸੇ ਤਰ੍ਹਾਂ ਲਿਖ ਲਓ ਤੁਸੀਂ। ਨਿਵਾਨ ਕੋਣ ਲਿਖਣੇ ਆ ਤਾਂ ਨਿਵਾਨ ਕੋਣ ਲਿਖ ਲਓ। ਨਿਵਾਨ ਕੋਣ ਇੱਕ ਹੈਗਾ ਜੇ 30 ਡਿਗਰੀ ਅਤੇ ਦੂਸਰਾ 60 ਡਿਗਰੀ। ਇਹ ਸਾਨੂੰ 2 ਕੋਣ ਦਿੱਤੇ ਹੋਏ ਆ। ਹੁਣ ਦੇਖੋ ਜਦੋਂ ਮੈਂ ਇਹਦੇ ਉੱਪਰ ਫਾਰਮੂਲਾ ਲਗਾਉਣਾ ਵਾ, ਸਾਡੇ ਕੋਲ 2 ਟਰਾਇੰਗਲਸ ਬਣਦੀਆਂ ਨੇ। ਇੱਕ ਟਰਾਇੰਗਲ ਹੈਗੀ ਆ ABC ਅਤੇ ਇੱਕ ਟਰਾਇੰਗਲ ਹੈਗੀ ਆ AED। ਆਹ ਟਰਾਇੰਗਲ AED ਆ। ਹੁਣ ਦੇਖੋ ਇਹਦੇ ਵਿੱਚ ਤਾਂ ਮੇਰੇ ਕੋਲ ਲੰਬ ਹੈਗਾ, ਅਤੇ ਮੈਂ ਇਹਦੇ ਨਾਲ ਆਧਾਰ ਕੱਢ ਲੂੰਗਾ ਕਿਉਂਕਿ ਮੈਨੂੰ ਆਹ ਕਰਨ ਦੀ ਲੋੜ ਨਹੀਂ ਆ। ਅਤੇ tan ਦਾ ਫਾਰਮੂਲਾ ਲੱਗ ਗਿਆ, ਆਧਾਰ ਆ ਗਿਆ। ਜਿੰਨਾ ਆਧਾਰ ਇਹਦਾ ਆਏਗਾ ਉਹ ਆਧਾਰ ਮੈਂ ਆ ਲੈ ਲਾਂਗਾ, ਕਿਉਂਕਿ BC ਅਤੇ DE ਦੋਨੋਂ ਬਰਾਬਰ ਨੇ। ਪਰ ਮੈਨੂੰ ਇੱਥੇ ਲੰਬ ਦੀ ਲੋੜ ਪੈਣੀ ਆ। ਹੁਣ ਮੈਂ ਇੱਥੇ ਕੀ ਕਰਦਾ, ਪੂਰੀ ਜਿਹੜੀ ਪਹਾੜੀ ਦੀ ਉਚਾਈ ਜਿਹੜੀ ਆ 100 ਮੀਟਰ ਵਾ, ਅਤੇ ਮੈਂ ਆਹ AE ਜਿਹੜਾ ਵਾ ਉਹਨੂੰ X ਲੈਟ ਕਰ ਲੈਣਾ, AE ਨੂੰ। ਅਤੇ ਜਿਹੜਾ ਬਾਕੀ ਹਿੱਸਾ ਬਚੇਗਾ EB, ਉਹ ਕਿੰਨਾ ਹੋਏਗਾ, 100 - X, ਕਿਉਂਕਿ ਸਾਰੇ ਵਿੱਚੋਂ X ਘਟਾ ਦਾਂਗਾ ਅਤੇ ਬਾਕੀ ਆ ਬਚੇਗੀ। ਅਤੇ ਫਿਰ ਸਾਡੇ ਕੋਲ EB ਕਿੰਨਾ ਆ ਗਿਆ ਇੱਥੇ, 100 - X ਮੀਟਰ। ਆਹ ਮੈਂ ਲਿਖ ਲਿਆ ਇਹਦੇ 'ਚ ਵੱਖਰਾ ਪਹਿਲਾਂ ਹੀ। ਹੁਣ ਦੇਖੋ ਜਦੋਂ ਆਹ 2 ਚੀਜ਼ਾਂ ਲਿਖ ਲਈਆਂ, ਅਤੇ ਸਭ ਤੋਂ ਪਹਿਲਾਂ ਮੈਂ ਲਿਖਾਂਗਾ ਸਮਕੋਣੀ ਤ੍ਰਿਭੁਜ AED ਵਿੱਚ, ਜਾਂ ਤੁਸੀਂ ਪਹਿਲਾਂ ABC ਲੈ ਲਓ ਕਿਉਂਕਿ ਇਹਦੇ 'ਚੋਂ ਸਾਡੇ ਕੋਲ ਆਧਾਰ ਆ ਜਾਏਗਾ। ਇੱਥੇ ਲਿਖ ਲੈਂਦੇ ਹਾਂ ਸਮਕੋਣੀ ਤ੍ਰਿਭੁਜ ABC ਵਿੱਚ। ਹੁਣ ਇਹਦੇ 'ਚ ਕੀ ਆ, tan 60 ਡਿਗਰੀ ਬਰਾਬਰ AB ਬਟਾ BC, ਯਾਨੀ ਕਿ ਲੰਬ ਬਟਾ ਆਧਾਰ। ਹੁਣ tan 60 ਜਿਹੜਾ ਵਾ ਉਹਦੀ ਵੈਲਿਊ ਕਿੰਨੀ ਹੁੰਦੀ ਆ, ਵਰਗਮੂਲ 3। ਅਤੇ AB ਸਾਡੇ ਕੋਲ ਪੂਰਾ ਕਿੰਨਾ ਵਾ, 100 ਮੀਟਰ। ਅਤੇ BC ਇਹ ਸਾਡੇ ਕੋਲ ਨਹੀਂ ਹੈਗਾ, ਇਹ ਅਸੀਂ ਇਸ ਤਰ੍ਹਾਂ ਹੀ ਲਿਖ ਲਿਆ BC। ਹੁਣ ਇਹਦੀ ਤਿਰਛੀ ਗੁਣਾ ਕਰਾਂਗੇ, BC ਇੱਧਰ ਆ ਜਾਏਗਾ ਅਤੇ √3 ਜਿਹੜਾ ਥੱਲੇ ਆ ਜਾਏਗਾ, 100 ਬਟਾ ਵਰਗਮੂਲ 3। ਆਹ ਮੇਰੇ ਕੋਲ BC ਦੀ ਵੈਲਿਊ ਆ ਗਈ। ਹੁਣ
ਜਿਹੜਾ ਬੀ ਸੀ ਆ ਮੈਂ ਤੁਹਾਨੂੰ ਦੱਸਿਆ ਸੀ ਵੀ ਕਿਹਦੇ ਬਰਾਬਰ ਵਾ ਇਹ ਡੀ ਤੇ ਈ ਦੇ ਬਰਾਬਰ ਆ, ਯਾਨੀ ਕਿ ਇਹਦੇ 'ਚ ਵੀ ਆ ਗਈ ਸਾਡੇ ਕੋਲ ਡੀ ਈ ਦੀ ਵੈਲਿਊ ਬਿਲਕੁਲ ਸੇਮ ਇਹਦੇ ਬਰਾਬਰ। ਹੁਣ ਇੱਥੇ ਮੈਂ ਟੈਨ ਦਾ ਕਿਹੜਾ ਲਵਾਂਗਾ, ਟੈਨ 30 ਡਿਗਰੀ। ਹੁਣ ਤ੍ਰਿਭੁਜ ਕਿਹੜੀ ਆ, ਏ ਈ ਤੇ ਡੀ। ਹੁਣ ਤ੍ਰਿਭੁਜ ਏ ਈ ਡੀ ਵਿੱਚ ਇਹਦੇ ਵਿੱਚ ਕੀ ਆ, ਟੈਨ 30 ਡਿਗਰੀ ਬਰਾਬਰ ਲੰਬ ਏ ਈ ਤੇ ਆਧਾਰ ਕੀ ਆ, ਡੀ ਈ। ਹੁਣ ਆ ਜਿਹੜਾ ਆਧਾਰ ਡੀ ਈ ਆ, ਮੈਂ ਦੱਸਿਆ ਸੀ ਵੀ ਡੀ ਈ ਆਧਾਰ ਬੀ ਸੀ ਦੇ ਬਰਾਬਰ ਆ। ਟੈਨ 30 ਡਿਗਰੀ ਇਹਦੀ ਵੈਲਿਊ 1/√3। ਏ ਈ ਮੈਂ ਐਕਸ ਮੰਨਿਆ ਸੀਗਾ ਅਤੇ ਡੀ ਈ ਅਤੇ ਬੀ ਸੀ ਦੋਨੋਂ ਬਰਾਬਰ ਨੇ, ਅਤੇ ਇਸ ਕਰਕੇ ਇੱਥੇ ਕਿੰਨੀ ਵੈਲਿਊ ਆ ਜਾਏਗੀ ਇਹਦੀ, 100/3। ਹੁਣ ਮੈਂ ਇਹਨੂੰ ਸੋਲਵ ਕਰ ਲਾਂਗਾ। ਆਹ ਜਿਹੜਾ 100/3 ਆ ਇਹਦੇ ਨਾਲ ਜਾ ਕੇ ਇੱਧਰ ਲੱਗ ਜਾਏਗਾ, ਅਤੇ ਐਕਸ ਦੀ ਵੈਲਿਊ ਸਾਡੇ ਕੋਲ ਆ ਜਾਏਗੀ, ਐਕਸ ਬਰਾਬਰ ਹੈ 100/3 ਗੁਣਾ 1/3। ਇਹਨੂੰ ਸੋਲਵ ਕੀਤਾ, 100 ਏਕਮ 100, ਵਰਗਮੂਲ 3 ਨੂੰ ਵਰਗਮੂਲ 3 ਨਾਲ ਗੁਣਾ ਕੀਤੀ ਅਤੇ ਵਰਗਮੂਲ 9, ਅਤੇ 9 ਦਾ ਵਰਗਮੂਲ ਕਿੰਨਾ ਹੁੰਦਾ, 3। ਆਹ ਸਾਡੇ ਕੋਲ ਐਕਸ ਦੀ ਵੈਲਿਊ ਆ ਗਈ 100/3। ਇਹ ਜਿਹੜੀ ਐਕਸ ਦੀ ਵੈਲਿਊ ਆਈ ਆ ਉਹ ਮੈਂ ਇੱਥੇ ਪੁੱਟ ਕਰ ਦਾਂਗਾ, ਸਾਡੇ ਕੋਲ ਵੈਲਿਊ ਕਿਹਦੀ ਆ ਜਾਏਗੀ, ਬੀ ਈ ਦੀ। ਬੀ ਈ ਸਾਡੇ ਕੋਲ ਕਿੰਨਾ ਵਾ, 100 ਘਟਾਓ ਐਕਸ। ਲਿਖਾਂਗੇ ਬੀ ਈ ਬਰਾਬਰ 100 ਘਟਾਓ ਐਕਸ, ਅਤੇ ਮੈਂ ਬੀ ਈ ਦਾ ਮੁੱਲ ਕੱਢ ਲਾਂਗਾ, 100 ਘਟਾਓ 100/3। ਇੱਥੇ ਐਲਸੀਅਮ ਲੈ ਲਿਆ 3, ਯਾਨੀ ਕਿ ਲਘੁੱਤਮ 3 ਆ ਗਿਆ, ਸਿੱਧੀ ਗੁਣਾ ਹੋ ਜਾਏਗੀ, 300 ਘਟਾਓ 100, ਇਹ ਕਿੰਨਾ ਆ ਗਿਆ, 200/3। ਇਹ 200/3 ਆ ਗਈ ਬੀ ਈ ਦੀ ਵੈਲਿਊ। ਅਤੇ ਹੁਣ ਆ ਦੇਖੋ ਬੀ ਈ ਜਿਹੜਾ ਵਾ, ਬੀ ਈ ਉਹ ਕਿਹਦੇ ਬਰਾਬਰ ਆ, ਸੀ ਡੀ ਦੇ, ਅਤੇ ਸੀ ਡੀ ਕਿੰਨਾ ਵਾ, ਐਚ। ਇੱਥੇ ਲਿਖਾਂਗੇ ਬੀ ਈ ਬਰਾਬਰ ਸੀ ਡੀ ਬਰਾਬਰ ਐਚ, ਅਤੇ ਇਹ ਐਚ ਤੇ ਆ ਸਾਰੇ ਬਰਾਬਰ ਨੇ, ਅਤੇ ਬੀ ਈ ਦੀ ਵੈਲਿਊ ਵਿੱਚ ਪੁੱਟ ਕਰ ਦਾਂਗੇ, ਅਤੇ ਐਚ ਕਿੰਨਾ ਆ ਗਿਆ, 200/3 ਮੀਟਰ। ਆ ਦੇਖੋ ਇਹ ਸਾਡੇ ਕੋਲ ਸੀ ਡੀ ਜਿਹੜੀ ਐਚ ਸੀ, ਇਹ ਕੀ ਸੀ, ਮੀਨਾਰ। ਇੱਥੇ ਲਿਖਾਂਗੇ ਮੀਨਾਰ ਦੀ ਉਚਾਈ ਬਰਾਬਰ 200/3 ਮੀਟਰ। ਜੇ ਇਹਨੂੰ ਤੁਸੀਂ ਡਿਵਾਈਡ ਕਰਕੇ ਲਿਖਣਾ ਹੋਏ ਤਾਂ ਡਿਵਾਈਡ ਕਰਕੇ ਵੀ ਲਿਖ ਸਕਦੇ ਹੋ, ਅਤੇ ਜੇ ਤੁਸੀਂ ਇਸ ਤਰ੍ਹਾਂ ਵੀ ਛੱਡ ਦੋਗੇ ਤਾਂ ਵੀ ਬਿਲਕੁਲ ਠੀਕ ਆ, 200/3 ਮੀਟਰ ਆਨਸਰ। ਇਹ ਸੀਗਾ ਬੱਚਿਓ ਸਾਡਾ ਕੁਐਸਚਨ ਨੰਬਰ 10। ਤੁਸੀਂ ਦੇਖਿਆ ਕਿ ਅਸੀਂ ਕਿਸ ਤਰ੍ਹਾਂ ਇਹਨੂੰ ਸੋਲਵ ਕੀਤਾ ਵਾ। ਬੜੇ ਆਰਾਮ ਨਾਲ ਕੁਐਸਚਨ ਦੇਖਿਓ ਔਰ ਧਿਆਨ ਨਾਲ ਸਮਝਿਓ। ਇਸ ਤੋਂ ਬਾਅਦ ਅਸੀਂ ਕੁਐਸਚਨ ਨੰਬਰ ਕਰਦੇ ਹਾਂ ਅੱਗੇ 11। ਆ ਦੇਖੋ ਬੱਚਿਓ 11ਵੇਂ ਕੁਐਸਚਨ ਦੀ ਸਟੇਟਮੈਂਟ ਕੀ ਆ, ਇੱਕ ਪਹਾੜੀ ਦੀ ਚੋਟੀ ਤੋਂ ਪੂਰਬ ਵੱਲ ਸੜਕ 'ਤੇ ਲੱਗੇ ਮੀਲ ਪੱਥਰਾਂ, ਜਿਹੜੇ ਮੀਲ ਪੱਥਰ ਲੱਗੇ ਹੋਏ ਨੇ ਉਹਨਾਂ ਦੀ ਦੂਰੀ ਕਿਹ 'ਚ ਦਿੱਤੀ ਆ, ਕਿਲੋਮੀਟਰਾਂ ਵਿੱਚ, ਨੂੰ ਵੇਖਣ 'ਤੇ ਦੋ ਨਾਲ ਲੱਗਦੇ ਪੱਥਰਾਂ ਦੇ ਨਿਵਾਨ ਕੋਣ 30 ਡਿਗਰੀ ਅਤੇ 45 ਡਿਗਰੀ ਹਨ। ਪਹਾੜੀ ਦੀ ਉਚਾਈ ਪਤਾ ਕਰੋ। ਦੇਖੋ ਬੱਚਿਓ ਆਹ ਮੀਲ ਪੱਥਰ ਨੇ ਜਿਹੜੇ ਕਿ ਕਿਲੋਮੀਟਰਾਂ ਵਿੱਚ ਦਿੱਤੇ ਨੇ, ਇਹਨਾਂ ਦਾ ਜਿਹੜਾ ਡਿਫਰੈਂਸ ਆਪਸ ਵਿੱਚ 1 ਕਿਲੋਮੀਟਰ ਦਾ ਹੋਏਗਾ, ਕਿਉਂਕਿ ਜਿਹਨੂੰ ਅਸੀਂ ਮੀਲ ਪੱਥਰ ਕਹਿੰਦੇ ਹਾਂ ਉਹ ਹਰ 1 ਕਿਲੋਮੀਟਰ ਬਾਅਦ ਉਹ ਸੜਕ ਦੇ ਕਿਨਾਰੇ 'ਤੇ ਲੱਗੇ ਹੁੰਦੇ ਨੇ। ਹੁਣ ਇਹਨਾਂ ਦੋਨਾਂ ਦੀ ਦੂਰੀ ਪੱਥਰਾਂ ਦੀ ਇੰਨੀ ਆ, ਅਤੇ ਜਦੋਂ ਪਹਾੜੀ ਤੋਂ ਦੇਖਿਆ ਤਾਂ ਇੱਕ ਦਾ ਨਿਵਾਨ ਕੋਣ 30 ਡਿਗਰੀ ਬਣਿਆ ਅਤੇ ਦੂਸਰੇ ਦਾ 45 ਡਿਗਰੀ। ਹੁਣ ਅਸੀਂ ਇਹ 'ਚੋਂ ਕੱਢਣਾ ਕੀ ਆ, ਪਹਾੜੀ ਦੀ ਉਚਾਈ। ਚਲੋ ਇਹਦੀ ਡਾਇਗਰਾਮ ਬਣਾ ਕੇ ਅਤੇ ਫਿਰ ਸਮਝਦੇ ਹਾਂ ਇਸ ਸਟੇਟਮੈਂਟ ਨੂੰ। ਆ ਦੇਖੋ ਇਹਦੇ 'ਚ ਇੱਧਰਲੀ ਸਾਈਡ 'ਤੇ ਈਸਟ ਯਾਨੀ ਕਿ ਪੂਰਬ, ਇੱਧਰ ਵੈਸਟ, ਅਤੇ ਇੱਧਰ ਨੌਰਥ ਅਤੇ ਇੱਧਰ ਸਾਊਥ। ਹੁਣ ਆਹ ਜਿਹੜੀਆਂ ਡਾਇਰੈਕਸ਼ਨਸ ਨੇ ਅਸੀਂ ਇਸ ਪਾਸੇ ਨੂੰ ਡਾਇਗਰਾਮ ਬਣਾਉਣੀ ਆ, ਯਾਨੀ ਕਿ ਇੱਧਰ ਪਹਾੜੀ ਦੀ ਚੋਟੀ ਹੋਏਗੀ ਅਤੇ ਇੱਧਰੋਂ ਪੂਰਬ ਦਿਸ਼ਾ ਵੱਲ ਦੇਖ ਰਹੇ ਆ, ਅਤੇ ਪੂਰਬ ਦਿਸ਼ਾ ਵੱਲ ਦੇਖਣ ਨਾਲ ਜਿਹੜੇ ਦੋ ਮੀਲ ਪੱਥਰ ਨੇ ਉਹਨਾਂ ਦੇ ਨਿਵਾਨ ਕੋਣ ਦਿੱਤੇ ਨੇ। ਹੁਣ ਚਲੋ ਇਹ ਡਾਇਗਰਾਮ ਬਣਾਉਂਦੇ ਹਾਂ ਇੱਥੇ ਅਸੀਂ। ਆਹ ਦੇਖੋ ਸਭ ਤੋਂ ਪਹਿਲਾਂ ਮੈਂ ਇਸ ਤਰ੍ਹਾਂ ਕਰਕੇ ਇੱਕ ਲਾਈਨ ਖਿੱਚੀ। ਇਹ ਮੰਨ ਲਓ ਕਿ ਇੱਕ ਪਹਾੜੀ ਆ, ਅਤੇ ਇਹਦਾ ਨਾਮ ਵੀ ਅਸੀਂ ਆਪਣੇ ਹਿਸਾਬ ਨਾਲ ਜਿਹੜਾ ਮਰਜ਼ੀ ਰੱਖ ਸਕਦੇ ਹਾਂ, A ਅਤੇ
B। ਹੁਣ ਇਹ ਜਿਹੜੀ ਪਹਾੜੀ ਆ ਇਹ ਇਸ ਤਰ੍ਹਾਂ ਬਿਲਕੁਲ ਗਰਾਊਂਡ ਦੇ ਨਾਲ ਆ ਦੇਖੋ ਇੱਥੇ ਕੋਣ ਬਣੇਗਾ 90 ਡਿਗਰੀ ਦਾ। ਇੱਥੇ ਮੈਂ ਲਿਖ ਲੈਣਾ ਕਿ ਆ ਪਹਾੜੀ ਆ। ਹੁਣ ਮੰਨ ਲਓ ਕਿ ਇਹ ਪਹਾੜੀ ਬਿਲਕੁਲ ਆ ਸੜਕ ਦੇ ਕਿਨਾਰੇ 'ਤੇ ਇੱਥੇ 2 ਮੀਲ ਪੱਥਰ ਲੱਗੇ ਹੋਏ ਨੇ। ਇੱਕ ਮੀਲ ਪੱਥਰ ਇੱਥੇ ਆ ਅਤੇ ਦੂਸਰਾ ਮੀਲ ਪੱਥਰ ਕਿਤੇ ਇੱਧਰਲੀ ਸਾਈਡ 'ਤੇ ਆ। ਹੁਣ ਇਹਨਾਂ ਦੇ ਵੀ ਪੁਆਇੰਟ ਲੈ ਲੈਂਦੇ ਹਾਂ। ਮੰਨ ਲਓ ਆਹ ਮੀਲ ਪੱਥਰ ਜਿਹੜਾ ਵਾ C ਬਿੰਦੂ 'ਤੇ ਆ ਅਤੇ ਇੱਕ ਮੀਲ ਪੱਥਰ D ਬਿੰਦੂ 'ਤੇ ਆ ਅਤੇ ਦਿਸ਼ਾ ਇਹਨਾਂ ਦੀ ਕਿਹੜੀ ਆ ਪੂਰਬ ਵੱਲ ਨੂੰ। ਆ ਮੈਂ ਤੁਹਾਨੂੰ ਦੱਸਿਆ ਸੀ ਇੱਥੇ ਕਿ ਜਿਹੜੀ ਪੂਰਬ ਸਾਈਡ ਵਾ ਦੇਖੋ ਉੱਪਰ ਬਣਾ ਕੇ ਦੱਸਿਆ ਸੀਗਾ ਕਿ ਇਸ ਪਾਸੇ ਨੂੰ ਲੈਣਾ, ਪੂਰਬ ਦਿਸ਼ਾ ਵੱਲ ਲੱਗੇ ਹੋਏ ਨੇ। ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ, ਇਹ 'ਚ 2 ਕੋਣ ਦਿੱਤੇ ਨੇ, ਇੱਕ 30 ਡਿਗਰੀ ਅਤੇ ਇੱਕ 45। ਜ਼ਿਆਦਾਤਰ ਬੱਚਿਆਂ ਨੂੰ ਇਹੀ ਭੁਲੇਖਾ ਪੈਂਦਾ ਕਿ ਅਸੀਂ 30 ਡਿਗਰੀ ਕੋਣ ਅੰਦਰ ਲੈਣਾ ਕਿ ਜਾਂ ਬਾਹਰ ਲੈਣਾ। ਹੁਣ ਦੇਖੋ ਜਦੋਂ ਜਿਹੜਾ ਐਂਗਲ ਆਫ ਡਿਪਰੈਸ਼ਨ ਵਾ ਆ ਦੇਖੋ ਜਿਹੜੇ ਨਿਵਾਨ ਕੋਣ ਹੁੰਦੇ ਨੇ, ਮੰਨ ਲਓ ਇੱਥੋਂ ਬੰਦੇ ਦੀ ਨਜ਼ਰ ਬਿਲਕੁਲ ਸਿੱਧੀ ਆ, ਜਦੋਂ ਉਹਨੇ ਥੱਲੇ ਨੂੰ ਦੇਖਿਆ ਅਤੇ ਜਿਹੜਾ 30 ਡਿਗਰੀ ਕੋਣ ਵਾ, ਹੁਣ ਧਿਆਨ ਨਾਲ ਸੁਣਿਓ ਇੱਥੋਂ ਆ ਦੇਖੋ ਇੱਥੇ ਕੋਣ 90 ਆ, ਇੱਧਰ ਨੂੰ ਜਿਹੜੀ ਗਿਣਤੀ ਆ 90 ਡਿਗਰੀ ਕੋਣ ਜਿਹੜਾ ਵਾ ਜਦੋਂ ਇੱਥੋਂ ਹਿੱਲੇਗੀ ਆਹ ਵਾਲੀ, ਮੰਨ ਲਓ ਕਿ ਤੁਸੀਂ ਕੋਈ ਧਾਗਾ ਬੰਨ੍ਹ ਕੇ ਲਮਕਾਇਆ ਹੋਇਆ ਥੱਲੇ ਨੂੰ, ਇਹ ਇੱਥੇ ਆ ਕੇ 90 ਹੋ ਜਾਂਦਾ ਬਿਲਕੁਲ ਸਿੱਧਾ ਪਰਪੈਂਡੀਕੂਲਰ। ਜਦੋਂ ਇਹ ਤੋਂ ਪਿੱਛੇ ਜਾਏਗਾ ਤਾਂ ਇਹਦੀ ਗਿਣਤੀ ਘਟਦੀ ਜਾਏਗੀ, ਯਾਨੀ ਕਿ 90 ਤੋਂ ਪਿੱਛੇ 99 88 87 ਇਸ ਤਰ੍ਹਾਂ ਕਰਕੇ ਇੱਧਰ ਨੂੰ ਇਹਦੀ ਕਾਊਂਟਿੰਗ ਪੁੱਠੀ ਚੱਲੇਗੀ। ਹੁਣ ਉਹਦੇ 'ਚ ਕੀ ਹੋਣਾ ਵਾ ਕਿ ਜਿਹੜਾ 45 ਆ ਉਹ ਪਹਿਲਾਂ ਆਉਣਾ ਜੇ ਅਤੇ 30 ਬਾਅਦ 'ਚ ਆਏਗੀ ਗਿਣਤੀ 'ਚ। ਇਹ ਤੁਸੀਂ ਗੱਲ ਨੂੰ ਸਮਝ ਹੀ ਗਏ ਹੋ। ਇੱਥੋਂ 99 88 87 ਕਰਦੇ ਆ ਇਸ ਤਰ੍ਹਾਂ ਕਰਕੇ 50 ਇੱਧਰ, ਉਸ ਤੋਂ ਬਾਅਦ 40 ਇਸ ਤਰ੍ਹਾਂ, ਅਤੇ 50 ਅਤੇ 45 ਫਿਰ 40 ਅਤੇ ਅੱਗੇ ਜਾ ਕੇ 30 ਆਏਗਾ। ਹੁਣ ਜਦੋਂ ਅਸੀਂ ਉੱਪਰੋਂ ਕੋਣ ਬਣਾਉਣਾ, ਸਭ ਤੋਂ ਪਹਿਲਾਂ ਤਾਂ ਬਾਹਰ ਵਾਲੇ ਪੱਥਰ ਨੂੰ ਦੇਖਿਆ ਤਾਂ ਉੱਥੇ ਕੋਣ ਆਏਗਾ 30 ਡਿਗਰੀ। ਆ ਦੇਖੋ ਇਹ ਇੱਥੋਂ 30 ਡਿਗਰੀ ਬਣਿਆ ਅਤੇ ਇਹ ਵਾਲਾ ਕੋਣ ਕਿੱਥੇ ਆ ਗਿਆ ਇੱਧਰਲੀ ਸਾਈਡ 'ਤੇ, ਬਾਹਰ ਵਾਲੀ ਸਾਈਡ 'ਤੇ, ਇਹ ਬਣ ਗਿਆ 30 ਡਿਗਰੀ। ਹੁਣ ਇੱਥੇ ਅਸੀਂ 30 ਲਿਖ ਕੇ ਇੱਥੇ 30 ਕਿਉਂ ਲਿਖਦੇ ਹਾਂ? ਦੇਖੋ ਜਿਹੜੀਆਂ 2 ਸਮਾਂਤਰ ਰੇਖਾਵਾਂ ਹੁੰਦੀਆਂ ਨੇ ਔਰ ਉਹਦੇ ਵਿੱਚ ਇੱਕ ਕਾਟਵੀਂ ਰੇਖਾ ਹੁੰਦੀ ਹੈ, ਤਾਂ ਉਹਨਾਂ ਦੇ ਜਿਹੜੇ ਆੜੇ ਅੰਦਰਲੇ ਇਕਾਂਤਰ ਕੋਣ ਜਿਹਨਾਂ ਨੂੰ ਅਸੀਂ ਅਲਟਰਨੇਟ ਇੰਟੀਰੀਅਰ ਐਂਗਲਸ ਬੋਲਦੇ ਹਾਂ, ਉਹ ਦੋਨੋਂ ਬਰਾਬਰ ਹੁੰਦੇ ਆ। ਇਹ ਇਸ ਤਰ੍ਹਾਂ ਬਣ ਜਾਂਦੇ ਆ। ਹੁਣ ਆਹ ਦੇਖੋ ਦੂਸਰੀ ਵਾਰੀ ਜਦੋਂ ਉਹਨੇ ਥੋੜ੍ਹਾ ਜਿਹਾ ਹੋਰ ਉਰੇ ਕਰਕੇ ਦੂਸਰੇ ਪੱਥਰ ਨੂੰ ਦੇਖਿਆ ਉੱਪਰੋਂ, ਅਤੇ ਉਹਦੇ ਉੱਪਰ ਕਹਿੰਦੇ ਵੀ ਐਂਗਲ ਕਿੰਨਾ ਬਣਿਆ 45 ਡਿਗਰੀ। ਹੁਣ ਆਹ ਦੇਖੋ 45 ਡਿਗਰੀ ਦਾ ਕੋਣ 30 ਤੋਂ ਵੱਡਾ ਹੀ ਹੋਏਗਾ, ਅਤੇ ਇੱਥੇ 45 ਡਿਗਰੀ ਅਤੇ ਆਹ ਕੋਣ ਆ ਗਿਆ ਅੰਦਰ 45 ਡਿਗਰੀ। ਇਹ ਡਾਇਗਰਾਮ ਆ, ਇਹਨੂੰ ਇਹ ਨਾ ਸਮਝੋ ਵੀ ਪੂਰੀ ਮੇਜਰਮੈਂਟ ਕਰਕੇ ਲਿਆ ਜਾਂ ਕਿਸ ਤਰ੍ਹਾਂ ਵਾ। ਇਹ ਸਿਰਫ ਅੰਦਾਜ਼ਾ ਅਸੀਂ ਡਾਇਗਰਾਮ ਬਣਾਈ ਆ ਸਿਰਫ ਦੱਸਣ ਵਾਸਤੇ। ਹੁਣ ਦੇਖੋ ਉਹਨਾਂ ਨੇ ਕਿਹਾ ਕਿ ਜਿਹੜੇ ਦੋਨੋਂ ਮੀਲ ਪੱਥਰ ਸੀਗੇ ਕਿਲੋਮੀਟਰਾਂ ਵਿੱਚ ਇਹਨਾਂ ਦੇ ਵਿੱਚ ਦੂਰੀ ਦਿੱਤੀ ਹੋਈ ਸੀ। ਹੁਣ ਦੂਰੀ ਕਿੰਨੀ ਹੋਏਗੀ ਤੁਹਾਨੂੰ ਉੱਥੇ ਲਿਖਿਆ ਕਿਲੋਮੀਟਰਾਂ 'ਚ। ਮੀਲ ਪੱਥਰ ਮੈਂ ਪਹਿਲਾਂ ਦੱਸਿਆ ਸੀ ਸਟੇਟਮੈਂਟ 'ਚ ਕਿ ਦੋਨੋਂ ਦੀ ਦੂਰੀ ਆਪਸ 'ਚ 1 ਕਿਲੋਮੀਟਰ ਹੁੰਦੀ ਜੇ। ਹਰ ਕਿਲੋਮੀਟਰ ਦੇ ਉੱਪਰ ਪੱਥਰ ਲੱਗੇ ਹੁੰਦੇ ਆ। 1 ਕਿਲੋਮੀਟਰ ਦੋਨਾਂ ਦੇ ਵਿੱਚ ਦੂਰੀ ਆ ਗਈ C ਤੋਂ ਲੈ ਕੇ D ਦੇ ਵਿੱਚ। ਹੁਣ ਇੱਥੋਂ ਲੈ ਕੇ ਇੱਥੋਂ ਤੱਕ ਦੂਰੀ ਨਹੀਂ ਹੈਗੀ B ਤੋਂ C ਤੱਕ, ਇਹ ਅਸੀਂ ਲੈਟ ਕਰ ਲਾਂਗੇ। ਇਹ ਮੰਨ ਲਓ ਕਿ X ਕਿਲੋਮੀਟਰ ਆ, ਜਿਹੜੀ ਇੱਥੋਂ ਲੈ ਕੇ ਇੱਥੋਂ ਤੱਕ ਇਹ X ਕਿਲੋਮੀਟਰ, ਅਤੇ ਅੱਗੇ ਇੱਥੋਂ ਲੈ ਕੇ ਇੱਥੋਂ ਤੱਕ ਇੱਕ ਵਾਰ ਜਦੋਂ ਜੋੜਾਂਗੇ ਅਤੇ ਇੱਥੋਂ ਆ ਪੂਰੇ ਦੂਰੀ ਪਤਾ ਲੱਗ ਜਾਏਗੀ ਵੀ ਜਿਹੜਾ ਦੂਸਰਾ ਪੱਥਰ ਹੈ ਕਿੰਨੀ ਦੂਰੀ 'ਤੇ ਆ। ਅਸੀਂ ਸਵਾਲ 'ਚ ਦੇਖਾਂਗੇ ਸਾਨੂੰ ਕੀ ਚਾਹੀਦਾ, ਲੇਕਿਨ ਸਾਨੂੰ ਉਹਨਾਂ ਨੇ ਕੱਢਣ ਲਈ ਕੀ ਕਿਹਾ ਵਾ? ਪਹਾੜੀ ਦੀ ਉਚਾਈ। ਉਹਨਾਂ ਨੇ ਕਿਹਾ ਕਿ ਇਹ ਪਤਾ ਕਰਨਾ ਵੀ ਇਹ ਕਿੰਨੀ ਆ। ਅਸੀਂ ਮੰਨ ਲਓ ਕਿ ਪਹਾੜੀ ਦੀ ਜਿਹੜੀ ਉਚਾਈ ਆ ਉਹਨੂੰ ਅਸੀਂ ਹਾਈਟ ਨੂੰ ਛੋਟੇ h ਨਾਲ ਲਿਖ ਲੈਂਦੇ ਹਾਂ ਵੀ ਇਹ ਪਹਾੜੀ ਦੀ ਉਚਾਈ ਛੋਟਾ h ਅਸੀਂ ਇੱਥੇ ਲਿਖ ਦਿੱਤਾ। ਹੁਣ ਜਿਹੜੀ ਚੀਜ਼ ਅਸੀਂ ਇਹਦੇ 'ਚ ਲਈ ਆ ਅਸੀਂ ਉਹਨੂੰ ਇੱਥੇ ਲਿਖਦੇ ਜਾਵਾਂਗੇ ਅਤੇ ਜਿਹੜਾ ਕੁਐਸਚਨ ਆ ਉਹਨੂੰ ਸੋਲਵ ਕਰ ਲਾਂਗੇ। ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਪਹਾੜੀ ਦੀ ਉਚਾਈ ਲੈਟ ਕੀਤੀ ਆ, ਉਹ ਲਿਖ ਲੈਂਦੇ ਹਾਂ ਅਸੀਂ। ਮੰਨ ਲਓ ਪਹਾੜੀ ਦੀ ਉਚਾਈ ਬਰਾਬਰ h। ਹੁਣ ਦੇਖੋ ਸਾਡਾ ਸਵਾਲ ਹੈਗਾ ਕਿਲੋਮੀਟਰਾਂ 'ਚ, ਅਤੇ ਅਸੀਂ ਇਹਦੇ ਨਾਲ ਵੀ ਕਿਲੋਮੀਟਰ ਹੀ ਲਿਖਾਂਗੇ। ਹੁਣ
ਸੀ ਤੋਂ ਲੈ ਕੇ ਡੀ ਤੱਕ ਜਿਹੜੇ ਦੋ ਸੜਕ ਦੇ ਲੱਗੇ ਜਿਹੜੇ ਮੀਲ ਪੱਥਰ ਨੇ ਉਹਨਾਂ ਦੇ ਵਿਚਲੀ ਦੂਰੀ ਸੀ ਤੋਂ ਡੀ 2 ਮੀਲ ਪੱਥਰਾਂ ਵਿਚਕਾਰਲੀ ਮੀਲ ਪੱਥਰਾਂ ਦੇ ਲਿਖ ਲਓ ਨਾਲ ਦੇ ਵਿਚਕਾਰਲੀ ਦੂਰੀ ਬਰਾਬਰ ਕਿੰਨੀ ਆ 1 ਕਿਲੋਮੀਟਰ। ਇਹ ਮੀਲ ਪੱਥਰ ਹਮੇਸ਼ਾ ਸੜਕ ਦੇ ਕਿਨਾਰੇ 'ਤੇ 1 ਕਿਲੋਮੀਟਰ ਦੀ ਵਿੱਥ 'ਤੇ ਹੀ ਲੱਗੇ ਹੁੰਦੇ ਨੇ। ਹੁਣ ਆ ਵੀ ਲਿਖ ਲਿਆ ਅਸੀਂ, ਉਚਾਈ ਮੰਨੀ ਸੀ ਉਹ ਵੀ ਲਿਖ ਲਿਆ, ਅਤੇ ਇੱਕ ਅਸੀਂ ਆਹ ਲੈਟ ਕੀਤਾ ਸੀ ਕਿ ਜਿਹੜਾ ਬੀ ਸੀ ਆ ਇਹ ਐਕਸ ਵਾ। ਮੰਨ ਲਓ ਬੀ ਸੀ ਬਰਾਬਰ ਐਕਸ ਕਿਲੋਮੀਟਰ। ਹੁਣ ਦੇਖੋ ਆਹ ਸਾਨੂੰ ਲੈਟ ਕਿਉਂ ਕਰਨਾ ਪੈਂਦਾ ਵਾ, ਉਹ ਇਸ ਕਰਕੇ ਕਿ ਆਹ ਜਿਹੜਾ ਫਾਰਮੂਲਾ ਬਣਨਾ, ਜਿਹੜੀ ਟਰਾਇੰਗਲ ਬਣਨੀ ਏ ਬੀ ਸੀ, ਉਹਦੇ ਵਿੱਚ ਸਾਨੂੰ ਲੰਬ ਬਟਾ ਆਧਾਰ ਚਾਹੀਦਾ, ਅਤੇ ਆਹ ਸਾਨੂੰ ਲੈਟ ਕਰਨਾ ਪੈਂਦਾ ਕਿਉਂਕਿ ਆਹ ਸਾਨੂੰ ਨਹੀਂ ਚਾਹੀਦੀ, ਸਾਨੂੰ ਤਿਰਛੀ ਉਚਾਈ ਨਹੀਂ ਪੁੱਛੀ, ਇਸ ਕਰਕੇ ਇਹਨਾਂ ਦੀ ਲੋੜ ਨਹੀਂ ਆ। ਅਸੀਂ ਆਹ ਮੰਨ ਲੈਂਦੇ ਹਾਂ ਕਿਉਂਕਿ ਅਸੀਂ ਇਹੀ ਵੈਲਿਊ ਫਾਈਂਡ ਕਰਨੀ ਆ ਜਦੋਂ ਇਹਦੇ 'ਤੇ ਫਾਰਮੂਲਾ ਲੱਗੇਗਾ। ਹੁਣ ਅਸੀਂ ਪਹਿਲਾਂ ਟਰਾਇੰਗਲ ਲੈ ਲੈਣਾ ਏ ਬੀ ਸੀ, ਅਤੇ ਨਾਲ ਨਾਲ ਲਿਖੀ ਜਾਵਾਂਗੇ ਸਮਕੋਣੀ ਤ੍ਰਿਭੁਜ ਏ ਬੀ ਸੀ ਵਿੱਚ। ਹੁਣ ਪਹਿਲਾਂ ਜਿਹੜੀ ਤ੍ਰਿਭੁਜ ਲਈ ਆ ਏ ਬੀ ਸੀ, ਉਹਦੇ ਵਿੱਚ ਦੇਖੋ ਆ ਬੀ ਕੋਣ ਸਮਕੋਣ ਵਾ, ਕੋਣ ਹੈਗਾ 45 ਦਾ, ਲੰਬ ਬਟਾ ਆਧਾਰ ਕਿਹੜਾ ਫਾਰਮੂਲਾ ਬਣਿਆ ਟੈਨ ਦਾ, ਇੱਥੇ ਲਿਖਾਂਗੇ ਟੈਨ 45 ਡਿਗਰੀ ਬਰਾਬਰ ਲੰਬ ਬਟਾ ਆਧਾਰ, ਲੰਬ ਆਹ ਵਾਲਾ ਆ ਗਿਆ ਏ ਬੀ, ਅਤੇ ਆਧਾਰ ਕੀ ਹੈ ਇਹਦਾ ਬੀ ਸੀ। ਹੁਣ ਇਹਦੇ 'ਚ ਅਸੀਂ ਵੈਲਿਊ ਪੁੱਟ ਕਰਾਂਗੇ, ਟੈਨ 45 ਕਿੰਨਾ ਹੁੰਦਾ 1, ਏ ਬੀ ਜਿਹੜਾ ਹਾਈਟ ਵਾ ਉਹ ਐਚ ਮੰਨੀ ਅਸੀਂ, ਅਤੇ ਜਿਹੜਾ ਬੀ ਸੀ ਆ ਆਧਾਰ ਉਹ ਅਸੀਂ ਐਕਸ ਮੰਨਿਆ। ਹੁਣ ਇਹਨੂੰ ਜਦੋਂ ਤਿਰਛੀ ਇੱਧਰ ਨੂੰ ਗੁਣਾ ਕਰਾਂਗੇ ਅਤੇ ਐਕਸ ਬਣ ਜਾ ਐਕਸ, ਅਤੇ ਐਚ ਬਰਾਬਰ ਕੀ ਆ ਗਿਆ ਐਕਸ। ਇਹ ਸਾਡੇ ਕੋਲ ਆ ਗਿਆ ਐਕਸ ਐਚ ਬਰਾਬਰ ਐਕਸ, ਇਹਨੂੰ ਅਸੀਂ ਰੱਖ ਲਾਂਗੇ ਸਮੀਕਰਨ ਨੰਬਰ 1। ਹੁਣ ਅਸੀਂ ਲਵਾਂਗੇ ਦੂਸਰੀ ਤ੍ਰਿਭੁਜ, ਉਹ ਕਿਹੜੀ ਬਣਦੀ ਆ ਏ ਬੀ ਡੀ। ਆ ਦੇਖੋ ਏ ਬੀ ਅਤੇ ਡੀ, ਇਸ ਤ੍ਰਿਭੁਜ ਨੂੰ ਲੈ ਕੇ ਅਸੀਂ ਸੋਲਵ ਕਰਾਂਗੇ। ਹੁਣ ਕੀ ਲਿਖਾਂਗੇ ਸਮਕੋਣੀ ਤ੍ਰਿਭੁਜ ਏ ਬੀ ਡੀ ਵਿੱਚ। ਇਹਦੇ ਵਿੱਚ ਹੁਣ ਸਾਡੇ ਕੋਲ ਐਂਗਲ 30 ਡਿਗਰੀ ਆ, ਇੱਥੇ ਲਿਖ ਲਾਂਗੇ ਟੈਨ 30 ਡਿਗਰੀ ਬਰਾਬਰ ਏ ਬੀ ਬਟਾ ਬੀ ਡੀ, ਪੂਰੀ ਦੂਰੀ ਇੱਥੋਂ ਲੈ ਕੇ ਇੱਥੋਂ ਤੱਕ। ਹੁਣ ਆ ਦੇਖੋ ਪਿਛਲੇ ਕੁਐਸਚਨ 'ਚ ਵੀ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਕਿ ਜਿਹੜੀ ਆਹ ਦੂਰੀ ਪੂਰੀ ਆ ਬੀ ਡੀ, ਜੇ ਤੁਸੀਂ ਪਹਿਲਾਂ ਕੱਢਣੇ ਚਾਹੋ ਤਾਂ x+1 ਆਏਗਾ ਕਿਉਂਕਿ ਆਹ ਦੋਨਾਂ ਦਾ ਜੋੜ। ਅਤੇ ਮੈਂ ਤੁਹਾਨੂੰ ਇੱਥੇ ਲਿਖ ਦਿੰਦਾ ਬੀ ਸੀ ਐਕਸ ਸੀ, ਇਹਦੇ ਲਾਗੇ ਲਿਖ ਲਓ ਤੁਸੀਂ ਕਿ ਜਿਹੜਾ ਬੀ ਡੀ ਆ ਉਹ ਹੈਗਾ x+1 ਕਿਲੋਮੀਟਰ। ਇੱਥੇ ਲਿਖ ਲਿਓ ਉੱਪਰ ਬੀ ਡੀ ਬਰਾਬਰ x+1 ਕਿਲੋਮੀਟਰ। ਹੁਣ ਇਹਦੇ 'ਚ ਵੈਲਿਊ ਪੁੱਟ ਕਰਾਂਗੇ, ਟੈਨ 30 ਡਿਗਰੀ ਜਿਹੜਾ ਵਾ ਉਹ ਹੁੰਦਾ ਜੇ 1/√3, ਏ ਬੀ ਐਚ ਵਾ ਹਾਈਟ, ਅਤੇ ਬੀ ਡੀ ਕਿੰਨਾ ਆਇਆ ਦੋਨਾਂ ਦਾ ਜੋੜ x+1, ਇੱਥੇ ਲਿਖ ਲਿਆ। ਹੁਣ ਇਹਨਾਂ ਦੀ ਜਦੋਂ ਅਸੀਂ ਤਿਰਛੀ ਗੁਣਾ ਕਰਾਂਗੇ ਤਾਂ ਐਚ ਦੀ ਵੈਲਿਊ ਆ ਜਾਏਗੀ, ਆ ਇੱਧਰ ਚੱਲ ਜਾਏਗਾ, ਅਤੇ ਇੱਥੋਂ ਸਾਡੇ ਕੋਲ ਐਚ ਦੀ ਵੈਲਿਊ ਆ ਜਾਏਗੀ ਐਚ ਬਰਾਬਰ, ਇਹਨੂੰ ਮਲਟੀਪਲਾਈ 1 ਨਾਲ ਕੀਤਾ ਅਤੇ x+1 ਹੀ ਰਹੇਗਾ, ਇਹਦੇ ਥੱਲੇ ਵਰਗਮੂਲ 3। ਇਹ ਸਾਡੇ ਕੋਲ ਆ ਗਈ ਸਮੀਕਰਨ ਨੰਬਰ 2। ਹੁਣ ਅਸੀਂ ਕੀ ਕਰਨਾ, ਆ ਦੇਖੋ x ਦੀ ਵੈਲਿਊ ਫਾਈਂਡ ਕਰਨੀ ਆ ਪਹਿਲਾਂ ਅਸੀਂ। ਆ ਦੇਖੋ h ਬਰਾਬਰ ਐਕਸ ਵਾ, ਮੈਂ ਇਹ ਵਾਲਾ ਮੁੱਲ ਜਿਹੜਾ ਪਹਿਲੀ ਸਮੀਕਰਨ ਦਾ ਇੱਥੇ ਦੂਜੀ ਸਮੀਕਰਨ ਦੇ ਵਿੱਚ ਭਰ ਦਿੰਦਾ h ਦਾ ਮੁੱਲ x, ਅਤੇ ਇਹਨੂੰ ਸੋਲਵ ਕਰਾਂਗਾ ਤਾਂ ਸਾਡੇ ਕੋਲ x ਦੀ ਵੈਲਿਊ ਆ ਜਾਏਗੀ। ਚਲੋ ਇੱਥੋਂ ਲਿਖਦੇ ਹਾਂ ਫਰੋਮ 1 ਐਂਡ 2 ਕਿ ਸਮੀਕਰਨ ਨੰਬਰ 1 ਅਤੇ 2 ਤੋਂ। ਹੁਣ ਆ h ਬਰਾਬਰ ਐਕਸ ਮੈਂ ਇੱਥੇ ਲਿਖ ਦਿੱਤਾ, ਇਹ ਕੀ ਆ ਗਿਆ x ਬਰਾਬਰ x+1 ਬਟਾ ਵਰਗਮੂਲ 3। ਹੁਣ ਆ ਵਰਗਮੂਲ 3 ਨੂੰ x ਨਾਲ ਗੁਣਾ ਕੀਤਾ ਅਤੇ ਕਿੰਨਾ ਆ ਗਿਆ ਵਰਗਮੂਲ 3x ਬਰਾਬਰ x+1। x ਵਾਲੀਆਂ ਟਰਮਾਂ ਇੱਕ ਪਾਸੇ ਕਰ ਲਈਆਂ, ਵਰਗਮੂਲ 3x
ਘਟਾਓ x ਬਰਾਬਰ 1। ਹੁਣ ਇਹਦੇ ਚੋਂ x ਸਾਂਝਾ ਆ ਗਿਆ, ਇੱਥੇ ਬਚਿਆ ਵਰਗਮੂਲ 3 ਘਟਾਓ 1 ਬਰਾਬਰ 1। ਤੇ ਇੱਥੋਂ x ਦੀ ਵੈਲਿਊ ਕਿੰਨੀ ਆ ਗਈ, x ਬਰਾਬਰ ਹੁਣ ਆ ਜਿਹੜਾ ਵਰਗਮੂਲ 3 ਘਟਾਓ 1 ਆ 1 ਦੇ ਥੱਲੇ ਆ ਜਾਏਗਾ ਇੱਧਰ 1 ਬਟਾ ਵਰਗਮੂਲ 3 ਘਟਾਓ 1। ਆ ਸਾਡੇ ਕੋਲ ਆ ਗਏ x। ਹੁਣ ਇਸ ਤੋਂ ਬਾਅਦ ਕੀ ਕਰਨਾ, ਥੱਲਿਓਂ ਵਰਗਮੂਲ ਮੈਂ ਤੁਹਾਨੂੰ ਕਿਹਾ ਸੀ ਵੀ ਜਦੋਂ ਵੀ ਕਿਸੇ ਕੁਐਸਚਨ 'ਚ ਆ ਜੇ ਸਾਡੀ ਕੈਲਕੂਲੇਸ਼ਨ ਖਤਮ ਹੋਣ ਦੇ ਕਿਨਾਰੇ ਹੋਵੇ ਤੇ ਅਸੀਂ ਉਹਨੂੰ ਰੈਸ਼ਨਲਾਈਜ਼ ਕਰਦੇ ਹਾਂ, ਪਰਿਮੇਯੀਕਰਨ। ਉਹ ਕਿਸ ਤਰ੍ਹਾਂ ਕਰਨਾ ਅਸੀਂ, ਹੁਣ ਆ ਦੇਖਿਓ ਮੈਂ ਇੱਥੇ ਲਿਖ ਲਾਂਗਾ ਇਹਨੂੰ x ਬਰਾਬਰ 1 ਬਟਾ ਵਰਗਮੂਲ 3 ਘਟਾਓ 1 ਗੁਣਾ, ਹੁਣ ਇਹਦੇ 'ਚ ਘਟਾਓ ਆ, ਇੱਧਰ ਵਰਗਮੂਲ 3 ਜਮਾ 1 ਅਤੇ ਥੱਲੇ ਵੀ ਵਰਗਮੂਲ 3 ਜਮਾ 1। ਹੁਣ ਅਸੀਂ ਆਹ ਕਿਉਂ ਲੈਂਦੇ ਹਾਂ, ਕਿਉਂਕਿ ਥੱਲੇ ਫਾਰਮੂਲਾ ਬਣ ਜਾਂਦਾ a ਮਾਈਨਸ b ਅਤੇ a ਪਲੱਸ b ਦਾ, ਅਤੇ ਇੱਧਰ ਦੋਨੋਂ ਬਰਾਬਰ ਤਾਂ ਲੈਂਦੇ ਹਾਂ ਕਿ ਜੇ ਅਸੀਂ ਇਹਨਾਂ ਦੋਨਾਂ ਨੂੰ ਕੱਟ ਵੀ ਦਈਏ ਤਾਂ ਸਾਡੇ ਕੋਲ ਫਿਰ ਉਹੀ ਰਕਮ ਆ ਜਾਏ ਜਿੱਥੋਂ ਅਸੀਂ ਸਵਾਲ ਸ਼ੁਰੂ ਕੀਤਾ ਸੀ। ਹੁਣ ਇੱਧਰ ਫਾਰਮੂਲਾ ਬਣ ਗਿਆ, ਉੱਪਰ ਇਹਨੂੰ 1 ਨਾਲ ਗੁਣਾ ਕੀਤੀ ਸਾਰੇ ਨੂੰ, ਅਤੇ ਇਹੀ ਰਹਿ ਜਾਏਗਾ ਵਰਗਮੂਲ 3 ਜਮਾ 1 ਅਤੇ ਥੱਲੇ a ਦੀ 2 ਯਾਨੀ ਕਿ ਵਰਗਮੂਲ 3 ਦੀ ਪਾਵਰ 2 ਮਾਈਨਸ 1 ਦੀ ਪਾਵਰ 2। ਇਹ ਬਣ ਗਿਆ ਵਰਗਮੂਲ 3 ਜਮਾ 1 ਬਟਾ ਇਹਦਾ ਵਰਗ, ਅਤੇ ਜਿਹੜਾ ਵਰਗਮੂਲ ਆ ਇਹ ਦੋਨੋਂ ਕੱਟੇ ਜਾਣਗੇ ਅਤੇ ਕੀ ਬਚਿਆ 3 ਅਤੇ ਇੱਧਰ 1 ਦਾ ਵਰਗ 1। ਇਹ ਕਿਹਦੇ ਬਰਾਬਰ ਆ ਗਿਆ, ਵਰਗਮੂਲ 3 ਜਮਾ 1 ਬਟਾ 2। ਇਹ ਸਾਡੇ ਕੋਲ ਕੀ ਆ ਗਈ, x ਦੀ ਵੈਲਿਊ ਆਈ। ਹੁਣ ਜਿਹੜਾ x ਵਾ ਉਹ ਕਿਹਦੇ ਬਰਾਬਰ ਆ ਦੇਖੋ x ਜਿਹੜਾ ਵਾ ਉਹ ਉਚਾਈ ਦੇ ਬਰਾਬਰ ਵਾ, ਆ ਜਿਹੜਾ h ਬਰਾਬਰ x। ਮੈਂ ਸਮੀਕਰਨ 1 ਵਿੱਚ x ਦਾ ਮੁੱਲ ਭਰ ਦਾਂਗਾ ਅਤੇ ਸਾਡੇ ਕੋਲ ਕੀ ਆ ਜਾਏਗਾ h, ਅਤੇ h ਅਸੀਂ ਕੀ ਲਿਆ ਸੀ, ਪਹਾੜੀ ਦੀ ਉਚਾਈ, ਅਤੇ ਇਹ ਸਾਡਾ ਸਵਾਲ ਦਾ ਆਨਸਰ ਹੋਏਗਾ। ਆ ਦੇਖੋ ਮੈਂ ਹੁਣ ਇੱਥੇ ਲਿਖ ਦਿੰਦਾ x ਦਾ ਮੁੱਲ ਇਕੁਏਸ਼ਨ 1 ਵਿੱਚ ਭਰਨ 'ਤੇ। ਹੁਣ ਇਕੁਏਸ਼ਨ ਨੰਬਰ 1 ਜਿਹੜੀ ਉਹ ਕਿਹੜੀ ਸਾਡੇ ਕੋਲ, h ਬਰਾਬਰ x, ਅਤੇ ਇੱਥੇ ਮੈਂ ਕੀ ਲਿਖਾਂਗਾ h ਬਰਾਬਰ ਵਰਗਮੂਲ 3 ਜਮਾ 1 ਬਟਾ 2, ਅਤੇ ਇਹਦੇ ਨਾਲ ਕੀ ਆ ਜਾਏਗਾ ਕਿਲੋਮੀਟਰ, ਕਿਉਂਕਿ ਹਾਈਟ ਕਿਲੋਮੀਟਰਾਂ 'ਚ ਲਈ ਸੀ, ਅਤੇ ਵਰਗਮੂਲ 3 ਜਮਾ ਇਹ ਸਾਡੇ ਕੋਲ ਹਾਈਟ ਆ ਗਈ। ਇਹਨੂੰ ਤੁਸੀਂ ਇੱਥੇ ਲਿਖ ਵੀ ਸਕਦੇ ਹੋ ਕਿ ਪਹਾੜੀ ਦੀ ਉਚਾਈ, ਪਹਾੜੀ ਦੀ ਉਚਾਈ ਬਰਾਬਰ ਵਰਗਮੂਲ 3 ਜਮਾ 1 ਬਟਾ 2 ਕਿਲੋਮੀਟਰ। ਇਹ ਸਾਡੇ ਕੋਲ 11ਵੇਂ ਕੁਐਸਚਨ ਦਾ ਆਨਸਰ ਆ ਗਿਆ। ਇਹ ਬੱਚਿਓ ਕੁਐਸਚਨ ਬੜੇ ਸਿੰਪਲ ਨੇ, ਸਿਰਫ ਤੁਸੀਂ ਡਾਇਗਰਾਮ ਧਿਆਨ ਨਾਲ ਬਣਾਉਣੀ ਆ, ਔਰ ਡਾਇਗਰਾਮ 'ਚੋਂ ਸਾਨੂੰ ਚਾਹੀਦਾ ਕੀ ਆ ਉਹ ਤੁਸੀਂ ਸਿੱਖਣਾ ਵਾ, ਔਰ ਐਂਗਲ ਕਿਸ ਤਰ੍ਹਾਂ ਲਾਉਣੇ ਮੈਂ ਤੁਹਾਨੂੰ ਦੱਸ ਦਿੱਤਾ, ਇਹ ਧਿਆਨ ਰੱਖਿਓ, ਸਭ ਤੋਂ ਇੰਪੋਰਟੈਂਟ ਜੇ। ਇਸ ਤੋਂ ਬਾਅਦ ਦੇਖਦੇ ਹਾਂ ਅਗਲਾ ਕੁਐਸਚਨ। ਆਹ ਦੇਖੋ ਬੱਚਿਓ ਜਿਹੜਾ 12ਵਾਂ ਕੁਐਸਚਨ ਵਾ ਉਹਦੀ ਸਟੇਟਮੈਂਟ ਦੇਖੋ ਕੀ ਆ, 7 ਮੀਟਰ ਉੱਚੀ ਇਮਾਰਤ ਦੇ ਸਿਖਰ ਤੋਂ ਇੱਕ ਕੇਬਲ ਟਾਵਰ ਦੇ ਸਿਖਰ ਦਾ ਉਚਾਣ ਕੋਣ 60 ਡਿਗਰੀ ਹੈ ਅਤੇ ਇਸ ਦੇ ਪੈਰ ਦਾ ਨਿਵਾਨ ਕੋਣ 45 ਡਿਗਰੀ ਹੈ। ਟਾਵਰ ਦੀ ਉਚਾਈ ਪਤਾ ਕਰੋ। ਹੁਣ ਅਸੀਂ ਇਹਦੇ 'ਚ ਟਾਵਰ ਦੀ ਉਚਾਈ ਪਤਾ ਕਰਨੀ ਆ। ਸਾਨੂੰ ਇਮਾਰਤ ਜਿਹੜੀ ਆ ਉਹ 7 ਮੀਟਰ ਉੱਚੀ ਦਿੱਤੀ ਆ, ਅਤੇ ਇਮਾਰਤ ਦੇ ਸਿਖਰ ਤੋਂ ਅਸੀਂ ਟਾਵਰ ਵੱਲ ਦੇਖ ਰਹੇ ਹਾਂ, ਅਤੇ ਉਹਦਾ ਇੱਕ ਸਿਖਰ ਦਾ ਉਚਾਣ ਕੋਣ ਜਿਹੜਾ 60 ਡਿਗਰੀ ਆ ਅਤੇ ਪੈਰ ਦਾ ਨਿਵਾਨ ਕੋਣ 45 ਡਿਗਰੀ ਆ। ਚਲੋ ਇਹਨੂੰ ਡਾਇਗਰਾਮ ਬਣਾ ਕੇ ਅਤੇ ਫਿਰ ਅਸੀਂ ਧਿਆਨ ਨਾਲ ਦੇਖਦੇ ਹਾਂ ਕਿ ਅਸੀਂ ਟਾਵਰ ਦੀ ਉਚਾਈ ਜਿਹੜੀ ਆ ਉਹ ਕਿਸ ਤਰ੍ਹਾਂ ਪਤਾ ਕਰਾਂਗੇ। ਆਹ ਦੇਖੋ ਬੱਚਿਓ ਸਭ ਤੋਂ ਪਹਿਲਾਂ ਡਾਇਗਰਾਮ ਬਣਾਵਾਂਗੇ। ਡਾਇਗਰਾਮ ਦੇ ਵਿੱਚ ਪਹਿਲਾਂ ਇੱਕ ਇਮਾਰਤ ਬਣਾ ਲਈ, ਇਹ ਮੰਨ ਲਓ ਇਮਾਰਤ ਵਾ, ਮੈਂ ਇਹਦੇ ਸਾਈਡ 'ਤੇ ਨਾਲ ਨਾਲ ਲਿਖ ਦਿੰਦਾ ਤੁਹਾਨੂੰ ਕਲੀਅਰ ਰਹੇਗਾ। ਇਹ ਜਿਹੜੀ ਇਮਾਰਤ ਵਾ ਇਹਦੀ ਸਾਨੂੰ ਉਚਾਈ ਕਿੰਨੀ ਦਿੱਤੀ ਹੋਈ ਆ 7 ਮੀਟਰ। ਹੁਣ ਇਹਦਾ ਨਾਮ ਜੋ ਮਰਜ਼ੀ ਤੁਸੀਂ ਰੱਖ ਲਓ। ਹੁਣ ਇਹ ਜਿਹੜੀ ਇਮਾਰਤ ਵਾ ਜਿਹਦੀ 7 ਮੀਟਰ ਜਿਹੜੀ ਉਚਾਈ ਦਿੱਤੀ ਆ, ਇਹਦੇ ਸਾਹਮਣੇ ਹੀ ਇੱਕ ਟਾਵਰ ਆ। ਇਮਾਰਤ ਤੋਂ ਖੜ੍ਹੇ ਹੋ ਕੇ ਅਸੀਂ ਟਾਵਰ ਵੱਲ ਦੇਖ ਰਹੇ ਹਾਂ। ਆਹ ਦੇਖੋ ਇਸ ਤਰ੍ਹਾਂ ਕਰਕੇ ਟਾਵਰ ਆ।
ਹੁਣ ਜਦੋਂ ਇੱਥੋਂ ਟਾਵਰ ਨੂੰ ਇੱਥੋਂ ਇਮਾਰਤ ਤੋਂ ਖੜ੍ਹੇ ਹੋ ਕੇ ਉੱਪਰ ਨੂੰ ਦੇਖਿਆ ਟਾਵਰ ਵੱਲ, ਅਤੇ ਇਹਦਾ ਉਚਾਣ ਕੋਣ ਕਿੰਨਾ ਬਣਿਆ 60 ਡਿਗਰੀ ਦਾ। ਅਤੇ ਅਸੀਂ ਇਹਨਾਂ ਨੂੰ ਪਹਿਲਾਂ ਮਿਲਾ ਦਿੰਦੇ ਹਾਂ ਇੱਥੋਂ। ਇਹ ਕੋਣ ਇੱਥੇ 60 ਡਿਗਰੀ ਦਾ ਆਏਗਾ। ਔਰ ਇਹਦੇ ਨਾਲ ਦਾ ਇੱਕ ਕੁਐਸਚਨ ਮੈਂ ਤੁਹਾਨੂੰ ਪਹਿਲਾਂ ਵੀ ਕਰਾਇਆ ਸੀ ਕਿ ਜਿੰਨਾ ਇਮਾਰਤ ਦੀ ਸਾਈਜ਼ ਵਾ ਜਿੰਨੀ ਆ, ਉਹਦੇ ਬਿਲਕੁਲ ਸਮਾਂਤਰ ਅਸੀਂ ਇੱਕ ਇੱਧਰ ਨੂੰ ਰੇਖਾ ਖੰਡ ਖਿੱਚਾਂਗੇ, ਜਿਹੜਾ ਟਾਵਰ ਦੇ ਨਾਲ ਜਾ ਕੇ ਟੱਚ ਕਰੇਗਾ ਇੱਧਰ ਇਸ ਤਰ੍ਹਾਂ। ਆਹ ਦੋਨੋਂ ਆਧਾਰ, ਆਹ ਵਾਲਾ ਅਤੇ ਇਹ ਵਾਲਾ ਆਧਾਰ ਬਰਾਬਰ ਹੋ ਗਏ। ਇੱਥੇ ਕੋਣ ਬਣਿਆ ਜੇ 60 ਡਿਗਰੀ ਦਾ, ਕਿਉਂਕਿ ਇੱਥੋਂ ਜੇ ਨਜ਼ਰ ਸਿੱਧੀ ਹੋਏ ਇਸ ਤਰ੍ਹਾਂ ਅਤੇ ਇੱਥੇ ਰਹੇਗੀ ਟਾਵਰ ਦਾ, ਇੱਥੋਂ ਤੱਕ ਦੇਖਾਂਗੇ। ਜਦੋਂ ਅਸੀਂ ਆਪਣਾ ਸਿਰ ਉੱਚਾ ਕਰਕੇ ਟਾਵਰ ਦੇ ਸਿਖਰ ਵੱਲ ਦੇਖਾਂਗੇ ਤਾਂ ਕੋਣ ਕਿੰਨਾ ਬਣ ਗਿਆ 60 ਡਿਗਰੀ। ਹੁਣ ਆਹ ਕੋਣ ਤਾਂ ਤੁਹਾਨੂੰ ਪਤਾ ਹੀ ਆ, ਇੱਥੇ ਤਾਂ 90 ਡਿਗਰੀ ਦਾ ਆਉਣਾ ਅਤੇ ਆਹ ਵੀ 90 ਡਿਗਰੀ ਦਾ ਹੋਏਗਾ। ਹੁਣ ਇੱਥੋਂ ਹੀ ਖੜ੍ਹਾ ਬੰਦਾ ਜਦੋਂ ਟਾਵਰ ਦੇ ਪੈਰ ਵੱਲ ਦੇਖਿਆ ਉਹਨੇ, ਇੱਥੇ ਜਿੱਥੇ ਆਹ ਕੋਣ 90 ਡਿਗਰੀ ਦਾ ਬਣਦਾ ਪਿਆ, ਜਦੋਂ ਇੱਥੇ ਦੇਖਿਆ ਅਤੇ ਇੱਧਰ ਆਣ ਕੇ ਜਿਹੜਾ ਕੋਣ ਵਾ ਉਹ ਕਿੰਨੇ ਡਿਗਰੀ ਬਣਦਾ, ਇੱਥੋਂ ਥੱਲੇ ਨੂੰ ਜਦੋਂ ਦੇਖਿਆ ਤਾਂ 45 ਡਿਗਰੀ। ਆਹ ਦੇਖੋ, ਜਦੋਂ ਇੱਧਰ ਨੂੰ ਦੇਖਿਆ ਅਤੇ ਇਹਦਾ ਜਿਹੜਾ ਨਿਵਾਣ ਕੋਣ ਵਾ ਉਹ ਇੱਥੋਂ 45 ਡਿਗਰੀ ਬਣ ਗਿਆ, ਅਤੇ ਇਹ 45 ਡਿਗਰੀ ਕੋਣ ਕਿੱਥੇ ਹੋ ਗਿਆ, ਆਹ ਵਾਲਾ 45 ਡਿਗਰੀ। ਹੁਣ ਆਹ ਵੀ ਜਿਹੜਾ ਇਮਾਰਤ ਵਾ ਇਹ ਵੀ ਇੱਥੇ ਲੰਬ ਹੋਏਗੀ ਜ਼ਮੀਨ ਦੇ ਨਾਲ ਬਿਲਕੁਲ। ਹੁਣ ਇਹਨਾਂ ਦੇ ਨਾਮ ਰੱਖ ਲਓ, ਜਿਸ ਤਰ੍ਹਾਂ ਮੰਨ ਲਓ ਕਿ ਆਹ ਜਿਹੜਾ ਟਾਵਰ ਵਾ ਮੈਂ ਇਹਦਾ ਨਾਮ ਰੱਖ ਲੈਣਾ AB, ਅਤੇ ਜਿਹੜੀ ਇਮਾਰਤ ਵਾ ਇਹਦਾ ਨਾਮ ਤੁਸੀਂ ਰੱਖ ਲਓ CD, ਚਾਹੇ C ਥੱਲੇ ਲਿਖ ਲਓ ਚਾਹੇ ਇੱਥੇ ਲਿਖ ਲਓ। ਇਹ CD ਆ ਗਈ ਤੁਹਾਡੀ ਇਮਾਰਤ, ਇਹ ਸਾਡੇ ਕੋਲ ਆ ਗਿਆ ਟਾਵਰ। ਹੁਣ ਆਹ ਜਿਹੜਾ ਬਿੰਦੂ ਇੱਥੋਂ ਅਸੀਂ ਬਣਾਈ ਸੀ ਨਜ਼ਰ ਜਿਹੜੀ ਸਿੱਧੀ ਇੱਥੇ ਦੇਖੀਏ ਅਤੇ ਬਿੰਦੂ E ਲੈ ਲਓ। ਹੁਣ ਇਹਦੇ 'ਚ ਅਸੀਂ ਕੀ ਕਰਨਾ ਕਿ ਅਸੀਂ ਟਾਵਰ ਦੀ ਜਿਹੜੀ ਉਚਾਈ ਆ ਉਹ ਅਸੀਂ ਮੰਨ ਲੈਂਦੇ ਹਾਂ ਕਿ H ਵਾ। ਇਹ ਸਾਡੇ ਕੋਲ ਕਿੰਨੀ ਆ H, ਅਤੇ ਸਵਾਲ ਸਾਡੇ ਕੋਲ ਮੀਟਰਾਂ ਵਿੱਚ ਆ ਅਤੇ ਅਸੀਂ ਮੀਟਰ ਲਿਖ ਲਾਂਗੇ। ਹੁਣ ਜਿਸ ਤਰ੍ਹਾਂ ਇੱਕ ਕੁਐਸਚਨ ਮੈਂ ਪਹਿਲਾਂ ਵੀ ਕਰਵਾਇਆ ਸੀ ਤੁਹਾਨੂੰ ਕਿ ਜੇ ਮੰਨ ਲਓ ਆਹ ਸਾਰੀ H ਵਾ ਅਤੇ ਆਹ ਇੰਨੀ 7 ਮੀਟਰ ਹੋਈ ਇੱਥੋਂ ਲੈ ਕੇ ਅਤੇ ਇੱਥੋਂ ਤੱਕ, ਕਿਉਂਕਿ ਇਹਦੇ ਬਿਲਕੁਲ ਬਰਾਬਰ ਵਾ, ਇਮਾਰਤ ਦੇ ਬਰਾਬਰ ਟਾਵਰ ਦੀ ਸੀ 'ਚ ਦੇਖੀਏ ਤਾਂ ਦੋਨਾਂ ਦੀ ਉਚਾਈ ਤਾਂ ਬਰਾਬਰ ਹੋਏਗੀ। E ਤੋਂ ਲੈ ਕੇ ਅਤੇ ਇੱਥੋਂ ਤੱਕ B ਤੱਕ ਇਹ ਕਿੰਨਾ ਬਣ ਗਿਆ, ਇਹ ਵੀ 7 ਮੀਟਰ ਹੋ ਗਿਆ। ਹੁਣ ਜਿਹੜਾ ਬਾਕੀ ਬਚਿਆ ਵਾ ਆਹ ਵਾਲਾ, ਇਹ ਕੀ ਹੋਏਗਾ, ਪੂਰੀ ਉਚਾਈ 'ਚੋਂ 7 ਮੀਟਰ ਘਟਾ ਦਾਂਗੇ ਅਤੇ ਪੂਰੀ ਉਚਾਈ ਅਸੀਂ ਕਿੰਨੀ ਲਈ ਆ H, ਅਤੇ A ਤੋਂ E ਤੱਕ, A ਤੋਂ ਲੈ ਕੇ ਅਤੇ E ਤੱਕ ਕਿੰਨਾ ਬਣਿਆ H-7 ਮੀਟਰ। ਇਹ ਸੀਗੀ ਬੱਚਿਓ ਡਾਇਗਰਾਮ। ਹੁਣ ਅਸੀਂ ਇਹਨੂੰ ਕਰਾਂਗੇ ਸੋਲਵ, ਅਤੇ ਲਿਖਣਾ ਕਿਸ ਤਰ੍ਹਾਂ ਵਾ ਅਸੀਂ ਸਟੈਪ ਬਾਈ ਸਟੈਪ ਲਿਖੀ ਜਾਂਦੇ ਹਾਂ। ਆਹ ਦੇਖੋ, ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਕਿ ਮੰਨ ਲਓ ਜਿਹੜਾ ਟਾਵਰ ਜਿਹੜਾ ਲਿਖਿਆ ਵਾ ਉੱਥੇ ਕੇਬਲ ਟਾਵਰ ਜਾਂ ਕੇਬਲ ਟਾਵਰ ਦੀ ਉਚਾਈ ਅਸੀਂ ਇਹੀ ਲੈਟ ਕੀਤੀ ਪਹਿਲਾਂ, ਉਹ ਕਿੰਨੀ ਆ ਗਈ H ਮੀਟਰ। ਇਹ ਅਸੀਂ ਲੈਟ ਕਰ ਲਈ। ਹੁਣ ਜਿਹੜੀ ਇਮਾਰਤ ਦੀ ਉਚਾਈ ਦਿੱਤੀ ਹੈ CD ਉਹ ਲਿਖ ਲਾਂਗੇ। ਇਮਾਰਤ ਦੀ ਉਚਾਈ ਉਹ ਕੀ ਦਿੱਤੀ ਆ CD, ਉਹ ਕਿੰਨੀ ਆ 7 ਮੀਟਰ। ਇਹ ਵੀ ਆ ਗਈ ਸਾਡੇ ਕੋਲ। ਹੁਣ ਜਿਹੜੇ ਕੋਣ ਦਿੱਤੇ ਹੋਏ ਨੇ ਦੋ, ਇੱਕ 60 ਡਿਗਰੀ ਆ ਅਤੇ ਇੱਕ ਜਿਹੜਾ ਵਾ ਉਹ 45 ਡਿਗਰੀ ਆ। ਹੁਣ ਆਹ ਦੇਖੋ ਜਿਹੜੇ ਕੋਣ ਨੇ ਉਹਨਾਂ ਦੇ ਨਾਮ ਜੇ ਤੁਸੀਂ ਲਿਖੋਗੇ ਤਾਂ ACE ਕੋਣ ਆਏਗਾ ਪਹਿਲਾਂ, ਕਿ ਕੋਣ ACE ਇਹ ਕਿੰਨਾ ਵਾ 60 ਡਿਗਰੀ, ਅਤੇ ਦੂਸਰਾ ਕੋਣ ਜਿਹੜਾ ਵਾ ਉਹ 45 ਡਿਗਰੀ ਦਾ ਵਾ, ਉਹਦਾ ਨਾਂ ਕੀ ਆ, ਇੱਥੋਂ ਦੇਖਿਓ CBD, ਕਿਉਂਕਿ ਆ ਦੂਜੇ ਪਾਸੇ ਬਣ ਰਿਹਾ ਜੇ ਕੋਣ CBD, ਇਹ ਕਿੰਨਾ ਹੈਗਾ 45 ਡਿਗਰੀ। ਹੁਣ ਤੁਸੀਂ ਆਹ ਦੇਖਿਓ ਜਿਹੜਾ ਕੋਣ ECB ਆ ਇਹ ਵੀ 45 ਅਤੇ ਆ ਵੀ ਦੋਵਾਂ 45 ਹੋਣਗੇ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਵੀ ਇਹ ਅੰਦਰਲੇ ਇਕਾਂਤਰ ਕੋਣ ਨੇ। ਹੁਣ ਅਸੀਂ ਲਵਾਂਗੇ ਸਭ ਤੋਂ ਪਹਿਲਾਂ ਟਰਾਈਐਂਗਲ।
ਉਹ ਕਿਹੜੀ ਸਮਕੋਣੀ ਤ੍ਰਿਭੁਜ, ਹੁਣ ਇਹ ਲੈ ਲਓ ਪਹਿਲਾਂ ਸੀ ਬੀ ਅਤੇ ਡੀ। ਇਹਦੇ ਵਿੱਚ ਉਹੀ ਆ ਲੰਬ ਅਤੇ ਆ ਆਧਾਰ। tan 45 ਡਿਗਰੀ, ਲੰਬ ਇਹਦਾ ਕਿੰਨਾ ਆ ਗਿਆ ਸੀ ਡੀ, ਆਧਾਰ ਅਸੀਂ ਨਹੀਂ ਲਿਆ ਅਤੇ ਇਹਨੂੰ ਇਸੇ ਤਰ੍ਹਾਂ ਹੀ ਲਿਖ ਦਾਂਗੇ ਬੀ ਡੀ। ਇਹ ਲਿਖ ਦਿੱਤਾ। ਹੁਣ ਇੱਥੇ ਵੈਲਿਊ ਪੁੱਟ ਕਰ ਦਿਓ। tan 45 1, ਸੀ ਡੀ ਦੀ ਵੈਲਿਊ 7 ਮੀਟਰ ਅਤੇ ਬੀ ਡੀ ਹੈ ਸਾਡੇ ਕੋਲ ਨਹੀਂ ਹੈਗਾ ਅਤੇ ਅਸੀਂ ਲਿਖ ਦਿੱਤਾ ਇਸੇ ਤਰ੍ਹਾਂ ਹੀ ਬੀ ਡੀ। ਹੁਣ ਇਹਦੀ ਗੁਣਾ ਕੀਤੀ ਤਿਰਛੀ ਅਤੇ ਬੀ ਡੀ ਨੂੰ 1 ਨਾਲ ਗੁਣਾ ਕੀਤਾ ਅਤੇ ਬੀ ਡੀ ਆਏਗਾ ਅਤੇ ਬਰਾਬਰ 7। ਇਹ ਸਾਡੇ ਕੋਲ ਇੱਕ ਸਮੀਕਰਨ ਆ ਗਈ, ਬੀ ਡੀ ਬਰਾਬਰ 7। ਹੁਣ ਦੂਸਰੀ ਜਿਹੜੀ ਆ ਸਮਕੋਣ ਤ੍ਰਿਭੁਜ ਜਿਹੜੀ ਉੱਪਰ ਵਾਲੀ ਸੀਗੀ, ਇਹ ਲੈ ਲੈਂਦੇ ਆ AEC। ਸਮਕੋਣੀ ਤ੍ਰਿਭੁਜ ACE ਵਿੱਚ ਹੁਣ ਇਹਦੇ 'ਚ ਕੀ ਆ, ਐਂਗਲ 60 ਡਿਗਰੀ ਆ ਅਤੇ tan 60 ਡਿਗਰੀ। ਹੁਣ ਆਹ ਬੱਚੋ ਤੁਹਾਨੂੰ ਸਮਝ ਲੱਗ ਹੀ ਗਈ ਹੋਏਗੀ ਵੀ ਟੈਨ ਲੈਣਾ ਕਿ ਕੀ ਲੈਣਾ ਵਾ, ਕੀ ਅਸੀਂ ਫਾਈਂਡ ਕਰਨਾ ਵਾ, ਸਾਡੇ ਕੋਲ ਕੀ ਹੈਗਾ ਵਾ। ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਿਓ। ਆਹ ਦੇਖੋ, ਆਹ ਜਿਹੜਾ ਬੀ ਡੀ ਅਸੀਂ ਕੱਢਿਆ ਵਾ 7 ਮੀਟਰ, ਕਿਉਂਕਿ ਸਵਾਲ ਮੀਟਰਾਂ 'ਚ ਆ, ਇਹ ਕਿਹਦੇ ਬਰਾਬਰ ਹੋਏਗਾ, ਆਹ CE ਦੇ ਬਿਲਕੁਲ ਇਹਦੇ ਬਰਾਬਰ। ਅਤੇ ਇੱਧਰ ਸਾਡੇ ਕੋਲ ਜਿਹੜਾ ਲੰਬ ਵਾ ਉਹ H-7 ਵਾ ਅਤੇ ਆਧਾਰ ਇਹਦਾ ਕਿੰਨਾ ਆ ਜਾਏਗਾ 7, ਕਿਉਂਕਿ ਆਹ CE ਅਤੇ ਬੀ ਡੀ ਦੋਨੋਂ ਬਰਾਬਰ ਨੇ, ਬਿਲਕੁਲ ਬਰਾਬਰ। ਸੇਮ ਦੂਰੀ ਹੋਏਗੀ ਇਮਾਰਤ ਦੇ ਸਿਖਰ ਤੋਂ ਟਾਵਰ ਤੱਕ ਅਤੇ ਪੈਰਾਂ ਤੋਂ ਟਾਵਰ ਦੇ ਪੈਰਾਂ ਤੱਕ। ਹੁਣ ਇੱਥੇ ਕੀ ਲਿਖਾਂਗੇ, AE ਬਟਾ CE ਯਾਨੀ ਕਿ ਜਿਹੜਾ ਆਧਾਰ ਵਾ ਉਹਦਾ ਟਰਾਇੰਗਲ ਦਾ। ਹੁਣ ਇਹਦੇ 'ਚ tan 60 ਦੀ ਵੈਲਿਊ ਪੁੱਟ ਕਰਾਂਗੇ √3। AE H-7 ਲਿਆ ਸੀਗਾ ਅਤੇ ਜਿਹੜਾ CE ਆ ਉਹ ਕਿਹਦੇ ਬਰਾਬਰ ਆ, ਬੀ ਡੀ ਦੇ। ਅਤੇ ਇੱਥੇ ਮੈਂ ਲਿਖ ਦਿੰਦਾ ਵਾ 7 ਅਤੇ ਸਾਈਡ 'ਤੇ ਮੈਂ ਰੀਜ਼ਨ ਦੇ ਦਿੰਦਾ, ਕਿਉਂਕਿ CE ਬਰਾਬਰ ਬੀ ਡੀ, ਇਹ ਦੋਨੋਂ ਬਰਾਬਰ ਕਿਹਦੇ ਹੋਣਗੇ 7 ਮੀਟਰ ਦੇ। ਆਹ ਰੀਜ਼ਨ ਸਾਈਡ 'ਤੇ ਦੇ ਦਿੱਤਾ ਮੈਂ। ਹੁਣ ਇਹਦੀ ਕਰਾਂਗੇ ਅਸੀਂ ਤਿਰਛੀ ਗੁਣਾ, 7 ਨੂੰ ਇਹਦੇ ਨਾਲ ਗੁਣਾ ਕਰਾਂਗੇ ਅਤੇ ਕਿੰਨਾ ਆ ਗਿਆ 7 ਵਰਗਮੂਲ 3 ਬਰਾਬਰ H-7। ਹੁਣ H ਦੀ ਵੈਲਿਊ ਕੱਢਣੀ ਆ ਅਸੀਂ ਅਤੇ 7 ਇੱਧਰ ਆ ਕੇ ਪਲੱਸ ਦਾ ਹੋ ਜਾਏਗਾ। ਇਹ ਬਣ ਗਿਆ 7 ਵਰਗਮੂਲ 3 ਜਮਾ 7 ਬਰਾਬਰ H। ਅਤੇ ਇਹਦੇ ਤੋਂ ਸਾਡੇ ਕੋਲ H ਦੀ ਵੈਲਿਊ ਕਿੰਨੀ ਆ ਜਾਏਗੀ, H ਬਰਾਬਰ, ਹੁਣ ਇੱਥੋਂ 7 ਜਿਹੜਾ ਵਾ ਉਹ ਕਾਮਨ ਨਿਕਲ ਜਾਏਗਾ ਅਤੇ ਵਰਗਮੂਲ 3 ਜਮਾ 1। ਇਹ ਸਾਡੇ ਕੋਲ ਹਾਈਟ ਆ ਗਈ ਅਤੇ ਅਸੀਂ H ਹੀ ਫਾਈਂਡ ਕਰਨਾ ਸੀ। H ਦੀ ਵੈਲਿਊ ਆ ਗਈ ਇੰਨੇ ਮੀਟਰ। ਹੁਣ ਸਾਨੂੰ ਪਤਾ ਕਿ H ਕੀ ਸੀ, ਆਹ ਦੇਖੋ ਡਾਇਗਰਾਮ 'ਚ H ਜਿਹੜੀ ਆ ਟਾਵਰ ਜਿਹੜਾ ਸੀਗਾ ਉਹਦੀ ਉਚਾਈ ਲਈ ਸੀ ਅਸੀਂ, ਅਤੇ ਅਸੀਂ ਇੱਥੇ ਲਿਖ ਦਾਂਗੇ ਇਸ ਲਈ ਟਾਵਰ ਦੀ ਉਚਾਈ ਬਰਾਬਰ ਕਿੰਨੀ ਲਈ ਸੀ, H ਬਰਾਬਰ 7 ਵਰਗਮੂਲ 3 ਜਮਾ 1, ਇਹ ਬਰੈਕਟ 'ਚ ਅਤੇ ਨਾਲ ਮੀਟਰ। ਇਹ ਸਾਡੇ ਕੋਲ ਆ ਗਿਆ ਕੁਐਸਚਨ ਨੰਬਰ 12 ਦਾ ਆਨਸਰ। ਇਹ ਬੱਚਿਓ ਕੁਐਸਚਨ ਬੜੇ ਈਜ਼ੀ ਨੇ। ਸਾਰੇ ਸਵਾਲਾਂ 'ਚ ਤੁਸੀਂ ਦੇਖੋ ਆ ਟੈਨ ਕਿਤੇ ਸਾਈਨ ਜਾਂ ਕੋਸ ਇਹਨਾਂ ਦੀ ਸਿਰਫ ਵਰਤੋਂ ਹੋਣੀ ਆ। ਸਭ ਤੋਂ ਜ਼ਰੂਰੀ ਜਿਹੜੀ ਇੰਪੋਰਟੈਂਟ ਚੀਜ਼ ਆ ਉਹ ਡਾਇਗਰਾਮ ਆ। ਡਾਇਗਰਾਮ ਨੂੰ ਧਿਆਨ ਨਾਲ ਦੇਖਿਓ ਔਰ ਧਿਆਨ ਨਾਲ ਸਮਝਿਓ। ਇਸ ਤੋਂ ਬਾਅਦ ਦੇਖਦੇ ਹਾਂ ਕੁਐਸਚਨ ਨੰਬਰ 13। 13ਵਾਂ ਕੁਐਸਚਨ ਦੀ ਸਟੇਟਮੈਂਟ ਦੇਖੋ ਕੀ ਆ ਬੱਚਿਓ, ਮੀਨਾਰ ਦੇ ਆਧਾਰ 'ਤੇ ਇੱਕ ਸਰਲ ਰੇਖਾ 'ਤੇ A ਮੀਟਰ ਅਤੇ B ਮੀਟਰ ਦੀ ਦੂਰੀ 'ਤੇ ਸਥਿਤ ਦੋ ਬਿੰਦੂਆਂ ਤੋਂ ਮੀਨਾਰ ਦੇ ਸਿਖਰ ਦੇ ਉਚਾਣ ਕੋਣ ਪੂਰਕ ਕੋਣ ਹਨ। ਅਤੇ ਪੂਰਕ ਕੋਣ ਬੱਚੋ ਤੁਹਾਨੂੰ ਪਤਾ ਹੀ ਆ, ਜਿਹੜੇ ਦੋ ਕੋਣ ਮਿਲ ਕੇ 90 ਡਿਗਰੀ ਦਾ ਕੋਣ ਬਣਾਉਣ, ਉਹਨਾਂ ਨੂੰ ਅਸੀਂ ਪੂਰਕ ਕੋਣ ਬੋਲਦੇ ਹਾਂ। ਸਿੱਧ ਕਰੋ ਕਿ ਮੀਨਾਰ ਦੀ ਉਚਾਈ ਵਰਗਮੂਲ AB ਹੈ। ਹੁਣ ਦੇਖੋ ਇੱਥੇ ਵੀ ਇਹਨਾਂ ਨੇ ਇੰਗਲਿਸ਼ ਵਿੱਚ ਵੀ ਸਟੇਟਮੈਂਟ ਜਿਹੜੀ ਦਿੱਤੀ ਆ ਉਹਦੇ 'ਚ ਤੁਹਾਨੂੰ ਪਤਾ ਹੀ ਹੈ ਕੰਪਲੀਮੈਂਟਰੀ ਐਂਗਲ ਹੁੰਦੇ ਨੇ ਵਾਲੇ ਜਿਹੜੇ ਪੂਰਕ ਕੋਣ ਹੁੰਦੇ ਆ, ਦੋ ਕੋਣ ਮਿਲ ਕੇ 90 ਡਿਗਰੀ ਦਾ ਕੋਣ ਬਣਾਉਂਦੇ ਆ। ਸਿਰਫ ਡਾਇਗਰਾਮ ਦਾ ਧਿਆਨ ਦੇਣਾ, ਬਾਕੀ ਕੁਐਸਚਨ ਸਿੰਪਲ ਆ। ਚਲੋ ਦੇਖਦੇ ਹਾਂ ਕਿ ਡਾਇਗਰਾਮ ਕਿਸ ਤਰ੍ਹਾਂ ਬਣੇਗੀ ਅਤੇ ਕੁਐਸਚਨ ਨੂੰ ਅਸੀਂ ਕਿਸ ਤਰ੍ਹਾਂ ਸੋਲਵ ਕਰਾਂਗੇ। ਦੇਖੋ ਬੱਚਿਓ, ਡਾਇਗਰਾਮ ਬਣਾਉਣ ਵਾਸਤੇ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਬਣਾਵਾਂਗੇ ਮੀਨਾਰ, ਕਿਉਂਕਿ ਉਹਨਾਂ ਨੇ ਕਿਹਾ ਕਿ
ਜਿਹੜਾ ਮੀਨਾਰ ਵਾ ਉਹਦੇ ਆਧਾਰ 'ਤੇ ਇੱਕ ਸਰਲ ਰੇਖਾ, ਹੁਣ ਇੱਥੇ ਇੱਕ ਸਰਲ ਰੇਖਾ ਬਣਾ ਲਾਂਗੇ ਅਸੀਂ। ਉਹ ਤੁਸੀਂ ਕਿਸੇ ਸਾਈਡ ਨੂੰ ਵੀ ਬਣਾ ਸਕਦੇ ਜੇ, ਇਹਦੇ 'ਚ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਹੋਈ ਕਿ ਪੂਰਬ ਵੱਲ ਨੂੰ ਬਣਾਉਣੀ ਆ ਕਿ ਜਾਂ ਪੱਛਮ ਵੱਲ ਨੂੰ ਬਣਾਉਣੀ ਆ। ਹੁਣ ਇਹ ਮੰਨ ਲਓ ਕਿ ਜਿਹੜਾ ਮੀਨਾਰ ਵਾ ਇਹ ਏ ਬੀ ਆ, ਇੱਥੇ ਕੋਣ ਇਹਦਾ 90 ਡਿਗਰੀ ਦਾ ਬਣਨਾ ਜੇ। ਹੁਣ ਇਹ ਕਹਿੰਦੇ ਕਿ ਜਦੋਂ ਇਹਦੇ ਤੋਂ ਅੱਗੇ ਦੋ ਬਿੰਦੂ ਨੇ, ਇੱਕ ਬਿੰਦੂ ਲੈ ਲਓ ਸੀ ਅਤੇ ਦੂਸਰਾ ਬਿੰਦੂ ਕਿਹੜਾ ਲੈਣਾ ਡੀ। ਇਹ ਤੁਹਾਨੂੰ ਕੁਐਸਚਨ ਸੇਮ ਉਸੇ ਤਰ੍ਹਾਂ ਦਾ ਲੱਗੇਗਾ ਜਿਸ ਤਰ੍ਹਾਂ ਦਾ ਮੀਲ ਪੱਥਰ ਵਾਲਾ ਅਸੀਂ ਕੀਤਾ ਸੀ। ਹੁਣ ਇਹਦੇ 'ਚ ਦੇਖੋ ਉਹਨਾਂ ਨੇ ਕੰਡੀਸ਼ਨ ਦਿੱਤੀ ਹੈ ਕਿ ਜਿਹੜੇ ਕੋਣ ਨੇ ਉਹ ਪੂਰਕ ਕੋਣ ਨੇ, ਅਤੇ ਪੂਰਕ ਕੋਣ ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਦੋ ਕੋਣ ਮਿਲ ਕੇ 90 ਡਿਗਰੀ ਦਾ ਕੋਣ ਬਣਾਉਣ। ਹੁਣ ਆਹ ਜਿਹੜਾ ਵਾ ਮੀਨਾਰ ਵਾ, ਉਹਨਾਂ ਨੇ ਕਿਹਾ ਵੀ ਇਹਦੀ ਉਚਾਈ ਸਿੱਧ ਕਰਨੀ ਆ ਕਿ ਵਰਗਮੂਲ ਏ ਬੀ ਆ। ਜਿਹੜਾ ਮੀਨਾਰ ਵਾ ਇਹਦੀ ਉਚਾਈ ਅਸੀਂ ਕੀ ਸਿੱਧ ਕਰਨੀ ਆ ਕਿ ਵਰਗਮੂਲ ਏ ਬੀ ਆ, ਅਤੇ ਅਸੀਂ ਇਹਦੀ ਉਚਾਈ ਪਹਿਲਾਂ ਮੰਨ ਲੈਂਦੇ ਹਾਂ ਕਿ ਐਚ ਵਾ। ਹੁਣ ਜਿਹੜੇ ਕੋਣ ਵਾ ਉਹ ਕਿਸ ਤਰ੍ਹਾਂ ਬਣਨੇ ਆ, ਕਿਉਂਕਿ ਇਹ 'ਚ ਕੋਣ ਦਿੱਤੇ ਨਹੀਂ, ਸਿਰਫ ਲਿਖਿਆ ਵੀ ਕੋਣ ਪੂਰਕ ਨੇ। ਅਸੀਂ ਕੋਣ ਮੰਨ ਲਓ ਇੱਕ ਕੋਣ ਅਸੀਂ ਅੰਦਰ ਵਾਲਾ ਲੈ ਲੈਂਦੇ ਹਾਂ। ਮੰਨ ਲਓ ਕਿ ਇਹ ਕੋਣ ਹੈਗਾ ਥੀਟਾ। ਧਿਆਨ ਨਾਲ ਸਮਝਿਓ, ਮੈਂ ਇਹ ਕੋਣ ਨੂੰ ਕੀ ਮੰਨ ਲਿਆ ਥੀਟਾ। ਜੇ ਤੁਸੀਂ ਇਹਨੂੰ ਸਮਾਲ ਲੈਟਰ ਵਿੱਚ ਕੋਈ ਹੋਰ ਵੀ ਕੋਣ ਲਓਗੇ ਏ ਬੀ ਸੀ ਜਾਂ ਕੋਈ ਐਕਸ ਵਾਈ, ਅਤੇ ਤਾਂ ਵੀ ਉਹੀ ਗੱਲ ਬਣਨੀ ਆ। ਲੇਕਿਨ ਮੋਸਟਲੀ ਅਸੀਂ ਜਿਹੜੇ ਥੀਟਾ ਐਂਗਲ ਲੈ ਕੇ ਚੱਲਦੇ ਹਾਂ। ਕਹਿੰਦੇ ਵੀ ਇਹਦੇ ਤੋਂ ਜਦੋਂ ਅਸੀਂ ਦੂਸਰੇ ਜਿਹੜੇ ਬਿੰਦੂ ਨੂੰ ਦੇਖਦੇ ਹਾਂ, ਇਹ ਜਿਹੜਾ ਉੱਥੇ ਕੋਣ ਬਣਦਾ ਪਿਆ ਵਾ, ਇਹ ਦੋਨੋਂ ਕੋਣ ਆਪਸ 'ਚ ਪੂਰਕ ਨੇ। ਪੂਰਕ ਦਾ ਮਤਲਬ ਕਿ ਦੋਨੋਂ ਕੋਣ ਮਿਲ ਕੇ 90 ਦਾ ਬਣਾਉਂਦੇ ਆ। ਅਤੇ ਯਾਨੀ ਕਿ ਜੇ ਆਹ ਕੋਣ ਮੈਂ ਥੀਟਾ ਲੈ ਲਿਆ ਤਾਂ ਦੂਸਰਾ 90 ਮਾਈਨਸ ਥੀਟਾ ਹੋਏਗਾ, ਕਿਉਂਕਿ 90 ਚੋਂ ਘਟਾ ਦਾਂਗੇ ਇਹ ਕੋਣ, ਜਿੰਨਾ ਇਹ ਆਏਗਾ ਅਤੇ ਬਾਕੀ ਆਹ ਕੋਣ ਬਚ ਜਾਏਗਾ। ਇਸ ਤਰ੍ਹਾਂ ਕਰਕੇ ਅਸੀਂ ਇਹ ਦੋ ਕੋਣ ਲੈ ਲੈਣੇ ਆ। ਹੁਣ ਦੇਖੋ ਜਿਹੜੀ ਅਗਲੀ ਗੱਲ, ਇਹ ਕੋਣਾਂ ਦੀ ਗੱਲ ਹੋ ਗਈ। ਸਟੇਟਮੈਂਟ ਵਿੱਚ ਲਿਖਿਆ ਵਾ ਕਿ ਜਿਹੜੇ ਸਰਲ ਰੇਖਾ ਦੇ ਉੱਤੇ ਜਿਹੜੇ ਦੋ ਬਿੰਦੂ ਨੇ ਉਹ ਇੱਕ ਏ ਮੀਟਰ ਅਤੇ ਦੂਸਰਾ ਬੀ ਮੀਟਰ ਦੀ ਦੂਰੀ 'ਤੇ ਆ। ਹੁਣ ਆਹ ਦੇਖੋ, ਮੰਨ ਲਓ ਕਿ ਆਹ ਵਾਲਾ ਜਿਹੜਾ ਬਿੰਦੂ ਪਹਿਲਾਂ ਮੈਂ ਲੈ ਲਿਆ ਇੱਥੋਂ ਬੀ ਤੋਂ ਸੀ ਤੱਕ, ਇਹਦੀ ਦੂਰੀ ਕਿੰਨੀ ਲੈ ਲਈ ਏ ਮੀਟਰ। ਇਹ ਬੀ ਤੋਂ ਸੀ ਤੱਕ, ਕਿਉਂਕਿ ਜਿਹੜਾ ਮੀਨਾਰ ਦੇ ਆਧਾਰ ਤੋਂ ਦੋ ਬਿੰਦੂ ਨੇ, ਇੱਕ ਕਹਿੰਦੇ ਏ ਮੀਟਰ ਦੀ ਦੂਰੀ 'ਤੇ ਆ ਅਤੇ ਦੂਸਰਾ ਬੀ ਮੀਟਰ 'ਤੇ। ਹੁਣ ਮੈਂ ਦੂਸਰੇ ਦੀ ਦੂਰੀ ਵੀ ਇੱਥੋਂ ਲੈਣੀ ਆ, ਇੱਥੋਂ ਲੈ ਕੇ ਅਤੇ ਇੱਥੋਂ ਤੱਕ ਪੂਰਾ ਕਿੰਨੀ ਦੂਰੀ ਹੋ ਗਈ ਬੀ ਮੀਟਰ। ਹੁਣ ਆਹ ਦੇਖੋ ਸਾਡੇ ਕੋਲ ਆਹ ਪੂਰੀ ਦੂਰੀ ਆ ਗਈ ਬੀ ਮੀਟਰ ਅਤੇ ਇੰਨੀ ਆ ਗਈ ਏ, ਅਤੇ ਜਿਹੜੀ ਦੋਨਾਂ ਦੀ ਆਪਸ ਵਿੱਚ ਦੂਰੀ ਹੋਏਗੀ ਉਹ ਕਿੰਨੀ ਹੋਏਗੀ, ਬੀ 'ਚੋਂ ਏ ਮਾਈਨਸ ਕਰ ਦਾਂਗੇ ਅਤੇ ਇੱਥੇ ਕੀ ਆ ਜਾਏਗਾ ਬੀ ਮਾਈਨਸ ਏ। ਆਹ ਸੀ ਤੋਂ ਡੀ ਤੱਕ ਦੀ ਦੂਰੀ ਆ। ਇਹ ਕਿਉਂ ਲਈ ਆ, ਕਿਉਂਕਿ ਤੁਹਾਨੂੰ ਪਤਾ ਕਿ ਅਸੀਂ ਇਹਦੇ 'ਤੇ ਫਾਰਮੂਲਾ ਜਦੋਂ ਲਗਾਉਣਾ ਵਾ ਤਾਂ ਸਾਨੂੰ ਲੰਬ ਬਟਾ ਆਧਾਰ ਚਾਹੀਦਾ, ਕਿਉਂਕਿ ਇਹਦੇ 'ਚ ਕਰਨ ਵਾਲਾ ਫਾਰਮੂਲਾ ਤਾਂ ਲੱਗਣਾ ਹੀ ਨਹੀਂ, ਨਾ ਹੀ ਉਹਦੇ ਬਾਰੇ ਕੁਛ ਪੁੱਛਿਆ ਵਾ। ਬਸ ਆਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜੇ। ਹਰ ਕੁਐਸਚਨ 'ਚ ਮੈਂ ਤੁਹਾਨੂੰ ਬਾਰ-ਬਾਰ ਦੱਸ ਰਿਹਾ ਵਾਂ। ਕੋਣ ਪੂਰਕ ਕੋਣ ਸੀਗੇ, ਇਸ ਕਰਕੇ ਇਸ ਤਰ੍ਹਾਂ ਲਏ ਆ ਵੀ ਇੱਕ ਕੋਣ ਥੀਟਾ ਅਤੇ ਇੱਕ 90 ਮਾਈਨਸ ਥੀਟਾ। ਹੁਣ ਲਿਖਣਾ ਕਿਸ ਤਰ੍ਹਾਂ ਵਾ, ਜਿਹੜੇ ਦੋ ਬਿੰਦੂ ਸਾਨੂੰ ਦਿੱਤੇ ਉਹਨਾਂ ਬਾਰੇ ਲਿਖਾਂਗੇ ਪਹਿਲਾਂ। ਮੰਨ ਲਓ, ਕਿਉਂਕਿ ਬਿੰਦੂ ਸਾਨੂੰ ਨਾਂ ਨਹੀਂ ਸੀ ਦਿੱਤੇ, ਇਸ ਕਰਕੇ ਅਸੀਂ ਲਿਖਾਂਗੇ ਮੰਨ ਲਓ ਦੋ ਬਿੰਦੂ ਸੀ ਅਤੇ ਡੀ ਹਨ। ਹੁਣ ਤੁਸੀਂ ਇੱਥੇ ਨਾਮ ਕੋਈ ਵੀ ਲੈ ਸਕਦੇ ਹੋ, ਅਸੀਂ ਏ ਬੀ ਸੀ ਡੀ ਤਾਂ ਲੈ ਲੈਂਦੇ ਹਾਂ ਕਿ ਥੋੜ੍ਹਾ ਸੌਖਾ ਲੱਗਦਾ ਸਾਨੂੰ। ਇਸ ਤੋਂ ਬਾਅਦ ਹੁਣ ਜਿਹੜਾ ਅਗਲੀ ਗੱਲ ਜਿਹੜੀ ਦਿੱਤੀ ਹੈ ਗਿਵਨ, ਉਹਦੇ 'ਚ ਕੀ ਆ ਕਿ ਮੀਨਾਰ ਦੇ ਆਧਾਰ 'ਤੇ ਇੱਕ ਸਰਲ ਰੇਖਾ ਅਤੇ ਏ ਅਤੇ ਬੀ ਮੀਟਰ ਦੀ ਦੂਰੀ 'ਤੇ ਸਥਿਤ ਨੇ ਇਹ ਦੋਨੋਂ ਬਿੰਦੂ। ਇਹ ਬਿੰਦੂ ਮੀਨਾਰ ਦੇ ਆਧਾਰ 'ਤੇ ਜਿਹੜੀ ਇੱਕ ਸਰਲ ਰੇਖਾ ਬਣਦੀ ਆ, ਇੱਕ ਸਰਲ ਰੇਖਾ 'ਤੇ ਕਿੰਨੀ ਕਿੰਨੀ ਦੂਰੀ ਦਿੱਤੀ ਆ ਏ ਮੀਟਰ ਅਤੇ ਬੀ ਮੀਟਰ ਦੀ ਦੂਰੀ 'ਤੇ
ਸਥਿਤ ਹਨ। ਆ ਬੱਚਿਓ ਸਿਰਫ ਜੋ ਸਾਨੂੰ ਗਿਵਨ ਵਾ ਨਾ ਉਹੀ ਲਿਖ ਰਿਹਾ ਮੈਂ, ਜੋ ਸਟੇਟਮੈਂਟ 'ਚ ਦਿੱਤਾ ਵਾ। ਹੁਣ ਇਹਨਾਂ ਦੇ ਉਚਾਣ ਕੋਣ ਜਿਹੜੇ ਉਹ ਕੀ ਨੇ? ਪੂਰਕ ਨੇ। ਇਹਨਾਂ ਦੇ ਉਚਾਣ ਕੋਣ ਪੂਰਕ ਕੋਣ ਹਨ, ਆ ਵੀ ਲਿਖ ਲਿਆ। ਹੁਣ ਅਸੀਂ ਸਿੱਧ ਕੀ ਕਰਨਾ ਵਾ? ਇਹਦੇ ਵਿੱਚ ਸਿੱਧ ਕਰਨਾ ਹੈ ਕਿ ਜਿਹੜੀ ਉਚਾਈ ਆ, ਮੀਨਾਰ ਦੀ ਉਚਾਈ ਜਿਹੜੀ ਆ h ਅਸੀਂ ਲਈ ਆ, ਉਹ ਕਿਹਦੇ ਬਰਾਬਰ ਆ? ਵਰਗਮੂਲ AB ਦੇ। ਆ ਅਸੀਂ ਸਿੱਧ ਕਰਨਾ, ਯਾਨੀ ਕਿ ਮੀਨਾਰ ਦੀ ਉਚਾਈ ਇਹਦੇ ਬਰਾਬਰ ਆ। ਹੁਣ ਅਸੀਂ ਕੀ ਲਿਖਾਂਗੇ? ਪਹਿਲਾਂ ਅੰਦਰਲੀ ਟਰਾਇੰਗਲ ਲੈ ਲਾਂਗੇ, ਆਹ ਵਾਲੀ A B ਤੇ C। ਕੁਐਸਚਨ ਸਾਰੇ ਉਸੇ ਤਰ੍ਹਾਂ ਹੀ ਹੱਲ ਹੋਣੇ ਆ, ਸਿਰਫ ਡਾਇਗਰਾਮ ਬਣਾ ਕੇ ਤੇ ਤੁਸੀਂ ਫਿਰ ਇਹਨੂੰ ਆਰਾਮ ਨਾਲ ਸੋਲਵ ਕਰਨਾ। ਸਮਕੋਣੀ ਤ੍ਰਿਭੁਜ ABC ਵਿੱਚ ਉਹੀ ਟੈਨ ਥੀਟਾ ਕਿਹਦੇ ਬਰਾਬਰ ਆ? AB ਲੰਬ ਤੇ BC ਆਧਾਰ ਦੇ। ਹੁਣ ਸਾਡੇ ਕੋਲ ਕੋਣ ਤੇ ਹੈ ਹੀ ਨਹੀਂ ਆ, ਤੇ ਅਸੀਂ ਇਸੇ ਤਰ੍ਹਾਂ ਇਹਨੂੰ ਰਹਿਣ ਦਾਂਗੇ ਵੀ ਟੈਨ ਥੀਟਾ ਜਿਹੜਾ ਵਾ ਉਹ ਟੈਨ ਥੀਟਾ ਹੀ ਰਹੇਗਾ। AB ਜਿਹੜਾ ਵਾ ਸਾਡੇ ਕੋਲ H ਵਾ, ਤੇ BC ਜਿਹੜਾ ਆਧਾਰ ਸੀਗਾ ਉਹ ਕਿੰਨਾ ਵਾ? A। ਤੇ ਇਹ ਸਾਡੇ ਕੋਲ ਸਮੀਕਰਨ ਨੰਬਰ 1 ਬਣ ਗਈ। ਹੁਣ ਅਸੀਂ ਦੂਸਰੀ ਤ੍ਰਿਭੁਜ ਲਵਾਂਗੇ। ਉਹ ਕਿਹੜੀ ਤ੍ਰਿਭੁਜ ਵਾ? ਸਮਕੋਣੀ ਤ੍ਰਿਭੁਜ ABD ਵਿੱਚ। ਹੁਣ ਇਹਦੇ ਵਿੱਚ ਕੀ ਆ? ਟੈਨ ਤੇ ਜਿਹੜਾ ਕੋਣ ਵਾ ਉਹ ਕਿੰਨਾ ਵਾ? 90 ਡਿਗਰੀ ਮਾਈਨਸ ਥੀਟਾ, ਤੇ ਲੰਬ AB ਤੇ ਆਧਾਰ BD। ਹੁਣ ਟੈਨ 90 ਮਾਈਨਸ ਥੀਟਾ ਸਾਨੂੰ ਪਤਾ ਕਿਹਦੇ ਬਰਾਬਰ ਹੁੰਦਾ? ਕੋਟ ਥੀਟੇ ਦੇ। AB ਜਿਹੜਾ ਵਾ ਉਹ H, ਤੇ ਜਿਹੜਾ BD ਆ ਉਹ ਕਿੰਨਾ ਵਾ? ਬੇਸ ਇਹਦਾ B। ਇਹ ਸਮੀਕਰਨ ਨੰਬਰ ਸਾਡੇ ਕੋਲ ਕਿੰਨੀ ਆ ਗਈ? 2। ਹੁਣ ਸਮੀਕਰਨ 1 ਅਤੇ 2 ਤੋਂ ਸਾਨੂੰ ਕੀ ਇਹਦੇ ਤੋਂ ਮਿਲਦਾ? ਆ ਦੇਖੋ, ਜਦੋਂ ਇਹਨਾਂ ਨੂੰ ਲਿਖਾਂਗੇ ਅਸੀਂ, ਸਾਡੇ ਕੋਲ ਪਹਿਲੀ ਹੈਗੀ ਸੀ ਟੈਨ ਥੀਟਾ, ਤੇ ਦੂਸਰੀ ਕਿਹੜੀ ਆ ਗਈ ਹੁਣ? ਕੋਟ ਥੀਟਾ। ਤੇ ਪਹਿਲੇ ਦਾ ਮੁੱਲ ਆਇਆ ਸੀਗਾ H/A, ਤੇ ਦੂਸਰੇ ਦਾ ਮੁੱਲ ਕਿੰਨਾ ਆ ਗਿਆ ਸਾਡੇ ਕੋਲ? H/B। ਹੁਣ ਆ ਦੇਖੋ, ਸਾਨੂੰ ਪਤਾ ਕਿ ਜਿਹੜਾ ਟੈਨ ਤੇ ਕੋਟ ਇਹ ਰੈਸੀਪ੍ਰੋਕਲ ਹੁੰਦੇ ਨੇ। ਟੈਨ ਥੀਟਾ ਇਹਦਾ ਬਣ ਜਾਏਗਾ 1/tan ਥੀਟਾ। ਇੱਧਰ ਕਿੰਨਾ ਆ ਗਿਆ? H², ਯਾਨੀ ਕਿ H ਨੂੰ H ਨਾਲ ਗੁਣਾ ਕੀਤੀ, H ਦੀ ਪਾਵਰ 2, ਥੱਲੇ A ਨੂੰ B ਨਾਲ ਕੀਤੀ ਤੇ AB। ਹੁਣ ਆਹ ਦੋਨੋਂ ਆਪਸ 'ਚ ਕੱਟੇ ਗਏ, ਟੈਨ ਥੀਟਾ ਕੈਂਸਲ ਹੋ ਗਏ, ਤੇ ਸਾਡੇ ਕੋਲ ਕੀ ਆ ਗਿਆ? 1 ਬਰਾਬਰ H²/AB। ਹੁਣ ਆ AB ਦੀ 1 ਨਾਲ ਗੁਣਾ ਕਰਾਂਗੇ ਤੇ ਸਾਡੇ ਕੋਲ ਕੀ ਆ ਜਾਏਗਾ? H² ਕਿਹਦੇ ਬਰਾਬਰ ਆ ਜਾਏਗਾ? AB। ਤੇ H ਕਿਹਦੇ ਬਰਾਬਰ ਆ ਗਿਆ? ਸਕੇਅਰ ਹਟਾਇਆ ਤੇ ਇੱਧਰ ਵਰਗਮੂਲ, ਯਾਨੀ ਕਿ ਦੋਨੋਂ ਪਾਸੇ ਵਰਗਮੂਲ ਲੈਣ ਤੇ ਇਹ ਸਾਡੇ ਕੋਲ ਆ ਗਿਆ HAB। ਤੇ H ਅਸੀਂ ਕੀ ਲਿਆ ਸੀ? ਮੀਨਾਰ ਦੀ, ਜਿਹੜਾ ਮੀਨਾਰ ਸੀਗਾ ਉਹਦੀ ਉਚਾਈ। ਤੇ ਇਹੀ ਅਸੀਂ ਇਸ ਸਵਾਲ 'ਚ ਪਤਾ ਕਰਨਾ ਸੀ ਕਿ ਮੀਨਾਰ ਦੀ ਉਚਾਈ ਵਰਗਮੂਲ AB ਆ, ਤੇ ਇਹ ਅਸੀਂ ਸਿੱਧ ਕਰ ਦਿੱਤਾ। ਇਸ ਲਈ ਮੀਨਾਰ ਦੀ ਉਚਾਈ ਬਰਾਬਰ ਕਿੰਨੀ ਆ ਗਈ ਸਾਡੇ ਕੋਲ? ਵਰਗਮੂਲ AB। ਇਹ ਅਸੀਂ ਸਿੱਧ ਕੀਤਾ। ਇਹ ਸੀਗਾ ਬੱਚਿਓ ਜਿਹੜਾ ਸਾਡਾ ਅਸੀਂ ਕੁਐਸਚਨ ਨੰਬਰ 13 ਵਰਕਸ਼ੀਟ ਦਾ ਲਾਸਟ ਕੁਐਸਚਨ। ਬੱਚਿਓ ਇਹਨੂੰ ਧਿਆਨ ਨਾਲ ਦੇਖਿਓ, ਵੀਡੀਓ ਨੂੰ ਵਿੱਚੋਂ ਸਕਿਪ ਨਾ ਕਰਿਓ। ਕਈ ਗੱਲਾਂ ਵਿੱਚ ਇੰਪੋਰਟੈਂਟ ਦੱਸੀਆਂ ਹੁੰਦੀਆਂ ਨੇ, ਜਦੋਂ ਤੁਸੀਂ ਸਕਿਪ ਕਰਕੇ ਦੇਖਦੇ ਹੋ ਫਿਰ ਤੁਹਾਨੂੰ ਸਮਝ ਨਹੀਂ ਆਉਂਦੀ। ਇਹਨੂੰ ਕੈਲਕੂਲੇਸ਼ਨ ਨਾ ਸਮਝਿਓ, ਤੁਸੀਂ ਇਹ ਦੇਖਿਓ ਵੀ ਅਸੀਂ ਡਾਇਗਰਾਮ ਕਿਸ ਤਰ੍ਹਾਂ ਬਣਾਉਣੀ ਆ ਔਰ ਉਹਨੂੰ ਸੋਲਵ ਕਿਸ ਤਰ੍ਹਾਂ ਕਰਨਾ ਵਾ। ਇਹ ਸੀਗਾ ਤੁਹਾਡਾ ਜਿਹੜੀ ਵਰਕਸ਼ੀਟ ਸੀਗੀ, ਉਹਦੀ ਕੈਲਕੂਲੇਸ਼ਨ ਪੂਰੀ ਮੈਂ ਕਰ ਦਿੱਤੀ ਆ। ਸਿਰਫ ਇੱਕ ਕੁਐਸਚਨ ਤੁਹਾਡੇ ਵਾਸਤੇ ਦਿੱਤਾ ਸੀਗਾ ਵੀ ਜਿਹੜਾ ਪਾਈਥਾਗੋਰੀਅਨ ਟ੍ਰਿਪਲੇਟ ਤੁਸੀਂ ਕੱਢਣਾ ਵਾ ਉਹ ਤੁਸੀਂ ਖੁਦ ਕੱਢਿਓ, ਤੇ ਜੇ ਤੁਸੀਂ ਲੱਭ ਲੋਗੇ ਤੇ ਮੈਨੂੰ ਕਮੈਂਟ ਦੇ ਵਿੱਚ ਉਹਦਾ ਆਨਸਰ ਜ਼ਰੂਰ ਭੇਜਿਓ ਕਿ ਸਰ ਅਸੀਂ ਆਹ ਵਾਲਾ ਪਾਈਥਾਗੋਰੀਅਨ ਟ੍ਰਿਪਲੇਟ ਬਣਾਇਆ ਵਾ। ਫਿਰ ਮੈਂ ਤੁਹਾਨੂੰ ਉਹਦਾ ਜਵਾਬ ਦੇ ਦਾਂਗਾ ਕਿ ਇਹ ਠੀਕ ਆ ਕਿ ਗਲਤ ਆ।
ਵੈਸੇ ਤੁਸੀਂ ਮੈਨੂੰ ਇੰਨਾ ਪਤਾ ਵੀ ਤੁਸੀਂ ਠੀਕ ਕਰ ਲੈਣਾ, ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਸਮਝਾਇਆ। ਵੀਡੀਓ ਚੰਗੀ ਲੱਗੇ ਲਾਈਕ ਕਰਿਓ, ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ, ਚੈਨਲ ਸਬਸਕ੍ਰਾਈਬ ਕਰ ਲਿਆ ਕਰੋ, ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਆ ਕਿ ਸਾਡਾ ਜਿਹੜਾ ਕੰਮ ਵਾ ਉਹ ਬਿਲਕੁਲ ਸਫਲ ਹੋ ਰਿਹਾ। ਅਤੇ ਇਹ ਚੈਨਲ ਬਿਲਕੁਲ ਫ੍ਰੀ ਜੇ, ਔਰ ਸਿਰਫ ਅਤੇ ਸਿਰਫ ਇਹਦੇ 'ਤੇ ਕੰਮ ਤੁਹਾਡੇ ਵਾਸਤੇ ਹੀ ਕੀਤਾ ਜਾਂਦਾ। ਧੰਨਵਾਦ।